Hello and welcome friends to Race Academy official to this weekly class beneficial for all the Punjab government exams. So today is Sunday, that is 24th January. ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣਾ ਇਸ ਵੀਕਲੀ ਕਲਾਸ ਦੇ ਵਿੱਚ ਜੋ ਕਿ ਹਰ ਸੰਡੇ ਇਹ ਕਲਾਸ ਆਉਂਦੀ ਹੈ। ਸੋ ਵੀਕਲੀ ਕਲਾਸ ਦੇ ਵਿੱਚ ਆਪਾਂ ਪੂਰੇ ਵੀਕ ਦੇ ਜਿਹੜੇ ਕਰੰਟ ਅਫੇਅਰਸ ਹੈ ਉਹਨਾਂ ਦਾ ਕਰਕਸ ਇਨ ਦੀ ਫਾਰਮ ਆਫ ਵੇਰੀਅਸ ਬਰਨਿੰਗ ਇਸ਼ੂਜ਼ ਮੀਨਸ ਪੂਰੇ ਵੀਕ ਦੇ ਵਿੱਚ ਕੀ ਬਰਨਿੰਗ ਇਸ਼ੂ ਰਹੇ। ਬਰਨਿੰਗ ਇਸ਼ੂ ਤੋਂ ਭਾਵ ਕਿ ਕੀ ਸਭ ਤੋਂ ਇੰਪੋਰਟੈਂਟ ਜਿਹੜੀਆਂ ਨਿਊਜ਼ ਰਹੀਆਂ ਜਿਹੜੀਆਂ ਕਿ ਇੱਕ ਐਗਜ਼ਾਮ ਐਸਪਾਇਰੈਂਟ ਬਿਲਕੁਲ ਵੀ ਮਿਸ ਨਹੀਂ ਕਰ ਸਕਦਾ ਫॉर ਅਪਕਮਿੰਗ ਐਗਜ਼ਾਮਸ। ਐਂਡ ਉਹਦੇ ਨਾਲ ਜਿਹੜੀਆਂ ਇੱਕ ਤਾਂ ਹੋ ਗਈਆਂ ਟੌਪ ਮੋਸਟ ਨਿਊਜ਼, ਉਸ ਤੋਂ ਬਾਅਦ ਜਿਹੜੀਆਂ ਬਾਕੀ ਨਿਊਜ਼ ਰਹੀਆਂ ਉਹਨਾਂ ਚੋਂ ਤਕਰੀਬਨ 20 MCQ ਜਿਹੜੇ ਹੈ ਬੈਸਟ MCQ ਆਫ ਦਿਸ ਵੀਕ ਉਹ ਆਪਾਂ ਇਸ ਲੈਕਚਰ ਦੇ ਵਿੱਚ ਕਰਦੇ ਹੁੰਨੇ ਆ। ਸੋ ਮਾਈ ਨੇਮ ਇਜ਼ ਅਜੈ ਸਿਡਾਨਾ ਐਂਡ ਆਈ ਵੈਲਕਮ ਯੂ ਆਲ ਟੂ ਰੇਸ ਅਕੈਡਮੀ ਆਫੀਸ਼ੀਅਲ। ਸੋ ਅੱਜ ਦੇ ਇਸ ਲੈਕਚਰ 'ਚ ਤੁਹਾਡਾ ਸਵਾਗਤ ਹੈ। ਸੋ ਇਹ ਜਿਹੜੀ ਵੀਡੀਓ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਆਉਣ ਵਾਲੇ ਹਰ ਐਗਜ਼ਾਮ ਚਾਹੇ ਉਹ PCS ਪ੍ਰੀ ਹੋਵੇ, ਚਾਹੇ ਉਹ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੋਵੇ, ਜ਼ਿਲ੍ਹੇਦਾਰ ਦਾ ਐਗਜ਼ਾਮ ਹੋਵੇ, ਪੰਜਾਬ ਪਟਵਾਰੀ ਦਾ ਐਗਜ਼ਾਮ ਹੋਵੇ ਜਾਂ ਕੋਈ ਵੀ ਐਗਜ਼ਾਮ ਜਿਹਦੇ 'ਚ ਜਨਰਲ ਨੌਲੇਜ ਤੇ ਜਨਰਲ ਅਵੇਅਰਨੈਸ ਜਿਹੜੀ ਹੈ ਉਹ ਪੁੱਛੀ ਜਾਂਦੀ ਹੈ। ਸੋ ਪਿਛਲੇ 4 ਲੈਕਚਰਸ ਤੋਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਜਨਰਲ ਅਵੇਅਰਨੈਸ ਹੁੰਦੀ ਕੀ ਹੈ, ਉਹ ਇੱਕ ਤਰ੍ਹਾਂ ਦੀ ਉਹਦੇ ਤੇ ਸਟੈਂਪ ਲਗਾਤੀ, ਮੋਹਰ ਲਗਾਤੀ ਪਟਵਾਰੀ ਤੇ ਜ਼ਿਲ੍ਹੇਦਾਰ ਦੇ ਸਿਲੇਬਸ ਨੇ, ਕਿਉਂਕਿ ਉਹਦੇ 'ਚ ਕੀ ਲਿਖਿਆ ਹੋਇਆ ਹੈ ਜਨਰਲ ਨੌਲੇਜ ਓਬਲੀਕ ਅਵੇਅਰਨੈਸ ਮੀਨਸ ਜਨਰਲ ਅਵੇਅਰਨੈਸ ਆਫ ਇੰਡੀਆ ਐਂਡ ਪੰਜਾਬ। ਨੀਚੇ ਜਿਹੜਾ ਵੀ ਸਾਰਾ ਕੁਝ ਤੁਸੀਂ ਲਿਖਿਆ ਹੋਇਆ ਤੁਸੀਂ ਪੜ੍ਹ ਲਿਆ ਹੋਏਗਾ, ਪੜ੍ਹ ਸਕਦੇ ਹੋ। ਤਾਂ ਤੁਸੀਂ ਬਲੀਵ ਮੀ ਫਰੈਂਡਸ ਕੀ ਹੋਏਗਾ ਜਿਹੜੇ ਕੁਐਸਚਨਸ ਆਣਗੇ 20 ਕੁਐਸਚਨਸ ਇਹਨਾਂ ਚੋਂ ਅਗਰ ਮੈਂ ਜ਼ਿਆਦਾ ਨਹੀਂ ਕਹਿ ਰਿਹਾ ਤਾਂ ਤਕਰੀਬਨ 15 ਕੁਐਸਚਨ ਜਾਂ ਫਿਰ ਇਹ ਕਹਿ ਲਓ ਕਿ 10 ਤੋਂ 15 ਕੁਐਸਚਨਸ ਆਣਗੇ ਜਨਰਲ ਅਵੇਅਰਨੈਸ ਦੀ। ਠੀਕ ਹੈ, ਬਾਕੀ ਹੋ ਸਕਦਾ ਹੈ ਬਿਲਕੁਲ ਸਟੈਟਿਕ ਦੇ ਆ ਜਾਣ, ਹਿਸਟਰੀ ਦੇ ਆ ਜਾਣ ਜਾਂ ਹੋਰ ਹੈ, ਬਟ ਜੋ ਵੀ ਕੁਐਸਚਨਸ ਆਣਗੇ ਸਾਰਿਆਂ ਦਾ ਲਿੰਕ ਕਿੱਥੇ ਨਾ ਕਿੱਥੇ ਜਿਹੜੇ ਕਰੰਟ ਇਸ਼ੂਜ਼ ਹੈਗੇ ਆ ਉਹਨਾਂ ਨਾਲ ਹੋਏਗਾ। ਸੋ ਤੁਹਾਨੂੰ ਜਿਹੜੇ ਕਰੰਟ ਇਸ਼ੂਜ਼ ਲਗਾਤਾਰ ਚੱਲ ਰਹੇ ਹੈ ਤੇ ਐਗਜ਼ਾਮ ਤੋਂ ਮਿਨੀਮਮ 6 ਮੰਥ ਤੇ 1 ਈਅਰ ਪਹਿਲਾਂ ਤੱਕ ਦੇ ਜੋ ਕਰੰਟ ਇਸ਼ੂਜ਼ ਹੈ ਉਹਨਾਂ ਨਾਲ ਰਿਲੇਟ ਕਰਦੇ ਹੋਏ ਕੁਐਸਚਨਸ ਤੁਹਾਨੂੰ ਮਿਲਣਗੇ। ਫਿਰ ਚਾਹੇ ਉਹ ਡਾਇਰੈਕਟਲੀ ਵਨ ਲਾਈਨਰ ਕੁਐਸਚਨ ਹੋਵੇ, ਫਿਰ ਉਹ ਡਾਇਰੈਕਟਲੀ ਚਾਹੇ ਪੋਲਿਟੀ ਦਾ, ਜਿਓਗ੍ਰਾਫੀ ਦਾ, ਹਿਸਟਰੀ ਦਾ ਵੀ ਕੁਐਸਚਨ ਹੈ ਉਹ ਕਿਤੇ ਨਾ ਕਿਤੇ ਇੰਟਰਲਿੰਕ ਹੋਏਗਾ ਕਰੰਟ ਇਸ਼ੂਜ਼ ਨਾਲ ਰਿਲੇਟ ਕਰਦੇ ਹੋਏ। ਸੋ ਫਰੈਂਡਸ ਐਸ ਕਰਕੇ ਤੁਹਾਨੂੰ ਬਹੁਤ ਹੀ ਜਿਹੜਾ ਹੈ ਇਹ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਨੂੰ ਆਪਣੇ ਆਸੇ-ਪਾਸੇ ਹੋਣ ਵਾਲੀਆਂ ਸਾਰੀਆਂ ਖਬਰਾਂ ਦਾ ਇੱਕ ਅਹਿਸਾਸ ਹੋਵੇ, ਤੁਹਾਨੂੰ ਉਹਨਾਂ ਦਾ ਨਿਚੋੜ ਚੰਗੀ ਤਰ੍ਹਾਂ ਪਤਾ ਹੋਵੇ ਕਿ ਆਪਣੇ ਆਸੇ-ਪਾਸੇ ਪੂਰੇ ਵਰਲਡ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਕੀ ਕੁਝ ਜਿਹੜਾ ਹੈ ਉਹ ਲਗਾਤਾਰ ਹੋ ਰਿਹਾ ਹੈ, ਕਿਉਂਕਿ ਉਹਦੇ ਤੇ ਹੀ ਬੇਸ ਕਰਦਾ ਹੋਇਆ ਜਿਹੜਾ ਜਨਰਲ ਨੌਲੇਜ ਹੈ ਉਹ ਪੁੱਛਿਆ ਜਾਏਗਾ। ਸੋ ਗੱਲ ਕਰਦੇ ਹਾਂ ਆਪਾਂ ਅੱਜ ਦੇ ਟੇਬਲ ਆਫ ਕੰਟੈਂਟ ਦੀ। ਅੱਜ ਦੇ ਲੈਕਚਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬਰਨਿੰਗ ਇਸ਼ੂਜ਼ ਆਫ ਦੀ ਵੀਕ ਮੀਨਸ ਮੋਸਟ ਇੰਪੋਰਟੈਂਟ ਨਿਊਜ਼। ਮੋਸਟ ਇੰਪੋਰਟੈਂਟ ਨਿਊਜ਼ ਸਿਰਫ ਆਪਾਂ ਨਿਊਜ਼ ਦਾ ਨਾਮ ਨਹੀਂ, ਨਿਊਜ਼ ਦੀ ਹੈਡਲਾਈਨ ਨਹੀਂ, ਬਲਕਿ ਆਪਾਂ ਨਿਊਜ਼ ਦੇ ਕੰਪਲੀਟ ਨਿਚੋੜ ਦੀ ਗੱਲ ਕਰਾਂਗੇ ਕਿ ਕੀ ਉਸ ਨਿਊਜ਼ ਤੋਂ ਰਿਲੇਟ ਕਰਦੇ ਹੋਏ ਕੁਐਸਚਨਸ ਬਣ ਸਕਦੇ ਹੈ ਜਾਂ ਕੀ ਉਸ ਨਿਊਜ਼ ਦੀ ਹੋਰ ਡਿਟੇਲ ਜਾਂ ਸਟੈਟਿਕ ਨੌਲੇਜ ਹੋ ਸਕਦੀ ਹੈ। ਉਸ ਤੋਂ ਬਾਅਦ ਆਪਾਂ ਚੱਲਾਂਗੇ ਮੋਸਟ ਇੰਪੋਰਟੈਂਟ ਜਨਰਲ ਅਵੇਅਰਨੈਸ ਕੁਐਸਚਨਸ ਆਫ ਦੀ ਵੀਕ। 15 ਕੁਐਸਚਨ ਹੋਣਗੇ ਜਿਹੜੇ ਇਸ ਵੀਕ ਦੇ ਮੋਸਟ ਇੰਪੋਰਟੈਂਟ ਹੈ ਅਪਾਰਟ ਫਰੋਮ ਦੋਜ਼ ਬਰਨਿੰਗ ਇਸ਼ੂਜ਼। ਬਰਨਿੰਗ ਇਸ਼ੂਜ਼ ਤਾਂ ਹੈ ਹੀ ਹੈ ਜਿਹੜੇ 7-8 ਬਰਨਿੰਗ ਇਸ਼ੂਜ਼ ਹੈ, ਉਸ ਤੋਂ ਬਾਅਦ ਉਸ ਤੋਂ ਇਲਾਵਾ ਜਿਹੜੇ ਹੈ 15 ਕੁਐਸਚਨਸ ਹੈ ਉਹਨਾਂ ਦੀ ਵੀ ਡਿਟੇਲ ਆਪਾਂ ਨਾਲ ਕਰਾਂਗੇ ਤੇ 5 ਕੁਐਸਚਨਸ ਹੋਣਗੇ ਜਿਹੜੇ ਬੇਸ ਹੋਣਗੇ ਫਰੋਮ ਦੀ ਲਾਸਟ 1 ਈਅਰ ਕਰੰਟ ਅਫੇਅਰ। ਸੋ ਦੋਸਤੋ ਇੱਕ ਤਰ੍ਹਾਂ ਦਾ ਇੱਕ ਫੁੱਲ ਫਲੈਸ਼ ਵੀਕਲੀ ਸ਼ੋ, ਫੁੱਲ ਫਲੈਸ਼ ਜਿਹੜਾ ਇੱਕ ਲੈਕਚਰ ਹੈ ਉਹ ਤੁਸੀਂ ਲਗਾਣਾ ਹੈ। ਪਿਛਲੇ 4 ਹਫ਼ਤਿਆਂ ਤੋਂ ਤੁਸੀਂ ਲਗਾਤਾਰ ਲਗਾ ਰਹੇ ਹੋ ਐਂਡ ਮੈਨੂੰ ਫੀਡਬੈਕ ਮਿਲੀ ਕਿ ਸਰ ਪਲੀਜ਼ ਇਹਨੂੰ ਕੰਟੀਨਿਊ ਰੱਖੋ। ਇਹ ਕੰਟੀਨਿਊ ਹੀ ਰਹੇਗਾ, ਇਹ ਬੰਦ ਨਹੀਂ ਹੋਏਗਾ ਪ੍ਰੋਵਾਈਡਡ ਤੁਸੀਂ ਬਸ ਸਿਰਫ ਤੁਹਾਡੇ ਅੱਗੇ ਇਹ ਰਿਕੁਐਸਟ ਹੈ ਕਿ ਅਗਰ ਤੁਹਾਨੂੰ ਕੰਟੈਂਟ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਇਹਨੂੰ ਜਿਹੜਾ ਹੈ ਆਪਦੇ ਫਰੈਂਡਸ ਐਂਡ ਫੈਮਿਲੀ ਮੈਂਬਰ ਨਾਲ ਸ਼ੇਅਰ ਜ਼ਰੂਰ ਕਰਨਾ ਹੈ। ਸੋ ਲੈਕਚਰ ਸ਼ੁਰੂ ਹੋ ਚੁੱਕਿਆ ਹੈ, ਲਿੰਕ ਨੂੰ ਫਟਾਫਟ ਜਿਹੜਾ ਹੈ ਕਮੈਂਟ ਬਾਕਸ ਦੇ ਵਿੱਚ ਜਾਂ ਕਮੈਂਟ ਬਾਕਸ ਤੋਂ ਲਿੰਕ ਲੈ ਕੇ ਫਟਾਫਟ ਜਿਹੜਾ ਹੈ ਆਪਦੇ ਫਰੈਂਡਸ ਨਾਲ ਸ਼ੇਅਰ ਕਰ ਦਿਓ। ਸੋ ਦੋਸਤੋ ਅੱਜ ਦੇ ਲੈਕਚਰ 'ਚ ਆਪਾਂ ਗੱਲ ਕਰਾਂਗੇ ਬਰਨਿੰਗ ਇਸ਼ੂਜ਼ ਦੀ। ਕਿਹੜੇ ਬਰਨਿੰਗ ਇਸ਼ੂ ਅੱਜ ਦੇ ਲੈਕਚਰ 'ਚ ਹੋਣਗੇ? ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੋਸਟ ਇੰਪੋਰਟੈਂਟ ਪਰਸਨੈਲਿਟੀ ਆਫ ਦੀ ਵੀਕ। ਕੌਣ ਰਹੇ ਜੀ? US ਦੇ 46th ਪ੍ਰੈਜ਼ੀਡੈਂਟ, ਗੱਲ ਕਰਾਂਗੇ ਇਹਨਾਂ ਬਾਰੇ। ਫਿਰ ਇੰਡੀਅਨ ਆਰਮੀ ਇਨ ਨਿਊਜ਼, ਕਿਨ ਕਾਰਨਾਂ ਕਰਕੇ ਇੰਡੀਅਨ ਆਰਮੀ ਨਿਊਜ਼ ਦੇ ਵਿੱਚ ਰਹੀ ਪਿਛਲੇ 1 ਵੀਕ ਦੇ ਵਿੱਚ, ਜਾਂ ਐਸੇ ਜਿਹੜਾ ਆਪਾਂ ਜਿਹੜਾ ਕਰੰਟ ਵੀਕ ਦੀ ਗੱਲ ਕਰ ਰਹੇ ਹਾਂ। ਕੰਟਰੀਜ਼ ਫਸਟ 에ਅਰ ਟੈਕਸੀ ਸਰਵਿਸ ਕਿੱਥੋਂ ਤੋਂ ਕਿੱਥੋਂ ਤੱਕ ਚਲਾਈ ਗਈ, ਕਿਹੜੀ ਕੰਪਨੀ ਨੇ ਚਲਾਈ, ਉਹਦੀ ਕੀ ਹਿਸਟਰੀ ਹੈ, ਸਾਰਾ ਕੁਝ ਦੇਖਾਂਗੇ। ਫਿਰ ਇੰਟਰਨੈਸ਼ਨਲ ਕਰੰਟ ਅਫੇਅਰ ਵਰਲਡ ਓਲਡੈਸਟ ਕੇਵ ਪੇਂਟਿੰਗ, ਦੈਨ ਨਿਊ ਪ੍ਰੈਜ਼ੀਡੈਂਟ ਆਫ ਸੋਮਨਾਥ ਟੈਂਪਲ ਟਰਸਟ, ਇਸ ਬਾਰੇ ਗੱਲ ਕਰਾਂਗੇ। ਇੰਡੀਆ ਇਨੋਵੇਸ਼ਨ ਇੰਡੈਕਸ ਜਿਹੜਾ ਕਿ ਨੀਤੀ ਆਯੋਗ ਨੇ ਜਾਰੀ ਕੀਤਾ ਹੈ ਇਹਦਾ ਕੰਪਲੀਟ ਐਨਾਲਿਸਿਸ ਕਰਾਂਗੇ।
ਇਕਨੋਮੀ ਦੀ ਨਿਊਜ਼ ਕਰਾਂਗੇ, ਆਰਬੀਆਈ ਲਿਸਟ ਆਫ ਡੀਐਸਆਈਬੀ। ਡੀਐਸਆਈਬੀ ਕੀ ਹੁੰਦਾ ਹੈ ਇਸ ਬਾਰੇ ਗੱਲ ਕਰਾਂਗੇ। ਫਿਰ ਗੱਲ ਕਰਾਂਗੇ ਜੀ G7 ਸਮਿਟ ਦੀ। G7 ਕੀ ਹੈ, G7 ਸਮਿਟ ਕਿਉਂ ਨਿਊਜ਼ ਦੇ ਵਿੱਚ ਹੈ, ਇਹ ਸਾਰੀਆਂ ਜਿਹੜੀਆਂ ਹੈ ਤਕਰੀਬਨ ਇਹ 8 ਹੈਗੀਆਂ, 8 ਦੀਆਂ 8 ਦੀ ਨਿਊਜ਼ ਦੀ ਕੰਪਲੀਟ ਜਿਹੜੀ ਡਿਟੇਲ ਹੈ ਅਗਲੇ 1 ਘੰਟੇ ਚ ਆਪਾਂ ਕਰਾਂਗੇ। ਐਂਡ ਉਸ ਤੋਂ ਬਾਅਦ ਆਪਾਂ ਜਿਹੜੇ 20 MCQ ਕਰਾਂਗੇ। ਸੋ ਆਪਦਾ ਕਾਪੀ ਪੈਨ ਲੈ ਲਓ ਤੇ ਆਰਾਮ ਨਾਲ ਬੈਠ ਜਾਓ, ਬਿਲਕੁਲ ਆਪਾਂ ਤਰੀਕੇ ਨਾਲ ਜਿਹੜਾ ਹੈ ਇੱਕ ਨਿਊਜ਼ ਦਾ ਐਨਾਲਿਸਿਸ ਜਿਹੜਾ ਹੈ ਉਹ ਆਪਾਂ ਕਰਾਂਗੇ। ਕੋਈ ਵੀ ਫੀਡਬੈਕ ਹੈ ਤੁਸੀਂ ਕਮੈਂਟ ਬਾਕਸ ਵਿੱਚ ਓਨੈਸਟਲੀ ਜਿਹੜੀ ਹੈ ਉਹ ਦੇ ਸਕਦੇ ਹੋ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਣੇ ਪੂਰੇ ਵੀਕ ਦੀ ਫੇਮਸ ਪਰਸਨੈਲਿਟੀ। ਸਭ ਤੋਂ ਪਹਿਲਾਂ ਮੈਂ ਬੋਰਡ ਨੂੰ ਕਲੀਅਰ ਕਰ ਲਾਂ, ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਗਈਆਂ, ਹੁਣ ਆਪਾਂ ਲੈਕਚਰ ਸ਼ੁਰੂ ਕਰਦੇ ਹਾਂ ਬੋਰਡ ਨੂੰ ਸਾਫ਼ ਕਰਕੇ। ਲੋ ਜੀ ਠੀਕ ਹੈ ਜੀ। ਸੋ ਹੁਣ ਆਪਾਂ ਲਗਾਤਾਰ ਜਿਹੜੀ ਹੈ ਉਹ ਨਿਊਜ਼ ਵੱਲ, ਸਭ ਤੋਂ ਪਹਿਲਾਂ ਬ੍ਰੇਕਿੰਗ ਜਿਹੜੀਆਂ ਨਿਊਜ਼ ਹੈ ਜਾਂ ਕਹਿ ਲਓ ਕਿ ਜਿਹੜੇ ਬਰਨਿੰਗ ਇਸ਼ੂਜ਼ ਹੈ ਉਹਨਾਂ ਬਾਰੇ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ US ਦੇ 46 ਪ੍ਰੈਜ਼ੀਡੈਂਟ, ਇਹ ਰਹੇ ਆਪਣੇ ਪਰਸਨੈਲਿਟੀ ਆਫ ਦੀ ਵੀਕ। ਸਿਰਫ US ਦੇ ਪ੍ਰੈਜ਼ੀਡੈਂਟ ਨਹੀਂ ਬਲਕਿ US ਦੀ ਵਾਈਸ ਪ੍ਰੈਜ਼ੀਡੈਂਟ ਵੀ। US ਦੇ ਨਵੇਂ ਪ੍ਰੈਜ਼ੀਡੈਂਟ ਕੌਣ ਬਣੇ ਹੈ, ਹੀ ਇਜ਼ ਮਿਸਟਰ ਜੋ ਬਾਈਡਨ। ਠੀਕ ਹੈ ਜੀ, ਜੋ ਬਾਈਡਨ ਜਿਹੜੇ ਹੈ ਉਹ US ਦੇ 46 ਪ੍ਰੈਜ਼ੀਡੈਂਟ ਜਿਹੜੇ ਹੈ ਉਹ ਬਣੇ ਹੈ। ਇਹਨਾਂ ਨੂੰ ਸਵਰਨ ਇਨ ਕਰਾਇਆ ਗਿਆ, ਉਹ ਚਲੋ ਮੈਂ ਤੁਹਾਨੂੰ ਉਸ ਤੋਂ ਬਾਅਦ ਦੱਸਦਾ ਕਿਹਨਾਂ ਨੇ ਇਹਨਾਂ ਨੂੰ ਸ਼ਪਥ ਦਿਲਾਉਂਦੇ ਹੈ। ਬਟ ਇਹਨਾਂ ਨਾਲੋਂ ਜ਼ਿਆਦਾ ਵੀ ਮਤਲਬ ਤੁਸੀਂ ਇਹ ਲਗਾ ਲਓ ਕਿ ਇਸ ਤੋਂ ਵੀ ਵੱਧ ਫੇਮਸ ਪਰਸਨੈਲਿਟੀ ਰਹੇ US ਦੇ ਪਹਿਲੇ ਫੀਮੇਲ ਵਾਈਸ ਪ੍ਰੈਜ਼ੀਡੈਂਟ, ਜਿਨ੍ਹਾਂ ਦਾ ਨਾਮ ਹੈ ਕੈਮਲਾ ਹੈਰਿਸ। ਕੈਮਲਾ ਹੈਰਿਸ ਜੋ ਹੈ ਉਹ ਰਹੇ US ਦੇ ਵਾਈਸ ਪ੍ਰੈਜ਼ੀਡੈਂਟ। ਠੀਕ ਹੈ ਜੀ, ਫਸਟ ਫੀਮੇਲ ਵਾਈਸ ਪ੍ਰੈਜ਼ੀਡੈਂਟ, ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਲੇਕਿਨ ਕਿੰਨਵੇਂ ਵਾਈਸ ਪ੍ਰੈਜ਼ੀਡੈਂਟ ਹੈ ਇਹ 49th ਵਾਈਸ ਪ੍ਰੈਜ਼ੀਡੈਂਟ ਹੈ। ਠੀਕ ਹੈ ਜੀ, ਸੋ ਇਹ ਹੈਗੇ ਜੀ 46th ਤੇ ਇਹ ਹੈਗੇ 49। ਸੋ ਤੁਸੀਂ ਐ ਨਹੀਂ ਸੋਚਣਾ ਵੀ ਤਿੰਨ ਵਾਈਸ ਪ੍ਰੈਜ਼ੀਡੈਂਟ ਵੱਧ ਕਿਵੇਂ ਬਣ ਗਏ। ਕਈ ਵਾਰੀ ਇੱਕ ਵਾਰੀ ਪਰਸਨ ਜਿਹੜਾ ਹੈ ਉਹ 2 ਵਾਰੀ ਇਲੈਕਟ ਹੋ ਜਾਂਦਾ ਤਾਂ ਉਹਨਾਂ ਨੂੰ ਇੱਕ ਸਿੰਗਲ ਵਾਰੀ ਗਿਣਿਆ ਜਾਂਦਾ। ਸੋ 49th ਰਹੇ ਜੀ ਵਾਈਸ ਪ੍ਰੈਜ਼ੀਡੈਂਟ। ਹੁਣ ਅਗਰ ਆਪਾਂ ਇਹਦੀ ਡਿਟੇਲ ਦੀ ਗੱਲ ਕਰੀਏ, ਆ ਤੁਸੀਂ ਸਾਰਾ ਦੇਖ ਸਕਦੇ ਹੋ, ਆ ਵਾਈਟ ਹਾਊਸ ਹੈ ਜੀ। ਵਾਈਟ ਹਾਊਸ ਦੇ ਵਿੱਚ ਜਿਹੜਾ ਹੈ ਇਹ 20 ਜਨਵਰੀ, ਕਦੋਂ ਸ਼ਪਥ ਗ੍ਰਹਿਣ ਸਮਾਰੋਹ ਹੋਇਆ, 20 ਜਨਵਰੀ ਨੂੰ ਇੱਕ ਸ਼ਪਥ ਗ੍ਰਹਿਣ ਸਮਾਰੋਹ ਹੋਇਆ। ਇਹ ਗੱਲ ਅਲੱਗ ਹੈ ਕਿ ਉਹਦੇ ਵਿੱਚ ਜਿਹੜੇ ਇਹਨਾਂ ਦੇ ਫੋਰਮਰ ਪ੍ਰੈਜ਼ੀਡੈਂਟ ਮਿਸਟਰ ਡੋਨਾਲਡ ਟਰੰਪ ਲਾਸਟ ਟਾਈਮ ਆਪਣੇ ਉਹ ਫੇਮਸ ਪਰਸਨੈਲਿਟੀ ਸੀਗੇ, ਇਸ ਵਾਰੀ ਵੀ ਉਹ ਫੇਮਸ ਪਰਸਨੈਲਿਟੀ ਰਹੇ। ਬਲੀ ਹੀ ਇੱਕ ਪਿਛਲੀ ਵਾਰੀ ਵੀ ਇੱਕ ਬੜੀ ਹੀ ਮਤਲਬ ਜ਼ਬਰਦਸਤ ਗੱਲ ਸੀਗੀ ਕਿ ਉਹਦੇ ਕਰਕੇ ਐਤਕੀ ਵੀ ਉਹੀ ਹੈ ਕਿ 1869 ਤੋਂ ਬਾਅਦ he has become the first president, ਠੀਕ ਹੈ ਜੀ, ਜਿਹੜੇ ਕਿ ਇਸ ਸੈਰੇਮਨੀ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ। ਠੀਕ ਹੈ ਜੀ, ਵੈਸੇ US ਦਾ ਪ੍ਰੋਟੋਕੋਲ ਕੀ ਕਹਿੰਦਾ ਹੈ ਕਿ ਜਿਹੜੇ ਪੁਰਾਣੇ ਪ੍ਰੈਜ਼ੀਡੈਂਟ ਹੁੰਦੇ ਆ ਤੇ ਨਵੇਂ ਪ੍ਰੈਜ਼ੀਡੈਂਟ ਇਲੈਕਟ ਹੋਏ ਉਹ ਇਕੱਠੇ ਆਉਂਦੇ ਆ ਤੇ ਉਹਨਾਂ ਨੂੰ ਪ੍ਰੋਪਰ ਪ੍ਰੋਟੋਕੋਲ ਦੇ ਨਾਲ ਵਾਈਟ ਹਾਊਸ ਚੋਂ ਲਿਜਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਜਿਹੜਾ ਹੈ ਉਹ ਛੱਡ ਕੇ ਆਇਆ ਜਾਂਦਾ ਹੈ। ਲੇਕਿਨ US ਦੇ ਫੋਰਮਰ ਪ੍ਰੈਜ਼ੀਡੈਂਟ 45th ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜੀ ਇੱਕ ਦਿਨ ਪਹਿਲਾਂ ਹੀ ਫਲੋਰੀਡਾ ਦੇ ਵਿੱਚ ਆਪਦੇ ਘਰ ਦੇ ਵਿੱਚ ਚਲੇ ਗਏ। ਸੋ ਜਿਹੜਾ ਹੈ ਇਹ ਪ੍ਰੋਟੋਕੋਲ ਉਹਨਾਂ ਨੇ ਤੋੜਿਆ। 1869 ਤੋਂ ਬਾਅਦ ਇਸ ਤਰ੍ਹਾਂ ਦਾ ਕਰਨ ਵਾਲੇ ਉਹ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਬਣੇ ਹੈ। ਹਾਂ, ਜਿਹੜੇ ਉਹਨਾਂ ਦੇ ਡਿਪਟੀ ਸੀਗੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਉਹ ਜ਼ਰੂਰ ਜਿਹੜੇ ਹੈ ਪੂਰੀ ਸੈਰੇਮਨੀ ਦੇ ਵਿੱਚ ਮੌਜੂਦ ਸੀਗੇ। ਸੋ ਹੁਣ ਅਗਰ ਆਪਾਂ ਥੋੜੀ ਜਿਹੀ ਇਸ ਬਾਰੇ ਗੱਲ ਕਰੀਏ ਕਿ ਕੌਣ ਬਣੇ ਆ ਜੀ 46 ਪ੍ਰੈਜ਼ੀਡੈਂਟ, ਜੋ ਬਾਈਡਨ ਜੀ ਨੂੰ ਸ਼ਪਥ ਕਿੰਨੇ ਦਿਲਾਈ। ਦੇਖੋ ਕੁਐਸਚਨ ਕੁਝ ਵੀ ਬਣ ਸਕਦਾ ਹੈ, ਹੋ ਸਕਦਾ ਹੈ ਬਿਲਕੁਲ ਸਿੰਪਲ ਜਿਹਾ ਕੁਐਸਚਨ ਬਣ ਜੇ ਕਿ 46 ਪ੍ਰੈਜ਼ੀਡੈਂਟ ਕੌਣ ਰਹੇ। ਸੋ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਕਰੰਟ ਅਫੇਅਰ ਸੇਮ ਹੁੰਦੀ ਹੈ, ਡਿਪੈਂਡਿੰਗ ਅਪਨ ਯੂਅਰ ਐਗਜ਼ਾਮ ਡਿਟੇਲ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਸੋ ਜੋ ਬਾਈਡਨ ਜੀ ਨੂੰ ਸ਼ਪਥ ਦਿਲਾਉਂਦੇ ਆ ਜੀ, ਜਾਂ ਜੋ ਵੀ ਪ੍ਰੈਜ਼ੀਡੈਂਟ ਹੁੰਦੇ ਆ ਉਹਨਾਂ ਨੂੰ ਸ਼ਪਥ ਦਿਲਾਉਂਦੇ ਆ ਚੀਫ ਜਸਟਿਸ, ਉਸ ਕੰਟਰੀ ਦੇ ਚੀਫ ਜਸਟਿਸ। ਤੇ ਅਗਰ ਆਪਾਂ ਇਸ ਟਾਈਮ ਦੀ ਗੱਲ ਕਰੀਏ ਕਿਹਨਾਂ ਨੇ ਉਹਨਾਂ ਨੂੰ ਸ਼ਪਥ ਦਿਲਾਈ, ਉਹਨਾਂ ਨੂੰ ਸ਼ਪਥ ਦਿਲਾਈ ਜੌਨ ਰੋਬਰਟਸ ਨੇ। ਜੌਨ ਰੋਬਰਟਸ ਮੀਨਸ ਇਸ ਟਾਈਮ ਜਿਹੜੇ ਚੀਫ ਜਸਟਿਸ ਹੈਗੇ ਆ ਉਹ US ਦੇ, ਉਹ ਕੌਣ ਹੈਗੇ ਆ, ਜੌਨ ਰੋਬਰਟਸ। ਤੇ ਅਗਰ ਆਪਾਂ ਜੋ ਬਾਈਡਨ ਜੀ ਦੀ ਗੱਲ ਕਰੀਏ ਤਾਂ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 46 ਪ੍ਰੈਜ਼ੀਡੈਂਟ ਹੈਗੇ ਆ ਐਂਡ ਹੀ ਇਜ਼ ਦੀ ਓਲਡੈਸਟ ਪ੍ਰੈਜ਼ੀਡੈਂਟ ਇਨ ਦੀ US ਹਿਸਟਰੀ। ਮੀਨਸ ਉਹ 78 ਇਅਰਸ ਦੇ ਜਿਹੜੇ ਹੈ ਇਹ ਪ੍ਰੈਜ਼ੀਡੈਂਟ ਬਣੇ ਆ। ਹੀ ਇਜ਼ ਦੀ ਓਲਡੈਸਟ ਪ੍ਰੈਜ਼ੀਡੈਂਟ ਟੂ ਇਲੈਕਟ ਐਜ਼ ਏ ਓਲਡੈਸਟ ਮੈਨ ਹੂ ਇਲੈਕਟ ਐਜ਼ ਏ ਪ੍ਰੈਜ਼ੀਡੈਂਟ। ਠੀਕ ਹੈ ਜੀ, ਸੋ ਇਹ ਚੀਜ਼ ਹੋ ਗਈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕੈਮਲਾ ਹੈਰਿਸ ਦੀ, ਕੈਮਲਾ ਹੈਰਿਸ, ਸੋ ਇਹਨਾਂ ਬਾਰੇ ਜਿਹੜਾ ਹੈ ਕੁਐਸਚਨ ਆਉਣ ਵਾਲੇ ਐਗਜ਼ਾਮ ਦੇ ਵਿੱਚ ਬਣ ਸਕਦਾ ਹੈ। ਕਿਉਂ? ਸਭ ਤੋਂ ਪਹਿਲਾਂ ਤਾਂ ਅਗਰ ਆਪਾਂ ਗੱਲ ਕਰੀਏ, ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸ਼ੀ ਇਜ਼ ਦੀ 49th ਵਾਈਸ ਪ੍ਰੈਜ਼ੀਡੈਂਟ ਆਫ USA, ਪਹਿਲੀ ਗੱਲ। ਹੁਣ ਇਹਨਾਂ ਬਾਰੇ ਤੁਸੀਂ ਆਹ ਚੀਜ਼ਾਂ ਯਾਦ ਰੱਖਣੀਆਂ। ਪਹਿਲੀ ਚੀਜ਼, ਸ਼ੀ ਇਜ਼ ਦੀ ਫਸਟ ਫੀਮੇਲ ਪ੍ਰੈਜ਼ੀਡੈਂਟ, ਫਸਟ ਫੀਮੇਲ ਵਾਈਸ ਪ੍ਰੈਜ਼ੀਡੈਂਟ। ਠੀਕ ਹੈ ਜੀ, ਫਸਟ ਲਿਖ ਲਓ, ਸ਼ੀ ਇਜ਼ ਦੀ ਫਸਟ ਫੀਮੇਲ ਵਾਈਸ ਪ੍ਰੈਜ਼ੀਡੈਂਟ, ਪਹਿਲੀ ਗੱਲ। ਫਿਰ ਉਸ ਤੋਂ ਬਾਅਦ ਫਸਟ अफ्रीकन अमेरिकन वीमेन वाइस प्रेसिडेंट।
ठीक है। पिछली बारी मैं जो लास्ट क्लास ਦੇ ਵਿੱਚ ਕਰਾਇਆ ਸੀਗਾ, ਕਿਸੇ ਦਾ ਕਮੈਂਟ ਆਇਆ ਕਿ ਸਰ ਅਫਰੀਕਨ ਅਮਰੀਕਨ ਨਹੀਂ, ਸ਼ੀ ਇਜ਼ ਇੰਡੀਅਨ ਅਮਰੀਕਨ। ਦੇਖੋ ਦੋਨੋਂ ਹੀ ਆਨਸਰ ਠੀਕ ਹੈ, ਕਿਉਂਕਿ ਇਹਨਾਂ ਦੇ ਜਿਹੜੇ ਫਾਦਰ ਸੀ ਉਹ ਅਫਰੀਕਨ ਸੀਗੇ। ਸੋ ਸ਼ੀ ਇਜ਼ ਦੀ ਫਸਟ ਅਫਰੀਕਨ ਅਮਰੀਕਨ ਵੀਮਨ ਵਾਈਸ ਪ੍ਰੈਜ਼ੀਡੈਂਟ। ਹੁਣ ਆਪਾਂ ਗੱਲ ਇੰਡੀਆ ਤੇ ਕਰਦੇ ਹਾਂ। she is the first person, देखो मैं मेल या फीमेल नहीं कह रहा, she is the first person from South Asia, from South Asia region to be elected as ਵਾਈਸ ਪ੍ਰੈਜ਼ੀਡੈਂਟ। ਦੇਖੋ ਫਸਟ ਪਰਸਨ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕਿ ਇੰਡੀਅਨ origin ਦੇ ਹੈ, ਸੋ ਸਾਊਥ ਏਸ਼ੀਅਨ ਰੀਜਨ ਦੇ ਇਲੈਕਟ ਹੋਣ ਵਾਲੇ ਜਿਹੜੇ ਪਹਿਲੇ ਪਰਸਨ, ਨੋਟ ਓਨਲੀ ਮੈਨ ਨੋਟ ਓਨਲੀ ਵੀਮੈਨ, ਪਹਿਲੇ ਪਰਸਨ ਜਿਹੜੇ ਹੈ ਉਹ ਐਸ ਪੋਸਟ ਤੇ ਆਉਣ ਵਾਲੇ ਇਹ ਫਸਟ ਬਣੇ ਹੈ। ਸੋ ਕੈਮਲਾ ਹੈਰਿਸ ਜਿਹੜੇ ਹੈ ਇਹ ਕਾਫੀ ਜ਼ਿਆਦਾ ਜਿਹੜੇ ਹੈ ਇਹ ਮਤਲਬ ਇੰਪੋਰਟੈਂਟ ਰਹਿਣਗੇ ਆਉਣ ਵਾਲੇ ਐਗਜ਼ਾਮਸ ਵਾਸਤੇ। ਸੋ ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਲਓ। ਯੂਐਸ ਦੇ 46 ਪ੍ਰੈਜ਼ੀਡੈਂਟ ਤੇ 49th ਵਾਈਸ ਪ੍ਰੈਜ਼ੀਡੈਂਟ, ਕੋਈ ਵੀ ਸਟੇਟਮੈਂਟ ਵਾਲਾ ਕੁਐਸਚਨ ਇਹਨਾਂ ਚੋਂ ਆ ਸਕਦਾ ਹੈ। ਬਾਕੀ ਇਹ ਮੈਂ ਤੁਹਾਨੂੰ ਪਿਛਲੀ ਵਾਰੀ ਕਰਵਾਈ ਚੁੱਕਿਆ, ਜਿਨ੍ਹਾਂ ਨੇ ਪਿਛਲਾ ਲੈਕਚਰ ਨਹੀਂ ਲਗਾਇਆ ਉਹ ਦੇਖ ਲਓ ਕਿ ਉੱਥੇ ਕਿਸ ਤਰ੍ਹਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਹੁੰਦਾ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵ ਦਾ ਕੀ ਕੰਮ ਹੁੰਦਾ ਹੈ, ਸੀਨੇਟ ਦਾ ਕੀ ਕੰਮ ਹੁੰਦਾ ਹੈ, ਕਿਸੇ ਵੀ ਪ੍ਰੈਜ਼ੀਡੈਂਟ ਨੂੰ ਅਗਰ ਜਿਹੜਾ ਇੰਪੀਚ ਕਰਨਾ ਹੋਵੇ ਤਾਂ ਉਹਦਾ ਕੀ ਸਟੈਪ ਰਹਿੰਦਾ ਹੈ, ਕੀ ਪ੍ਰੋਸੀਜਰ ਰਹਿੰਦਾ ਹੈ, ਇਹ ਸਭ ਕੁਝ ਮੈਂ ਤੁਹਾਨੂੰ ਪਿਛਲੇ ਸੰਡੇ ਵਾਲੇ ਲੈਕਚਰ ਦੇ ਵਿੱਚ ਕਰਵਾ ਚੁੱਕਿਆ। ਸੋ ਇਹ ਸੀਗੇ ਜੀ ਆਪਣੇ ਫੇਮਸ ਪਰਸਨੈਲਿਟੀ ਆਫ ਦੀ ਵੀਕ। ਹੁਣ ਆਪਾਂ ਗੱਲ ਕਰਦੇ ਜੀ ਇੰਡੀਅਨ ਆਰਮੀ। ਇੰਡੀਅਨ ਆਰਮੀ ਨਿਊਜ਼ ਦੇ ਵਿੱਚ ਰਹੀ ਇਸ ਪੂਰੇ ਵੀਕ ਦੇ ਵਿੱਚ। ਕਾਫੀ ਸਾਰੇ ਰੀਜ਼ਨ ਸੀਗੇ, ਤਾਂ ਕਰਕੇ ਮੈਂ ਇਹਨਾਂ ਨੂੰ ਇਕੱਠੇ ਲਿਖਿਆ ਹੈ ਕਿ ਤੁਹਾਨੂੰ ਇੱਕੋ ਜਿਹੜਾ ਹੈ ਉਹ ਇੱਕ ਮਤਲਬ ਇੱਕੋ ਹੀ ਟੌਪਿਕ ਦੇ ਵਿੱਚ ਪਤਾ ਲੱਗ ਜਾਏ ਕਿ ਇੰਡੀਅਨ ਆਰਮੀ ਦੀਆਂ ਨਿਊਜ਼ ਕਿਹੜੀਆਂ ਰਹੀਆਂ। ਸਭ ਤੋਂ ਪਹਿਲਾਂ ਤਾਂ ਜੀ ਜਨਵਰੀ 15 ਵੀਕ ਦੀ ਸਟਾਰਟਿੰਗ ਹੋਈ। ਜਨਵਰੀ 15 ਜਿਹੜਾ ਸੀ ਉਹ ਇੰਡੀਅਨ ਆਰਮੀ ਡੇ ਮਨਾਇਆ ਗਿਆ। ਇੰਡੀਅਨ ਆਰਮੀ ਡੇ ਹਰ ਸਾਲ ਜਨਵਰੀ 15 ਨੂੰ ਮਨਾਇਆ ਜਾਂਦਾ ਹੈ। ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਜਨਵਰੀ 15 1949 ਦਿਸ ਵਾਸ ਦੀ ਡੇ ਜਦੋਂ ਇੰਡੀਅਨ ਆਰਮਡ ਫੋਰਸਿਸ ਦਾ ਜਿਹੜਾ ਹੈਂਡਓਵਰ ਹੈ, ਇੰਡੀਅਨ ਆਰਮਡ ਫੋਰਸਿਸ ਦਾ ਹੈਂਡਓਵਰ, ਠੀਕ ਹੈ ਜੀ, ਉਹਨਾਂ ਦੇ ਜਿਹੜੇ ਜਨਰਲ ਬੂਚਰ ਸੀਗੇ, ਠੀਕ ਹੈ, ਸਰ ਬੂਚਰ, ਉਹਨਾਂ ਤੋਂ ਜਿਹੜਾ ਹੈ ਹੈਂਡਓਵਰ ਲਿੱਤਾ। ਕਿਹਨਾਂ ਨੇ ਲਿੱਤਾ? ਜਨਰਲ KM ਕਰੀਅੱਪਾ ਜੀ ਨੇ, ਜਨਰਲ KM ਕਰੀਅੱਪਾ, ਠੀਕ ਹੈ ਜੀ। ਹੁਣ ਮੈਂ ਇਹਨਾਂ ਨੂੰ ਜਨਰਲ ਲਿਖ ਰਿਹਾ, ਲੇਕਿਨ ਬਾਅਦ ਚ ਇਹਨਾਂ ਨੂੰ ਫੀਲਡ ਮਾਰਸ਼ਲ ਦੀ ਉਪਾਧੀ ਦੇ ਦਿੱਤੀ ਗਈ ਸੀ। ਇਸ ਬਾਰੇ ਸਾਰੀ ਗੱਲ ਆਪਾਂ ਲਾਸਟ ਲੈਕਚਰ ਚ ਕਰ ਚੁੱਕੇ ਹਾਂ, ਕਿਉਂਕਿ 14 ਜਨਵਰੀ ਦਾ ਜਿਹੜਾ ਦਿਨ ਹੈ ਉਹ ਆਰਮਡ ਫੋਰਸਿਸ ਵੈਟਰਨ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਜਿਸ ਦਿਨ ਜਨਰਲ KM ਕਰੀਅੱਪਾ ਜਾਂ ਫੀਲਡ ਮਾਰਸ਼ਲ KM ਕਰੀਅੱਪਾ 1953 ਦੇ ਵਿੱਚ ਰਿਟਾਇਰ ਹੋਏ ਸੀਗੇ। ਬਟ ਉਹਨਾਂ ਨਾਲ ਹੀ ਰਿਲੇਟ ਕਰਦਾ ਹੈ ਜਨਵਰੀ 15 1949 ਜਦੋਂ ਜਨਰਲ KM ਕਰੀਅੱਪਾ ਵਾਸ ਬਿਕਮ ਦੀ ਫਸਟ ਕਮਾਂਡਰ ਇਨ ਚੀਫ ਆਫ ਇੰਡੀਅਨ ਆਰਮੀ। ਸੋ ਅਗਰ ਤੁਹਾਨੂੰ ਕੁਐਸਚਨ ਕੋਈ ਪੁੱਛਿਆ ਜਾਵੇ ਕਿ ਇੰਡੀਅਨ ਆਰਮੀ ਦੇ ਜਾਂ ਇੰਡੀਅਨ ਆਰਮਡ ਫੋਰਸਿਸ ਦੇ ਪਹਿਲੇ ਕਮਾਂਡਰ ਇਨ ਚੀਫ ਕੌਣ ਹੈਗੇ ਆ, ਤਾਂ ਨਾਮ ਆਏਗਾ ਜਨਰਲ KM ਕਰੀਅੱਪਾ ਜਾਂ ਫੀਲਡ ਮਾਰਸ਼ਲ KM ਕਰੀਅੱਪਾ। ਸੋ KM ਕਰੀਅੱਪਾ ਜੀ ਦੇ ਜਿਹੜੇ ਹੈ ਉਹਨਾਂ ਨੇ ਹੈਂਡਓਵਰ ਲਿੱਤਾ, ਤਾਂ ਕਰਕੇ ਜਿਹੜਾ ਇੰਡੀਅਨ ਆਰਮੀ ਡੇ ਹੈ ਉਹ ਇਸ ਵਾਰੀ 73rd ਇੰਡੀਅਨ ਆਰਮੀ ਡੇ ਜਿਹੜਾ ਹੈ ਉਹ ਮਨਾਇਆ ਗਿਆ। ਤੇ ਅਗਰ ਮੈਂ ਤੁਹਾਨੂੰ ਇੱਥੇ ਇੱਕ ਕੁਐਸਚਨ ਪੁੱਛਾਂ ਕਿ ਹੂ ਇਜ਼ ਦੀ ਕਰੰਟ ਅਗਰ ਆਪਾਂ ਗੱਲ ਕਰੀਏ, who is the current chief of army staff, who is the current chief of army staff ਦੀ ਅਗਰ ਮੈਂ ਗੱਲ ਕਰਾਂ ਤਾਂ ਫਟਾਫਟ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਕੌਣ ਹੈਗੇ ਆ ਕਰੰਟ ਚੀਫ ਆਫ ਆਰਮੀ ਸਟਾਫ। ਫਟਾਫਟ ਕਮੈਂਟ ਬਾਕਸ ਦੇ ਵਿੱਚ ਲਿਖੋ, ਠੀਕ ਹੈ ਜੀ। ਓਕੇ 5 ਸਕਿੰਟ ਦੇਣਾ ਮੈਂ ਤੁਹਾਨੂੰ, ਠੀਕ ਹੈ। ਲਿਖੋ ਫਟਾਫਟ ਕੌਣ ਹੈਗੇ ਆ ਕਰੰਟ ਚੀਫ ਆਫ ਆਰਮੀ ਸਟਾਫ। ਸੋ ਉਹ ਹੈਗੇ ਆ ਜੀ ਜਨਰਲ ਮਨੋਜ ਮੁਕੁੰਦ ਨਰਾਵਨੇ, ਮਨੋਜ ਮੁਕੁੰਦ ਨਰਾਵਨੇ ਇਹ ਹੈਗੇ ਆ ਜੀ। ਤੇ ਅਗਰ ਮੈਂ ਇੱਕ ਹੋਰ ਕੁਐਸਚਨ ਪੁੱਛਾਂ ਜਿਨ੍ਹਾਂ ਨੇ ਲਿਖਿਆ ਉਹਨਾਂ ਵਾਸਤੇ ਇੱਕ ਹੋਰ ਕੁਐਸਚਨ ਅਗਰ ਮੈਂ ਪੁੱਛਾਂ ਕਿ ਕਿੰਨਵੇਂ ਆਰਮੀ ਚੀਫ ਹੈ, ਅਗਰ ਮੰਨ ਲਓ ਆਪਾਂ ਤਾਂ ਕਹਿਤਾ ਕਿ ਫਸਟ ਕਮਾਂਡਰ ਇਨ ਚੀਫ ਸੀਗੇ ਜਨਰਲ MM ਨਰਾਵਨੇ ਜੀ, ਇਹ ਕਿੰਨਵੇਂ ਚੀਫ ਆਫ ਆਰਮੀ ਸਟਾਫ ਹੈਗੇ ਆ, ਕਿੰਨਵੇਂ ਚੀਫ ਹੈ? ਇਹ ਹੈਗੇ ਆ 28 ਜਿਹੜੇ ਹੈ ਇਹ ਚੀਫ ਆਫ ਆਰਮੀ ਸਟਾਫ ਹੈਗੇ। ਸੋ ਸਿਰਫ ਐਸ ਕਰਕੇ ਨਹੀਂ, ਹੁਣ ਫੇਰ ਆ ਜਾਓ। Indian Army was also in news because of the ASMI pistol। नाम देखो जी, नाम ध्यान नाल देख लो, ASMI, ASMI, ASMI pistol। So what is this ASMI pistol? It is India's first indigenously, जिथे भी दोस्तों indigenously आ जाए ना, indigenous ਹੁੰਦਾ स्वदेशी, ਉਸੇ ਦੇਸ਼ ਦੇ ਵਿੱਚ ਨਿਰਮਿਤ, ਠੀਕ ਹੈ। ਇਹ ਸਿਰਫ ਇੰਡੀਆ ਨਾਲ ਰਿਲੇਟਡ ਨਹੀਂ ਹੁੰਦਾ, ਇੰਡੀਆ ਆ ਗਿਆ। ਇੰਡੀਜੀਨੀਅਸ ਕੀ ਹੁੰਦਾ ਹੈ ਕਿ ਸਵਦੇਸ਼ੀ ਮੀਨਸ ਉਹ ਅਗਰ ਕਿਸੇ ਹੋਰ ਕੰਟਰੀ ਨਾਲ ਇੰਡੀਜੀਨੀਅਸ ਲੱਗਿਆ ਮੀਨਸ ਉਸ ਦੇਸ਼ ਦੇ ਨਾਲ ਰਿਲੇਟਡ। ਸੋ ਇੰਡੀਆ ਦੀ ਪਹਿਲੀ ਸਵਦੇਸ਼ੀ ਡਿਵੈਲਪਡ, ਠੀਕ ਹੈ, ਆਪਣੇ ਆਪ ਆਪਾਂ ਡਿਵੈਲਪ ਕੀਤੀ ਹੈ 9mm ਪਿਸਟਲ। ਸੋ ਆਹ ਪਿਸਟਲ ਤੁਸੀਂ ਦੇਖ ਪਾ ਰਹੇ ਹੋ, ਠੀਕ ਹੈ। ਇਹ
इस तरह की पिस्टल जिहड़ी कि डेवलप की है DRDO ने ते इंडियन आर्मी दी महू बेस्ड इन्फेंट्री स्कूल ने, ठीक है। तो इनू डिजाइन किसने किया, इनू डिजाइन किया लैफ्टिनेंट कर्नल प्रसाद बनसोड़ जिहड़े लैफ्टिनेंट कर्नल है उन्होंने इन्हों जिहड़ा है वो इनोग्रेट नहीं सॉरी जिहड़ा इहदा डिजाइन है वो उन्होंने डिजाइन इहदा किया। सो ये सी जी इंडियन आर्मी की सैकेंड न्यूज़ जिहड़ी की है असमी 9mm पिस्टल विच इज इंडिजीनियसली डेवलप्ड बाय DRDO की है डिफेंस रिसर्च एंड डेवलपमेंट ऑर्गेनाइजेशन। कदों बनिया सी 1 जनवरी 1958। हैडकुआटर हैगे है न्यू दिल्ली दे विच ते करंट जिहड़े चीफ हैगे है वो हैगे है डॉक्टर जी सतीश रेड्डी। तो जिहड़ी चीज़ जिथे जिथे आ जाए ना उनकी डिटेल तुहानूं आनी चाहिए है, उस नाल की है थोड़ी जनरल नॉलेज इन्नी एडवांस होंदी जाएगी ना कि तुसीं कोई भी क्वेश्चन बड़े ईजीली सॉल्व कर पाओगे, ठीक है जी। सो ये सारी चीज़ होगी। दैन अगर आप अगे गल करिए फिर इंडियन आर्मी वाई अगेन इन न्यूज़ बिकॉज ऑफ शक्ति। नाउ वट इज दिस शक्ति इज दी वर्ल्ड्स फर्स्ट, पहला तो सी ना इंडिया दी इंडिजीनियस, दिस इज वर्ल्ड्स फर्स्ट यूनिवर्सल बुलेट प्रूफ जैकेट। यूनिवर्सल मीनस इनू कोई भी यूज कर सकता है, मैन एज वेल एज फीमेल। सो यूनिवर्सल बुलेट प्रूफ जैकेट जिहड़ी है वो पहली बनाई है शक्ति के नाम की। सो इनू इंडिजीनियसली डेवलप किया है इंडियन आर्मी मेजर अनूप मिश्रा जी। सो ये है जी मेजर अनूप मिश्रा लास्ट ईयर भी न्यूज़ दे विच सीगे क्योंकि ये इंडियन आर्मी के काफ़ी अच्छे इनोवेटर हैगे है क्योंकि ये डिफरेंट चीज़ां जिहड़े करते रहते हैं। लास्ट ईयर इन्होंने की किया सीगा, इन्होंने इंडिजीनियसली बुलेट प्रूफ हैलमेट जिहड़ा है वो बनाया सी। तो बुलेट प्रूफ हैलमेट एज वेल एज बुलेट प्रूफ यूनिवर्सल जैकेट शक्ति ते जिहड़ी अगर फुल बॉडी बुलेट प्रूफ जैकेट की गल करिए तो उनका नाम है सर्वत्र। सो बुलेट प्रूफ हैलमेट, बुलेट प्रूफ यूनिवर्सल जैकेट ते बुलेट प्रूफ फुल बॉडी जैकेट ये बनाई है जी इन्होंने डिजाइन की है मेजर अनूप मिश्रा जी ने, ठीक है जी। सो ये तुसीं सारी चीज याद रखनी है। फिर इंडियन आर्मी फिर एक वजह नाल न्यूज़ दे विच सी वो है आर्मी एविएशन कोर्प्स। सो इंडियन आर्मी की एक डिवीजन होंदी है AAC दैट इज आर्मी एविएशन कोर्प्स। इनका मेन काम की होंदा है, इनका मेन काम होंदा है रेस्क्यू करना। रेस्क्यू मीनस मान लो किसी इंडियन आर्मी के जवान नूं किसी ऐसी जगह पर मतलब मीन कि वो दुर्गम कोई स्थल है जिथे व्हीकल नहीं जा सकते या पैदल जाने से बहुत टाइम लग जाएगा, उस जगह पर अगर वो जख्मी हो गया तो फटाफट के बाय एयर जोड़ा है उन्होंने देखो आर्मी लिखिया हुआ इदा के हैलीकॉप्टर के फटाफट उन्होंने जोड़ा है वो रेस्क्यू किया जाता है। या फिर होर भी काफ़ी सारे जो रीजन होंगे है जिथे रेस्क्यू करने की जरूरत पैंती है उत्थे आर्मी एविएशन कोर्प्स का काम आता है। सो हुणे न्यूज़ क्यों है बिकॉज इन्होंने एक डिसीजन लेता है कि वीमेन टू बी इंडक्टेड एज पायलट्स फ्रॉम 2022। ऐसा नहीं है कि हुण तक वीमेन नूं इस डिवीजन दे विच लिता नहीं जाता, लिता जाता है लेकिन सिर्फ ग्राउंड ड्यूटीज वास्ते, ग्राउंड ड्यूटीज वास्ते जिहड़ा है वीमेन नूं लिता जाता है। बट हुण परमानेंटली जिहड़ा है 2022 तो लगातार जिहड़ा है एज ए पायलट भी इन्हां नूं लिता जाएगा। जिवें तुसीं एक मूवी देखी होएगी गुंजन सक्सेना, उहदे विच भी सीगा ना कि जिहड़ा है पहली फीमेल बनी सीगी वो ऐदां दी ही एक जिहड़ी रेस्क्यू दी टीम सीगी या जिहड़ा ऐदां दी एक डिवीजन सीगी जिहदे चों स्टार्टिंग तो ही उन्हां नूं की दिक्कतां आईयां। सो सारा कुछ वो फिल्म दिखाती है गुंजन सक्सेना। सो उस तरह की ये मूवी है उस तरह का ये न्यूज़ है इंडियन आर्मी न्यूज़ फॉर दी आर्मी एविएशन कोर्प्स जिन्हां विच वीमेन नूं लिता जाएगा 2022 दे फॉर दी पायलट ड्यूटीज। ओके अपार्ट फ्रॉम ग्राउंड ड्यूटीज ऑलरेडी लिता जा रही है। फिर एक होर कारण करके इंडियन आर्मी न्यूज़ दे विच सीगी वो सीगी स्विच ड्रोन्स करके, स्विच ड्रोन्स। नाउ व्हाट इज दिस ड्रोन की हुंदा है, ड्रोन हुंदा है UAV कई बार इहदी फुल फॉर्म पूछ लेंदे है। UAV की हुंदा है अनमैंड एरियल व्हीकल, अनमैंड एरियल व्हीकल। तो अनमैंड एरियल व्हीकल ये आजकल बड़ा ट्रेंड इन्हां दा चल रहा है टू बी ब्राउट बाय इंडियन आर्मी आइडिया फोर्ज कंपनी तो 20 मिलियन कोस्ट दे जिहड़े है वो स्विच ड्रोन इदां दे स्विच ड्रोन जिहड़े है वो लैन जा रही है। सो काम की होएगा इन्हां दा, काम होएगा जी इन्हां दा सर्विलांस करना, सर्विलांस, ठीक है जी, सर्विलांस करना इन्हां दा काम होएगा। ऐदां दे स्थल जिथे कि जिहड़े कि दुर्गम हैगे है, जिहड़े कि वातावरण या एनवायरमेंट जिहड़ा है बहुत ही हार्श एनवायरमेंट है जिथे परसन नहीं जा सकते या उत्थे लगातार खड़े नहीं रह सकते, उत्थे जिहड़ा है सर्विलांस करेगा। कौन सर्विलांस करेगा? स्विच ड्रोन जिहड़े है वो सर्विलांस उस जगह ते करनगे। सो इंडियन आर्मी इन न्यूज़ ड्यू टू स्विच ड्रोन। सो इंडियन आर्मी
ਜਿਹੜੇ 5 ਕਾਰਨਾਂ ਕਰਕੇ ਨਿਊਜ਼ ਦੇ ਵਿੱਚ ਸੀਗੀ, ਪੰਜੋਂ ਕਾਰਨ ਤੁਹਾਨੂੰ ਇੱਕੋ ਜਗ੍ਹਾ ਤੇ ਦੱਸਤੇ। ਸੋ ਤੁਸੀਂ ਇਹਨਾਂ ਦੇ ਜਿਹੜੇ ਪ੍ਰੋਪਰ ਨੋਟਸ ਹੈ ਉਹ ਬਣਾ ਲੈਣੇ। ਨੈਕਸਟ ਗੱਲ ਕਰਦੇ ਹਾਂ ਜੀ, ਕੰਟਰੀਜ਼ ਫਸਟ 에ਅਰ ਟੈਕਸੀ ਸਰਵਿਸ। ਵੈਰੀ ਇੰਪੋਰਟੈਂਟ। ਕੰਟਰੀ ਦੀ ਪਹਿਲੀ ਜਿਹੜੀ ਹੈ ਉਹ 에ਅਰ ਟੈਕਸੀ ਸਰਵਿਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਚਲਾਈ ਗਈ ਜੀ ਹਿਸਾਰ, ਚੰਡੀਗੜ੍ਹ, ਹਿਸਾਰ। ਠੀਕ ਹੈ ਜੀ, ਹਿਸਾਰ, ਚੰਡੀਗੜ੍ਹ, ਹਿਸਾਰ ਦੇ ਵਿੱਚ ਇਹ ਚਲਾਈ ਗਈ ਹੈ ਕੰਟਰੀ ਦੀ ਪਹਿਲੀ 에ਅਰ ਟੈਕਸੀ ਸਰਵਿਸ। ਸੋ ਇਹ ਕਿਹਦੇ ਅੰਡਰ ਚਲਾਈ ਗਈ? ਇਹ ਚਲਾਈ ਗਈ ਹੈ ਜੀ RCS ਉਡਾਨ। ਨਾਓ ਵਟ ਇਜ਼ ਦਿਸ RCS ਉਡਾਨ? RCS ਇਜ਼ ਰੀਜਨਲ ਕਨੈਕਟੀਵਿਟੀ ਸਕੀਮ। ਰੀਜਨਲ ਕਨੈਕਟੀਵਿਟੀ ਸਰਵਿਸ ਜਾਂ ਰੀਜਨਲ ਕਨੈਕਟੀਵਿਟੀ ਸਕੀਮ, ਸਰਵਿਸ ਹੀ ਕਹਿ ਸਕਦੇ ਹਾਂ, ਰੀਜਨਲ ਕਨੈਕਟੀਵਿਟੀ ਸਰਵਿਸ। ਤੇ ਉਡਾਨ ਕਿਹੜੀ ਸਰਵਿਸ? ਉਡਾਨ उड़े देश का आम नागरिक। उड़ान की है जी? उड़े देश का आम नागरिक। ਤੇ ਕਿਹੜੀ ਕੰਪਨੀ ਇਹਨੂੰ ਟੈਕਸੀ ਦੇ ਵਿੱਚ ਤੌਰ ਤੇ ਚਲਾਏਗੀ? ਏਵੀਏਸ਼ਨ ਕਨੈਕਟੀਵਿਟੀ ਐਂਡ ਇਨਫਰਾਸਟ੍ਰਕਚਰ ਡਿਵੈਲਪਰਸ ਪ੍ਰਾਈਵੇਟ ਲਿਮਟਿਡ। ਸੋ 1750 ਰੁਪੀਜ਼ 1750 ਰੁਪਏ ਦਾ ਕਿਰਾਇਆ ਹੈ। ਅਗਰ ਤੁਸੀਂ ਜਾਣਾ ਚਾਹੋ ਤਾਂ ਹਿਸਾਰ, ਚੰਡੀਗੜ੍ਹ, ਹਿਸਾਰ ਤੱਕ, ਹਿਸਾਰ ਤੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਹਿਸਾਰ ਜਿਹੜਾ ਹੈ ਉਹ ਜਾਇਆ ਜਾ ਸਕਦਾ ਹੈ। ਤੇ ਐਦਾਂ ਦੀ ਹੀ ਸਕੀਮ ਜਿਹੜੀ ਹੈ ਹੁਣ ਹੋਰ ਵੀ ਜਿਹੜੀਆਂ ਏਅਰਪੋਰਟਸ ਹੈਗੇ ਹੈ ਉੱਥੇ ਸ਼ੁਰੂ ਹੋਏਗੀ। ਈਵਨ ਹਰਿਆਣਾ ਦੀ ਹੀ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਜਿਹੜਾ ਮਿਨਿਸਟਰ ਨੇ ਕਿਹਾ ਕਿ ਜਿਹੜੀ ਇਹ ਸਕੀਮ ਹੈ ਹਿਸਾਰ ਤੋਂ ਚੰਡੀਗੜ੍ਹ ਤਾਂ ਸ਼ੁਰੂ ਹੋ ਚੁੱਕੀ ਹੈ, ਨੈਕਸਟ ਮੰਥ ਤੋਂ ਹਿਸਾਰ ਤੋਂ ਦੇਹਰਾਦੂਨ ਤੱਕ ਵੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ। ਸੋ ਅਗਰ ਆਪਾਂ ਇਹਦੀ ਗੱਲ ਕਰੀਏ ਸੋ ਇਹ ਜਿਹੜੀ ਐਵੀਏਸ਼ਨ ਕਨੈਕਟੀਵਿਟੀ ਐਂਡ ਇਨਫਰਾਸਟ੍ਰਕਚਰ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਹੈ, ਇਹ ਪਹਿਲਾ ਸਟਾਰਟਅਪ ਹੈ ਇੰਡੀਆ ਦਾ, ਪਹਿਲੀ ਸਟਾਰਟਅਪ 에ਅਰਲਾਈਨ ਹੈ ਜਿਹੜੀ ਕੰਟਰੀ ਦੇ ਵਿੱਚ ਅਸਿਸਟ ਕਰੇਗੀ 에ਅਰ ਟੈਕਸੀ ਸਰਵਿਸ ਨੂੰ। ਠੀਕ ਹੈ ਜੀ। ਤੇ ਅਗਰ ਆਪਾਂ ਗੱਲ ਕਰੀਏ ਉਡਾਨ ਦੀ, ਇੱਥੇ ਗੱਲ ਆ ਰਹੀ ਹੈ ਉਡਾਨ। ਨਾਓ ਵਟ ਇਜ਼ ਦਿਸ ਉਡਾਨ? ਉਡਾਨ ਇਜ਼ ਉੜੇ ਦੇਸ਼ ਕਾ ਆਮ ਨਾਗਰਿਕ। ਉਡਾਨ ਦੇ ਤਹਿਤ ਜਦੋਂ ਤੋਂ ਉਡਾਨ ਲਾਂਚ ਹੋਈ ਹੈ, ਹੁਣ ਕਹੋਗੇ ਸਰ ਜਦੋਂ ਤੋਂ ਦਾ ਕੀ ਮਤਲਬ, ਕਦੋਂ ਲਾਂਚ ਹੋਈ ਹੈ ਸਾਨੂੰ ਦੇਖਣਾ ਪਏਗਾ। ਸੋ ਤੁਹਾਡੇ ਤੇ ਨਹੀਂ ਛੱਡਦਾ, ਤੁਸੀਂ ਦੇਖ ਲਓ ਇਹ ਕਦੋਂ ਲਾਂਚ ਹੋਈ ਹੈ। ਇਹ ਲਾਂਚ ਹੋਈ ਹੈ 2016 ਦੇ ਵਿੱਚ। ਮੀਨਸ 2016 ਤੋਂ ਜਦੋਂ ਤੋਂ ਉਡਾਨ ਲਾਂਚ ਹੋਈ ਹੈ ਉਦੋਂ ਤੋਂ ਹੁਣ ਤੱਕ ਕਿੰਨੇ 에ਅਰਪੋਰਟ ਬਣਾਏ ਜਾ ਚੁੱਕੇ ਹੈ? 50 에ਅਰਪੋਰਟਸ। ਠੀਕ ਹੈ, ਸਿਰਫ ਉਡਾਨ ਵਾਸਤੇ, ਯਾਨੀ ਕਿ ਜਿਹੜੇ ਰੀਜਨਲ 에ਅਰਪੋਰਟਸ ਹੈਗੇ ਨਾ, ਜਿਵੇਂ ਕਿ ਬਠਿੰਡਾ ਦਾ 에ਅਰਪੋਰਟ ਹੈ, ਜੰਮੂ ਦਾ 에ਅਰਪੋਰਟ ਹੈ, ਜਿੱਥੇ ਕਿ 에ਅਰਫੋਰਸ ਸਟੇਸ਼ਨ ਤਾਂ ਸੀਗੇ, ਉੱਥੇ ਥੋੜੀ ਜਗ੍ਹਾ ਲੈ ਕੇ ਸਿਵਲ 에ਅਰਪੋਰਟਸ ਬਣਾਏ ਗਏ। 54 에ਅਰਪੋਰਟਸ ਇਦਾਂ ਬਣਾਏ ਗਏ ਹੈ। ਤੇ 54th ਕਿਹੜਾ ਬਣਿਆ? ਇੱਥੇ ਲਿਖ ਦੇਣਾ 54th ਇਦਾਂ ਦਾ 에ਅਰਪੋਰਟ ਕਿਹੜਾ ਬਣਿਆ? ਹਿਸਾਰ, ਜੋ ਤੁਹਾਡੇ ਸਾਹਮਣੇ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਐਸੇ ਤਰ੍ਹਾਂ ਦੇ 5 ਹੈਲੀਪੋਰਟਸ ਬਣਾਏ ਗਏ ਹੈ ਉਡਾਨ ਸਕੀਮ ਦੇ ਅੰਡਰ ਹੀ। 5 ਹੈਲੀਪੋਰਟਸ ਬਣਾਏ ਗਏ ਹੈ। ਠੀਕ ਹੈ। ਤੇ 2 ਜਿਹੜੇ ਐਰੋਡਰੋਮ ਬਣਾਏ ਗਏ ਹੈ, 2 ਐਰੋਡਰੋਮ ਐਸੇ ਕੇਸ ਦੇ ਵਿੱਚ ਉਡਾਨ ਦੇ ਵਿੱਚ ਬਣਾਏ ਗਏ ਹੈ। ਓਕੇ। ਦੈਨ ਅਗਰ ਆਪਾਂ ਗੱਲ ਕਰੀਏ ਹਿਸਾਰ ਦੀ, ਅਗਰ ਮੈਂ ਗੱਲ ਕਰਾਂ, ਇੱਥੇ ਇੱਕ ਗੱਲ ਹੋਰ ਆਈ ਹਿਸਾਰ। ਨਾਓ ਹਿਸਾਰ ਇੱਕ ਸਿਟੀ ਹੈ ਹਰਿਆਣਾ ਦੇ ਵਿੱਚ ਐਂਡ ਇਟ ਇਜ਼ ਦੀ ਇੰਡੀਆਜ਼ ਲਾਰਜੈਸਟ ਗਲਵੇਨਾਈਜ਼ਡ ਆਇਰਨ ਮੈਨੂਫੈਕਚਰਿੰਗ ਸਿਟੀ। ਗਲਵੇਨਾਈਜ਼ਡ ਆਇਰਨ ਜਿਹੜੀਆਂ GI ਹੁੰਦਾ ਨਾ, GI ਪਾਈਪਾਂ ਆਪਾਂ ਕਹਿੰਦੇ ਆ। ਸੋ ਇੱਥੇ ਜਿੰਦਲ ਸਟੇਨਲੈਸ ਵੀ ਹੈ, ਜਿੰਦਲ ਪਾਈਪਸ ਇੰਡਸਟਰੀ ਵੀ ਹੈ। ਸੋ ਇੰਡੀਆ ਦੀ ਲਾਰਜੈਸਟ ਗਲਵੇਨਾਈਜ਼ਡ ਆਇਰਨ ਮੈਨੂਫੈਕਚਰਿੰਗ ਸਿਟੀ ਹੈ ਹਿਸਾਰ। ਹੁਣ ਇੱਥੇ ਮੇਰਾ ਤੁਹਾਡੇ ਤੋਂ ਇੱਕ ਕੁਐਸਚਨ ਹੈ, ਅਗਰ ਤੁਹਾਨੂੰ ਪਤਾ ਹੈ ਤਾਂ ਫਟਾਫਟ ਕਮੈਂਟ ਬਾਕਸ ਵਿੱਚ ਲਿਖੋ। ਤੁਹਾਨੂੰ ਅਗਰ ਕੁਐਸਚਨ ਆਵੇ ਕਿ ਪੂਰੇ ਈਅਰ ਦੇ ਵਿੱਚ ਉਡਾਨ ਡੇ ਇਹ ਕਿਹੜਾ ਦਿਵਸ, ਕਿਹੜਾ ਦਿਨ ਹੁੰਦਾ ਹੈ ਜਿਸ ਦਿਨ ਆਪਾਂ ਉਡਾਨ ਦਿਵਸ ਦੇ ਰੂਪ ਨਾਲ ਮਨਾਉਂਦੇ ਹਾਂ। ਉਡਾਨ ਕੀ ਹੈ ਮੈਂ ਤੁਹਾਨੂੰ ਦੱਸ ਦਿੱਤਾ, ਉੜੇ ਦੇਸ਼ ਕਾ ਆਮ ਨਾਗਰਿਕ। ਸੋ ਇਹਦਾ ਅਗਰ ਡੇ ਮਨਾਉਂਦੇ ਹੈ ਤਾਂ ਉਹ ਕਿਹੜੇ ਸਾਲ ਗਵਰਨਮੈਂਟ, ਕਿਹੜੇ ਸਾਲ ਦੇ ਕਿਹੜੇ ਦਿਨ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹ ਮਨਾਉਂਦੀ ਹੈ। ਸੋ ਇਹਦਾ ਜਵਾਬ ਆਏਗਾ ਜੀ, ਪਤਾ ਕਿਸੇ ਨੂੰ ਜਵਾਬ? ਇਹਦਾ ਜਵਾਬ ਆਏਗਾ 21 ਅਕਤੂਬਰ। 21 ਅਕਤੂਬਰ ਆਏਗਾ ਉਡਾਨ ਦਿਵਸ। ਠੀਕ ਹੈ ਜੀ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਇੰਪੋਰਟੈਂਟ ਚੀਜ਼ ਹੈ ਵਰਲਡਸ ओल्डेस्ट एनिमल केव पेंटिंग। ठीक है जी, वर्ल्ड दी सब तो पुरानी एनिमल केव पेंटिंग। सो ये जियोग्राफी का क्वेश्चन भी हो सकता है, हिस्ट्री का क्वेश्चन भी हो सकता है, बट इत्थे आपां गल कर रहे हैं करंट अफेयर्स दी। सो वर्ल्ड दी ओल्डेस्ट एनिमल केव लभी गई है। ठीक है, केव पेंटिंग लभी गई है, वो पेंटिंग आ तुहाडे सामने है, इदां दी पेंटिंग है। सो इहनूं किन्ना ने लभ्या? ओबवियस जी गल है, आर्कियोलॉजिस्ट ही लभणगे, है ना, फाउंड बाय आर्कियोलॉजिस्ट। सो लोकेशन सब तो इंपॉर्टेंट है दी लोकेशन, केड़ी जगह है ये? लाइमस्टोन केव ऑफ इंडोनेशिया। ठीक है, होर इन्हां दी और भी जगह का नाम दिता है लियांग टेडोनिंग। सो बट तुसीं इन्ना याद रख लो कि लाइमस्टोन केव ऑफ
इंडोनेशिया। इत्थे इहनूं फाइंड किया गया है ते ये पेंटिंग किंदी है, ये पेंटिंग है सुलावेसी पार्टी पिग दी। सो ये पिग है ना एक सूअर दी फॉर्म दे विच है, सुलावेसी पार्टी पिग, ते इहनूं पब्लिश किया है किहड़े जर्नल दे विच, साइंस एडवांसिस जर्नल दे विच ही पब्लिश होएगा ना। कोई नवीं रिसर्च होंदी है, कोई नवीं खोजबीन होंदी है तो एक साइंस के जर्नल्स होंदे है, ठीक है, साइंस दी लेटेस्ट किताबां होंदियां उन्होंने जर्नल्स कहते हैं, उहदे विच है ते उहदा की नाम है साइंस एडवांसिस। ते अगर इहनूं आपां कहिए कि किन्नी पुरानी है, आपां कहदा वर्ल्ड दी ओल्डेस्ट मीनस किन्नी पुरानी, ये है 45,500 साल पुरानी। 45,500 साल पुरानी जिहड़ी पेंटिंग है वो लभी गई है इंडोनेशिया दे लाइमस्टोन केव दे विच, ते वो पेंटिंग है सुलावेसी वार्टी पिग दी। सो अगर तुसीं इत्थे क्वेश्चन होर पूछ सकते हो कि सर ऐसा मतलब पहला कोई भी नहीं सीगी, पहला किन्ने साल पुरानी सीगी, तो अगर आपां गल करिए पहला वो पेंटिंग मतलब जिहड़ी सीगी वो 43,900 ईयर पुरानी सी, ऐसे ही पिग दी, ठीक है, 43,900 ईयर पुरानी, जिहदे च डिपिक्ट किया गया सी यही पिग सुलावेसी वार्टी पिग प्लस ह्यूमन उनका शिकार करता होया, ठीक है जी। वो पेंटिंग सीगी जिहड़ी कि 43,900 साल पुरानी सीगी। बट हुण जिहड़ी पेंटिंग है वो सिर्फ एज पिग दी पेंटिंग है, सुलावेसी वार्टी पिग दी, ते जिहड़ी कि 45,500 साल पुरानी है। लोकेशन है इंडोनेशिया। सो क्वेश्चन वन लाइनर भी बन सकता है कि सब तो पुरानी पेंटिंग कित्थे लभी गई है, आंसर विल बी इंडोनेशिया। क्वेश्चन स्टेटमेंट वाला भी बन सकता है कि बेस्ड ऑन दी फाइंडिंग बाय आर्कियोलॉजिस्ट ऑफ द वर्ल्ड ओल्डेस्ट केव पेंटिंग विच ऑफ द फॉलोइंग स्टेटमेंट आर ट्रू, ठीक है जी। तो उनके विच एक दो चीज़ां लिखियां हो सकती हैं। सो आ सारी डिटेल तुहानूं आनी चाहिए। नेक्स्ट है जी सोमनाथ टैंपल। नाउ सोमनाथ टैंपल क्यों न्यूज़ दे विच है, सोमनाथ टैंपल की न्यूज़ दे विच आने का कारण है सोमनाथ टैंपल ट्रस्ट, जिवें कि मैं हैडलाइंस दे विच भी लिखिया सीगा कि आपां की पढ़ रहे हैं, सोमनाथ टैंपल ट्रस्ट। सो टैंपल ट्रस्ट आपां क्यों पढ़ रहे हैं, क्योंकि उन्हां दा नवां प्रेजिडेंट जिहड़े है वो बनाए गए है श्री सोमनाथ। पहला तो उनका नाम पढ़ लो तुसीं, नाम की है श्री सोमनाथ ट्रस्ट, टैंपल भी विच नहीं आता, श्री सोमनाथ ट्रस्ट, ठीक है जी। ये जिहड़ा ट्रस्ट है ये तकरीबन 6 मैंबर्स का ट्रस्ट है, ते इन्हां दे मैंबर्स चों एक रिनोन्ड फिगर भी हैगे है श्री लाल कृष्ण अडवाणी जी, ठीक है जी, वो भी इन्हां दे मैंबर हैगे है। बट रीसेंट की ऐसे वीक दे विच जिहड़ा है इहदे नवे प्रेजिडेंट बनाए गए हैं। कौन बनाए गए हैं, प्रधानमंत्री श्री नरेंद्र मोदी जी, ठीक है। सो ओबवियसली अगर किसी ट्रस्ट का, अगर किसी ऑर्गेनाइजेशन का प्रेजिडेंट ही पीएम मोदी जी को बनाया गया है या पीएम ऑफ इंडिया को बनाया गया है तो आपदे लोकेशन है वो बहुत ज़्यादा इंपोर्टेंट हो जाती है, ठीक है। सो लेकिन क्यों बनाया गया, इस तो पहला कौन सीगे ये भी आपको पता होना चाहिए है। ये पोस्ट जिहड़ी है ये खाली पई सी जदों दा केशव भाई पटेल जिहड़े कि इहदे फॉर्मर प्रेजिडेंट सीगे ते फॉर्मर सीएम ऑफ गुजरात भी सीगे, फॉर्मर सीएम ऑफ गुजरात, वो ईयर 2004 तो लगातार इस ट्रस्ट के प्रेजिडेंट सीगे। बट इन्हां दी डेथ तो बाद ये पोस्ट जिहड़ी है खाली पई सीगी पिछले काफ़ी दिनों तो, दैन जिहड़ा है इन्हां नूं हुण पीएम मोदी जी नूं चुनिया गया है एज ए प्रेजिडेंट के तौर पर। समझ गए जी, ये चीज़ तो होगी। एक सिंपल क्वेश्चन बनेगा कि सोमनाथ टैंपल ट्रस्ट के प्रेजिडेंट कौन बने हैं, ठीक है, 4 ऑप्शन दिते होंगे, आंसर आएगा पीएम मोदी जी। बट उस नाल की हुंदा है ये टैंपल भी जिहड़ा है मोस्ट इंपोर्टेंट हो जाता है। किस तरह, अगर आप टैंपल दे सिर्फ दो पॉइंट ही मैं लिखवाऊंगा सब तो इंपोर्टेंट। पहला पॉइंट टैंपल का पहला पॉइंट ये है कि दिस इज दी वन ऑफ दी 12 ज्योतिर्लिंग्स इन इंडिया, या मतलब जिन्हें भी भगवान शिव के 12 ज्योतिर्लिंग है, वैसे 36 है, लेकिन अगर आप मेजर अगर आप एज पर हिंदू परंपरा समझिए तो 12 ज्योतिर्लिंग है जिहड़े मोस्ट इंपोर्टेंट हैगे है, जिहड़े सब तो जिहड़े सैक्रेड या जिवें कह लो कि सब तो जिहड़े शुद्ध जिहड़े रूप हैगे है उन्हां दे ज्योतिर्लिंग दे। सो वो हैगे जी 12, वन ऑफ दी 12 ज्योतिर्लिंग्स ऑफ लॉर्ड शिवा,
लॉर्ड शिवा दे 12 ज्योतिर्लिंग। ठीक है, सो ਇਹਦੇ ਪਿੱਛੇ ਇੱਕ ਸਟੋਰੀ ਹੈ, ਲੇਕਿਨ ਅਗਰ ਇੱਥੇ ਸੁਣਾਉਂਗਾ ਤਾਂ ਥੋੜਾ ਟਾਈਮ ਜ਼ਿਆਦਾ ਲੱਗ ਜਾਏਗਾ। ਅਕੋਰਡਿੰਗ ਟੂ ਸ਼ਿਵ ਪੁਰਾਣ ਜਿਹੜੀ ਹੈ ਇਹ ਸਟੋਰੀ ਹੈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਇੱਕ ਵਾਰੀ ਉਹਨਾਂ ਦੇ ਵਿੱਚ ਇਹ ਲੱਗਿਆ ਕਿ ਦੁਨੀਆ ਜਿਹੜੀ ਹੈ ਉਹ ਟੋਟਲ ਕਿੰਨੀ ਹੈਗੀ ਹੈ। ਸੋ ਉਹਦੇ ਵਿੱਚ ਉਹ ਕਹਾਣੀ ਤੁਸੀਂ ਪੜ੍ਹ ਸਕਦੇ ਹੋ, ਮੈਂ ਡਿਟੇਲ ਦੇ ਵਿੱਚ ਵੈਸਾ ਦੱਸ ਸਕਦਾ ਪਰ ਟਾਈਮ ਜ਼ਿਆਦਾ ਲੱਗ ਜਾਏਗਾ। ਸੋ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਭਗਵਾਨ ਸ਼ਿਵ ਨੇ ਆਪਦੀਆਂ ਅੱਖਾਂ ਚੋਂ ਕੁਝ ਕਿਰਨਾਂ ਜਿਹੜੀਆਂ ਹੈ ਜੋਤੀ ਦੇ ਰੂਪ ਦੇ ਵਿੱਚ ਜਗ੍ਹਾ ਜਗ੍ਹਾ ਤੇ ਭੇਜੀਆਂ। ਸੋ ਉਹ ਜਿਹੜੀਆਂ 12 ਜਗ੍ਹਾ ਤੇ ਉਹ ਆਈਆਂ, ਉਹਨਾਂ ਨੂੰ 12 ज्योतिर्लिंग ਜਿਹੜਾ ਹੈ ਉਹ ਕਹਿੰਦੇ ਹੈ। ਠੀਕ ਹੈ, ਤੇ ਦੂਸਰਾ ਇਹ ਜਿਹੜਾ ਟੈਂਪਲ ਹੈ ਇਹ ਚਾਲੁਕਿਆ ਸਟਾਈਲ ਆਫ ਟੈਂਪਲ ਹੈ। ਕਿਹੜਾ ਸਟਾਈਲ ਹੈ ਟੈਂਪਲ ਦਾ? ਚਾਲੁਕਿਆ ਸਟਾਈਲ ਆਫ ਟੈਂਪਲ ਹੈ। ਹੁਣ ਇੱਥੇ ਮੈਂ ਇੱਕ ਚੀਜ਼ ਤਾਂ ਦੱਸ ਸਕਦਾ ਸਟਾਈਲ ਹੈ, ਇੱਥੇ ਇੱਕ ਚੀਜ਼ ਦੱਸ ਸਕਦਾ ਵੀ ਚਲੋ ਸਟੋਰੀ ਸੁਣਾਉਣ ਦੀ ਗੱਲ ਤਾਂ ਬਾਅਦ ਚ ਹੈ। 12 ज्योतिर्लिंग ਹੈ, ਇਟ ਮੀਨਸ ਕਿ ਤੁਹਾਨੂੰ 12 ਦੇ 12 ਬਿਲਕੁਲ ਆਣੇ ਚਾਹੀਦੇ ਹੈ। ਅਗਰ ਸੋਮਨਾਥ ਟੈਂਪਲ if Somnath temple is in news then you must know the other 11 ज्योतिर्लिंग also। so क्यों ना ਉਹਨਾਂ ਦੇ ਵਰਚੁਅਲ ਦਰਸ਼ਨ ਕੀਤੇ ਜਾਣ, ਰੈਡੀ ਹੋ? ਚਲੋ ਫਿਰ ਆਪਾਂ ਵਰਚੁਅਲ ਦਰਸ਼ਨ ਕਰਦੇ ਹਾਂ ਬਾਕੀ ਦੇ ਯਾਨੀ ਕਿ ਸਾਰੇ ਦੇ ਸਾਰੇ 12 ज्योतिर्लिंग ਦੇ। ਸੋ ਉਹ ਹੈਗੇ ਆ ਜੀ ਲੋਰਡ ਸ਼ਿਵਾਸ 12 ज्योतिर्लिंग। ਪਹਿਲਾ ਨੇਮ ਹੈ ਜੀ ਕੇਦਾਰਨਾਥ ਟੈਂਪਲ। ਕਿੱਥੇ ਹੈ ਕੇਦਾਰਨਾਥ ਟੈਂਪਲ? ਰੁद्रप्रयाग ਡਿਸਟ੍ਰਿਕਟ ਉੱਤਰਾਖੰਡ ਦੇ ਵਿੱਚ। ਸੋ ਦੇਖੋ ਜੀ ਆ ਕੇਦਾਰਨਾਥ, ਆਸੇ ਪਾਸੇ ਸਾਰੀ ਬਰਫ਼ ਹੀ ਬਰਫ਼। ਸੋ ਕੇਦਾਰਨਾਥ ਟੈਂਪਲ ਦੀ ਅਗਰ ਆਪਾਂ ਗੱਲ ਕਰੀਏ ਸੋ ਦਿਸ ਇਜ਼ ਦੀ ਵਨ ਆਫ ਦੀ ਪਲੇਸ ਆਫ ਛੋਟਾ ਚਾਰ ਧਾਮ। ਦੇਖੋ ਇੰਡੀਆ ਦੇ ਵਿੱਚ ਨਾ ਦੋ ਤਰ੍ਹਾਂ ਦੇ ਚਾਰ ਧਾਮ ਹੁੰਦੇ ਹੈ, ਕਈ ਵਾਰੀ ਕਹਿੰਦੇ ਨਾ ਕਿ ਚਾਰ ਧਾਮ ਦੀ ਯਾਤਰਾ ਤੇ ਜਾਣਾ ਹੈ। ਸੋ ਦੋ ਤਰ੍ਹਾਂ ਦੇ ਚਾਰ ਧਾਮ ਹੁੰਦੇ ਹੈ, ਛੋਟਾ ਚਾਰ ਧਾਮ ਤੇ ਬੜਾ ਚਾਰ ਧਾਮ। ਸੋ ਛੋਟਾ ਚਾਰ ਧਾਮ ਚਾਰੋਂ ਦੇ ਚਾਰੋਂ ਉੱਤਰਾਖੰਡ ਦੇ ਵਿੱਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮਨੋਤਰੀ। ਸੋ ਜਦੋਂ ਵੀ ਤੁਸੀਂ ਹਰਿਦੁਆਰ, ਰਿਸ਼ੀਕੇਸ਼ ਵਗੈਰਾ ਜਾਂਦੇ ਹੋ ਉਹਦੇ ਜਗ੍ਹਾ ਜਗ੍ਹਾ ਲਿਖਿਆ ਹੁੰਦਾ ਚਾਰ ਧਾਮ ਯਾਤਰਾ, ਹੈ ਨਾ। ਸੋ ਉਹਦੇ ਚ ਹੁੰਦਾ ਹੈ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮਨੋਤਰੀ, ਇਹ ਚਾਰ ਹੁੰਦੇ ਆ। ਅਗਰ ਆਪਾਂ ਪੂਰੇ ਬੜਾ ਚਾਰ ਧਾਮ ਦੀ ਗੱਲ ਕਰੀਏ ਤਾਂ ਇੰਡੀਆ ਦੇ ਚਾਰੋਂ ਕੋਨੇ, ਇੱਕ ਪਾਸੋਂ ਨੌਰਥ ਦੇ ਵਿੱਚ ਬਦਰੀਨਾਥ, ਈਸਟ ਦੇ ਵਿੱਚ ਪੁਰੀ ਤੇ ਸਾਊਥ ਦੇ ਵਿੱਚ ਰਾਮੇਸ਼ਵਰਮ ਦੈਟ ਇਜ਼ ਤਮਿਲਨਾਡੂ ਤੇ ਵੈਸਟ ਦੇ ਵਿੱਚ ਦਵਾਰਕਾ ਗੁਜਰਾਤ। ਸੋ ਬਦਰੀਨਾਥ, ਪੁਰੀ, ਰਾਮੇਸ਼ਵਰਮ ਤੇ ਦਵਾਰਕਾ ਇਹ ਹੈਗੀ ਹੈ ਬੜਾ ਚਾਰ ਧਾਮ ਤੇ ਇਹ ਹੈਗੀ ਹੈ ਛੋਟਾ ਚਾਰ ਧਾਮ। ਸੋ ਪਹਿਲਾ ज्योतिर्लिंग ਕੀ ਹੈ ਜੀ? ਕੇਦਾਰਨਾਥ ਟੈਂਪਲ। ਸੈਕਿੰਡ ज्योतिर्लिंग ਹੈ ਕਾਸ਼ੀ ਵਿਸ਼ਵਨਾਥ, ਕਾਸ਼ੀ ਵਿਸ਼ਵਨਾਥ ਟੈਂਪਲ। ਸੋ ਜਿੱਥੋਂ ਪੀਐਮ ਮੋਦੀ ਜੀ ਜਿਹੜੀ ਹੈ ਉਹ ਮੈਂਬਰ ਆਫ ਪਾਰਲੀਮੈਂਟ ਹੈਗੀ ਹੈ। ਵਾਰਾਣਸੀ, ਉੱਤਰ ਪ੍ਰਦੇਸ਼, ਗੰਗਾ ਰਿਵਰ ਤੇ ਕਿੰਨੇ ਰੀਕਨਸਟਰਕਟ ਕਰਵਾਇਆ ਸੀਗਾ? ਇੰਦੌਰ ਦੀ ਕੁਈਨ ਅਹਿਲਿਆ ਬਾਈ ਹੋਲਕਰ, ਇਹਨਾਂ ਨੇ ਇਹਨੂੰ ਰੀਕਨਸਟਰਕਟ ਜਿਹੜਾ ਹੈ ਉਹ ਕਰਵਾਇਆ ਸੀਗਾ। ਕਾਸ਼ੀ ਵਿਸ਼ਵਨਾਥ ਟੈਂਪਲ ਸੈਕਿੰਡ ज्योतिर्लिंग। ਫਿਰ ਹੈਗੀ ਹੈ ਜੀ ਬੈਦਿਆਨਾਥ। ਬੈਦਿਆਨਾਥ ਟੈਂਪਲ ਕਿੱਥੇ ਹੈ? ਦੇਵਗੜ੍ਹ, ਝਾਰਖੰਡ ਦੇ ਵਿੱਚ। ਫਿਰ ਹੈ ਜੀ ਬ੍ਰਹਮਾ ਮਲਿਕਾ ਅਰਜੁਨ ਟੈਂਪਲ, ਇਹ ਹੈ ਸ਼੍ਰੀ ਸੈਲਮ, ਆਂਧਰਾ ਪ੍ਰਦੇਸ਼ ਦੇ ਵਿੱਚ। ਫਿਰ ਹੈ ਰਾਮਾਨਾਥਾ ਸਵਾਮੀ ਟੈਂਪਲ। ਰਾਮਾਨਾਥਾ ਸਵਾਮੀ ਟੈਂਪਲ ਹੈ ਰਾਮੇਸ਼ਵਰਮ, ਤਮਿਲਨਾਡੂ ਦੇ ਵਿੱਚ। ਰਾਮੇਸ਼ਵਰਮ, ਠੀਕ ਹੈ। ਸੋ ਰਾਮੇਸ਼ਵਰਮ ਜਿਹੜਾ ਲਾਸਟ ਜਿੱਥੇ ਤੁਹਾਨੂੰ ਅਗਰ ਤੁਸੀਂ ਰਮਾਇਣਾ ਜ਼ਰੂਰ ਆਈ ਨੋ ਤੁਸੀਂ ਦੇਖੀ ਹੋਏਗੀ, ਰਮਾਇਣ ਦੇ ਵਿੱਚ ਜਦੋਂ ਲੰਕਾ ਦੀ ਤਰਫ ਚੜ੍ਹਾਈ ਕਰਨ ਲੱਗਦੇ ਹੈ ਤਾਂ ਸਮੁੰਦਰ ਦੇ ਵਿੱਚ ਜਿਹੜੇ ਸ਼ਿਵਲਿੰਗ, ਸਮੁੰਦਰ ਦੇ ਕੋਨੇ ਤੇ ਸ਼ਿਵਲਿੰਗ ਦੀ ਤਪੱਸਿਆ ਕੀਤੀ ਜਾਂਦੀ ਹੈ ਜਾਂ ਜਿਹੜਾ ਭਗਵਾਨ ਸ਼ਿਵ ਦੀ ਜਿਹੜੀ ਹੈ ਉਹ ਪੂਜਾ ਕੀਤੀ ਜਾਂਦੀ ਹੈ ਰਾਮ ਜੀ ਦੇ ਦੁਆਰਾ। ਸੋ ਉੱਥੇ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਇਸ ਨੂੰ ਜਿਹੜਾ ਇਹ ज्योतिर्लिंग ਜਿਹੜਾ ਹੈ ਇਹ ਰਾਮੇਸ਼ਵਰਮ ਦੇ ਰੂਪ ਦੇ ਨਾਲ ਜਾਣਿਆ ਜਾਊਗਾ। ਰਾਮ ਪਲੱਸ ਈਸ਼ਵਰਮ ਮਤਲਬ ਰਾਮ ਦੇ ਭਗਵਾਨ। ਰਾਮੇਸ਼ਵਰਮ, ਤਮਿਲਨਾਡੂ, ਠੀਕ ਹੈ ਜੀ। ਦੈਨ ਗ੍ਰੀਨੇਸ਼ਵਰ ਟੈਂਪਲ। ਗ੍ਰੀਨੇਸ਼ਵਰ ਟੈਂਪਲ ਹੈ ਜੀ ਐਲੋਰਾ ਕੇਵਸ ਦੇ ਨਜ਼ਦੀਕ, ਮਹਾਰਾਸ਼ਟਰ ਦੇ ਵਿੱਚ। त्रिम्बकेश्वर ਟੈਂਪਲ। त्रिम्बकेश्वर ਟੈਂਪਲ ओरिजिन है गोदावरी रिवर ਦਾ, गोदावरी रिवर ਨਿਕਲਦੀ ਹੈ ਇੱਥੋਂ, ਇਹ ਹੈ ਨਾਸਿਕ, ਮਹਾਰਾਸ਼ਟਰ ਦੇ ਵਿੱਚ। ਫਿਰ ਹੈ ਭੀਮਾ ਸ਼ੰਕਰ ਟੈਂਪਲ। ਭੀਮਾ ਸ਼ੰਕਰ ਟੈਂਪਲ ਹੈ ਪੁਣੇ, ਮਹਾਰਾਸ਼ਟਰ ਦੇ ਵਿੱਚ। ਇੱਥੇ ਕਿਹੜੀ ਰਿਵਰ ਨਿਕਲਦੀ ਹੈ? ਭੀਮਾ ਰਿਵਰ। ਸੋ ਫੋਟੋਆਂ ਵੀ ਤੁਸੀਂ ਨਾਲ ਨਾਲ ਦੇਖ ਸਕਦੇ ਹੋ। ਫਿਰ ਹੈ ਜੀ ਨਾਗੇਸ਼ਵਰ ਟੈਂਪਲ। ਨਾਗੇਸ਼ਵਰ ਟੈਂਪਲ ਹੈ ਜਾਮਨਗਰ, ਜਿੱਥੋਂ ਦੀ ਰਿਫਾਈਨਰੀ ਬੜੀ ਫੇਮਸ ਹੈ, ਜਾਮਨਗਰ, ਗੁਜਰਾਤ, ਨਾਗੇਸ਼ਵਰ ਟੈਂਪਲ। ਫਿਰ ਸੋਮਨਾਥ, ਸੋਮਨਾਥ ਆਪਾਂ ਕਰ ਹੀ ਦਿੱਤਾ, ਗਿਰ ਸੋਮਨਾਥ ਡਿਸਟ੍ਰਿਕਟ, ਗੁਜਰਾਤ ਦੇ ਵਿੱਚ। ਫਿਰ ਓਮਕਰੇਸ਼ਵਰ ਟੈਂਪਲ। ਓਮਕਰੇਸ਼ਵਰ ਹੈ ਮੱਧ ਪ੍ਰਦੇਸ਼, ਨਰਮਦਾ ਨਦੀ ਦੇ ਕਿਨਾਰੇ, ਠੀਕ ਹੈ ਜੀ। ਸੋ ਜਿਹੜਾ ਹੈ ਸੋਮਨਾਥ ਟੈਂਪਲ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ 1027 ਜਿਹੜੀ ਏਡੀ ਦੇ ਵਿੱਚ ਮਹਿਮੂਦ ਆਫ ਗਜਨੀ ਨੇ ਇੱਥੇ ਜਿਹੜਾ 17 ਵਾਰੀ ਆਕਰਮਣ ਜਿਹੜਾ ਹੈ ਉਹ ਕੀਤਾ ਸੀਗਾ, ਜਿੰਦੇ ਵਿੱਚ ਉਹਨੇ ਕਾਫੀ ਜਿਹੜਾ ਸੋਨਾ ਵਗੈਰਾ ਹੈ ਉਹ ਲੁੱਟ ਕੇ ਲੈ ਜਾਂਦਾ ਸੀ ਹਰ ਵਾਰੀ। ਫਿਰ ਹੈ ਜੀ ਮਹਾਕਲੇਸ਼ਵਰ ਟੈਂਪਲ। ਮਹਾਕਲੇਸ਼ਵਰ ਟੈਂਪਲ ਹੈ ਉਜੈਨ, ਮੱਧ ਪ੍ਰਦੇਸ਼ ਦੇ ਵਿੱਚ। ਸੋ ਸਿਚੁਏਟਿਡ ਔਨ ਦੀ ਬੈਂਕ ਆਫ ਰਿਵਰ ਸ਼ਿਪਰਾ, ਵਨ ਆਫ ਦੀ 4 ਵੈਨਿਊਜ਼ ਆਫ ਕੁੰਭ ਮੇਲਾ। ਸੋ ਜਿਹੜਾ ਹੈ ਇਹ ਹੈ ਉਜੈਨ ਦਾ ਮਹਾਕਲੇਸ਼ਵਰ ਟੈਂਪਲ, ਠੀਕ ਹੈ ਜੀ। ਸੋ ਇਹ ਸੀਗੇ ਦੋਸਤੋ ਆਪਣੇ 12 ਦੇ 12 ਜਿਹੜੇ ज्योतिर्लिंग ਭਗਵਾਨ ਸ਼ਿਵ ਦੇ। ਸੋ ਆਈ ਹੋਪ ਜੇ ਵਧੀਆ ਲੱਗਿਆ ਤਾਂ ਕਮੈਂਟ ਬਾਕਸ ਦੇ ਵਿੱਚ ਲਾਈਕ ਇੱਕ ਬਣਦਾ ਹੈ, ਠੀਕ ਹੈ, ਅਗਰ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਤਾਂ। ਤੇ ਪਲੀਜ਼ ਅਗਰ ਵਧੀਆ ਲੱਗੀ ਹੈ ਤਾਂ ਇਹਨੂੰ ਸ਼ੇਅਰ ਜਿਹੜਾ ਹੈ ਉਹ ਜ਼ਰੂਰ ਕਰੋ। ਨੈਕਸਟ ਆਪਣੀ ਜਿਹੜੀ ਅੱਜ ਦੀ ਬ੍ਰੇਕਿੰਗ ਨਿਊਜ਼ ਜਾਂ ਜਿਹੜਾ ਇਹ ਇਸ ਵੀਕ ਦਾ ਬਰਨਿੰਗ ਇਸ਼ੂ ਰਿਹਾ ਉਹ ਰਿਹਾ ਇੰਡੀਆ ਇਨੋਵੇਸ਼ਨ ਇੰਡੈਕਸ।
नाउ व्हाट इज दिस इनोवेशन, इनोवेशन की होंदा है, इनोवेशन आ देखो दिमाग की बत्ती जला दे है ना, सो आ इनोवेशन, इनोवेशन मीनस कोई नवी खोज जो तुसी करते हो, कोई नवी चीज़ तुसी इजाद करते हो जिहड़ी चीज़ हजे तक जिहड़ी है वो लोकां नूं दिक्कत आ रही है या हजे तक जिहड़ी है वो दुनिया दे विच नहीं बनी, तुसी इदां दी कोई चीज़ इजाद करते हो तो उहनूं इनोवेशन कहंदे हैं। उदां दी जिहड़ी इनोवेशन है फिर तुसी आपदे नाम ते ट्रेडमार्क या आपदे नाम ते कॉपीराइट जिहड़ा है वो करवा सकते हो, ठीक है। वो उस चीज़ नूं कौन देखदा है, उस चीज़ ਨੂੰ देखदा WIPO वर्ल्ड इंटलैक्चुअल प्रॉपर्टी ऑर्गेनाइजेशन। चलो वो बाद की गल है, लेकिन एक बार अगर आप इनोवेशन की गल करिए तो हुंदा की है जदों मान लो किसी भी फील्ड ਦੇ ਵਿੱਚ ਜਦੋਂ ਕੰਟਰੀਜ਼ ਦੀ ਰੈਂਕਿੰਗ ਕੀਤੀ ਜਾਂਦੀ ਹੈ ਤਾਂ ਕੰਟਰੀਜ਼ ਦੀ ਰੈਂਕਿੰਗ ਦੇ ਵਿੱਚ ਵਧੀਆ ਰੈਂਕ ਲੈਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਆਪ ਜਾਂ ਕੀ ਮੇਨ ਹੁੰਦਾ ਹੈ, ਹੁਣ ਮੰਨ ਲਓ ਤੁਸੀਂ ਐਗਜ਼ਾਮ ਦੇ ਵਿੱਚ ਵਧੀਆ ਰੈਂਕ ਲੈਣਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤੁਹਾਨੂੰ ਮਤਲਬ ਆਪਦੀ ਤਿਆਰੀ ਨੂੰ ਜੱਜ ਕਰਨਾ ਪਊਗਾ, ਤੁਹਾਨੂੰ ਮੌਕ ਟੈਸਟ ਵਗੈਰਾ ਲਗਾਉਣੇ ਪੈਣਗੇ। ਉਹੀ ਸੇਮ ਚੀਜ਼ ਜਿਹੜਾ ਹੈ ਇੰਡੀਆ ਫੋਲੋ ਕਰਦਾ ਹੈ। ਮੰਨ ਲਓ ਵਰਲਡ ਦੇ ਵਿੱਚ ਇੰਡੀਆ ਦੀ ਇਨੋਵੇਸ਼ਨ ਦੇ ਤੌਰ ਤੇ ਰੈਂਕਿੰਗ ਇਨਕਰੀਜ਼ ਹੋਵੇ ਤਾਂ ਨੀਤੀ ਆਯੋਗ, नीति आयोग वैसे लिखा हुआ है नीचे नीति आयोग की है नैशनल इंस्टीट्यूट ऑफ ट्रांसफॉर्मिंग इंडिया जिहड़ा कि 1 जनवरी 2015 ਨੂੰ ਬਣਿਆ ਸੀ। गवर्नमेंट ऑफ इंडिया ने मोदी गवर्नमेंट ने प्लानिंग कमीशन ਨੂੰ खत्म करके, ठीक है, सो 1 जनवरी 2015 ਨੂੰ नैशनल इंस्टीट्यूट ऑफ ट्रांसफॉर्मिंग इंडिया बनाया सी। ਇਹ ਕੀ ਕਰਦਾ ਹੈ डिफरेंट इंडेक्सिस लॉन्च करता है ਤੇ ਸਟੇਟਾਂ ਦੀ ਜਿਹੜੀ ਰੈਂਕਿੰਗ ਹੈ ਉਹ ਕਰਦਾ ਹੈ ਵੀ ਕਿਹੜੀ ਸਟੇਟ ਉਹਦੇ ਦੇ ਅੱਗੇ ਚੱਲ ਰਹੀ ਹੈ ਕਿਹੜੀ ਸਟੇਟ ਪਿੱਛੇ ਚੱਲ ਰਹੀ ਹੈ। ਸੋ दैट इज इंडिया इनोवेशन इंडेक्स। सो बाय नीति आयोग ते नाल इंस्टीट्यूट ऑफ ਕੰਪੀਟੀਟਿਵਨੈਸ। ਸੋ ਇਹਨਾਂ ਨੇ ਮਿਲ ਕੇ ਇੰਡੀਆ ਇਨੋਵੇਸ਼ਨ ਇੰਡੈਕਸ ਜਿਹੜਾ ਹੈ ਉਹ ਲਾਂਚ ਕੀਤਾ। ਸੋ ਉਹਦੇ ਵਿੱਚ ਕਿਹੜੀ ਸਟੇਟ ਦੀ ਕੀ ਰੈਂਕਿੰਗ ਰਹੀ ਉਹ ਆਪਾਂ ਦੇਖਦੇ ਹਾਂ। ਆ ਤੁਹਾਡੇ ਸਾਹਮਣੇ ਹੈ ਜੀ ਇਨੋਵੇਸ਼ਨ ਰਿਪੋਰਟ ਕਾਰਡ, ਕਿਹੜੀ ਸਟੇਟ ਕਿੰਨੀ ਕੁ ਇਨੋਵੇਟ ਹੈ। ਇਹਨੂੰ 3 ਕੈਟੇਗਰੀ ਦੇ ਵਿੱਚ ਵੰਡਿਆ ਗਿਆ। ਪਹਿਲੀ ਕੈਟੇਗਰੀ ਮੇਜਰ ਸਟੇਟ, ਵੱਡੀਆਂ ਸਟੇਟਸ। दूजी कैटेगरी NE एंड हिल स्टेट्स, NE की है नॉर्थ ईस्टर्न एंड हिली स्टेट्स। तीसरी कैटेगरी यूनियन टेरिटरी एंड सिटी स्टेट्स। ओके जी। सो पहली कैटेगरी दे विच टॉप ते आया जी कर्नाटका 42 पॉइंट। स्कोर वैसे थोड़े लिए एप्लीकेबल नहीं है, वैसे ही रहने दो, ये कदे एग्जाम नहीं पूछा जाएगा। कर्नाटका टॉप ते कौन आया जी कर्नाटका, सैकेंड ते महाराष्ट्र, थर्ड ते तमिलनाडु ते पंजाब दा की रैंक आया 10th। ये लोएस्ट नहीं है जी, ठीक है, टॉप 10 दिखाई हुई है। अगर आप इस कैटेगरी दे विच लोएस्ट की गल करिए सब तो नीचे कौन आया बिहार। तो पंजाब का रैंक आया 10th। सो तुहानू पहले 3 पता होने चाहिए है, फिर पंजाब का रैंक पता होना चाहिए है, तो लोएस्ट वैसे कदे पूछा नहीं आता पर फिर भी तुहानू पता होना चाहिए है। फिर अगर आप नॉर्थ ईस्टर्न ते हिली स्टेट्स की गल करिए तो टॉप ते आया हिमाचल प्रदेश। ते इहदे विच अगर आप बॉटम की गल करिए बॉटम ते आया जी अरुणाचल प्रदेश, अरुणाचल प्रदेश। ओके है। फिर आ गया जी यूनियन टेरिटरी की गल करिए तो टॉप ते आया जी दिल्ली, ठीक है। एंड अगर आप बॉटम की गल करिए तो इहदे बॉटम ते आया जी लक्षद्वीप, ठीक है जी। सो दिस वाज दी इनोवेशन रिपोर्ट कार्ड ऑफ दी फुल कंट्री, होल कंट्री। ते जिन्हों की लॉन्च किन्ने किया जी, लॉन्च किया नीति आयोग। नेक्स्ट है जी RBI's लिस्ट ऑफ DSIB। नाउ व्हाट इज दिस DSIB? ਤੁਹਾਨੂੰ क्वेश्चन ये भी पूछा जा सकता है, इनकी फुल फॉर्म ही पूछी जा सकती है, व्हाट इज दिस DSIB। ओके, सो करते हैं आप। हाँ जी। सो DSIB इनका की फुल फॉर्म है। सब तो पहला तो आप इनकी फुल फॉर्म जी है वो आपको आनी चाहिए है। ये है डोमैस्टिक सिस्टेमैटिकली इंपोर्टेंट बैंक। DSIB डोमैस्टिक सिस्टेमैटिकली इंपोर्टेंट बैंक। नाउ व्हाट इज दिस, ये हुंदे की है डोमैस्टिक सिस्टेमैटिकली इंपोर्टेंट बैंक। सब तो पहला तो इनकी लिस्ट जारी करता है RBI, पहला तो ये पता होना चाहिए। फिर ये हुंदे की है, ये 4 अक्षरां दे विच इनदी फुल फॉर्म की इनदी सारी जिहड़ी क्रक्स है ना वो इन्हां 4 अक्षर च आ जांदा है, टू बिग टू फेल। नाउ व्हाट इज दिस टू बिग टू फेल? इट मींस कि अकॉर्डिंग टू द अपेक्स बॉडी ऑफ बैंक्स। अपेक्स बॉडी ऑफ बैंक्स कौन है? जो इन्होंने कंट्रोल करता है, जो इन्होंने रेगुलेट करता है, RBI। अकॉर्डिंग टू RBI कुछ ऐजियां ऑर्गेनाइजेशन की लिस्ट हर साल जारी की जाती है जिहड़ियां कि RBI लई या पूरे देश लई वो सब तो इंपोर्टेंट हैगी है कि अगर वो फेल हो गए तो इकोनॉमी नूं बहुत वड्डा जिहड़ा धक्का है वो लगेगा, राइट।
ਉਹਦੇ ਨਾਲ ਕੀ ਹੈ ਕਿ ਉਸ ਨੂੰ ਹੁਣ ਇਹਦਾ ਬੈਨੀਫਿਟ ਕੀ ਹੈ, ਇਹਦਾ ਬੈਨੀਫਿਟ ਦੋਨੋਂ ਪਾਸੋਂ ਹੀ ਹੈ ਕਿ ਲੋਕਾਂ ਦੇ ਵਿੱਚ ਇਹ ਕੌਨਫੀਡੈਂਸ ਹੋਵੇ ਕਿ ਇਹ ਜਿਹੜੀ ਪ੍ਰੋਪਰਟੀ ਹੈ ਜਾਂ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਅਗਰ ਅਸੀਂ ਆਪਦਾ ਪੈਸਾ ਜਾਂ ਆਪਦਾ ਜਿਹੜਾ ਹੈ ਉਹ ਲਗਾਵਾਂਗੇ ਤਾਂ ਸਾਡੇ ਲਈ ਸੇਫਟੀ ਹੋਏਗੀ। ਦੂਸਰੇ ਨੰਬਰ ਤੇ ਉਸ ਆਰਗੇਨਾਈਜੇਸ਼ਨ ਤੇ ਵੀ ਇਹ ਬਰਡਨ ਰਹਿੰਦਾ ਹੈ ਕਿ ਉਹ ਆਪਦਾ ਕੈਪੀਟਲ ਰਿਕੁਆਇਰਮੈਂਟ ਉਸ ਹਿਸਾਬ ਨਾਲ ਵੱਧ ਤੋਂ ਵੱਧ ਜਿਹੜੀ ਸੇਫਟੀ ਹੈ ਉਹ ਰੱਖਣ, ਤੇ ਉਹਦੇ ਨਾਲ ਕੀ ਹੈ ਗਵਰਨਮੈਂਟ ਵੀ ਜਿਹੜੀ ਹੈ ਉਹ ਉਹਨਾਂ ਨੂੰ ਟਾਈਮ ਟੂ ਟਾਈਮ ਫੁੱਲੀ ਸਪੋਰਟ ਕਰਦੀ ਹੈ। ਸੋ ਇਹ ਚੀਜ਼ ਸ਼ੁਰੂ ਕੀਤੀ ਸੀ RBI ਨੇ 2015 ਦੇ ਵਿੱਚ 2015 ਦੇ ਵਿੱਚ ਸ਼ੁਰੂ ਕੀਤੀ ਸੀ। 2015 ਦੇ ਵਿੱਚ ਇਹਨਾਂ ਨੇ ਸਿਰਫ 2 ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨੂੰ ਇਦਾਂ ਦਾ ਟੈਗ ਦਿੱਤਾ, ਉਹ ਆਰਗੇਨਾਈਜੇਸ਼ਨ ਸੀਗੀਆਂ ਸਟੇਟ ਬੈਂਕ ਆਫ ਇੰਡੀਆ ਤੇ ICICI, ਇਹਨਾਂ ਦੋਨਾਂ ਨੂੰ ਦਿੱਤਾ ਇਹਨਾਂ ਨੇ ਟੈਗ। ਫਿਰ ਇਹਨਾਂ ਨੇ 2017 ਦੇ ਵਿੱਚ ਇਸ ਲਿਸਟ ਦੇ ਵਿੱਚ ਇੱਕ ਨੂੰ ਹੋਰ ਐਡ ਕੀਤਾ ਜੋ ਹੈ HDFC। ਓਕੇ, ਸੋ ਹੁਣ ਜਿਹੜਾ 2021 ਦੀ ਲਿਸਟ ਆਈ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਨੂੰ ਹੀ all the three has been maintained, ਤਿੰਨੋਂ ਹੀ SBI, ਦੁਬਾਰਾ ਲਿਖ ਦੇਣਾ SBI, ICICI ਤੇ HDFC, ਇਹ ਤਿੰਨ ਜਿਹੜੇ ਹੈ ਇੰਡੀਆ ਦੇ ਵਿੱਚ ਡੋਮੈਸਟਿਕ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਹੈਗੇ ਹੈ। ਓਕੇ, ਇਹ ਲਿਸਟ ਜਾਰੀ ਕੀਤੀ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ ਨੇ, ਜਿੰਦੇ ਗਵਰਨਰ ਹੈ ਸ਼ਕਤੀਕਾਂਤਾ ਦਾਸ। ਕਿੰਨਵੇਂ ਗਵਰਨਰ ਹੈ? 25th ਗਵਰਨਰ ਉਹ RBI ਦੇ ਹੈਗੇ ਹੈ। RBI ਕਦੋਂ ਬਣਿਆ ਸੀ? 1 ਅਪ੍ਰੈਲ 1935। ਕਿਹੜੇ ਐਕਟ ਨਾਲ? RBI ਐਕਟ 1934। RBI ਸਾਰੇ ਬੈਂਕਸ ਨੂੰ ਰੈਗੂਲੇਟ ਕਰਦਾ ਹੈ। ਕਿਹੜੇ ਐਕਟ ਨਾਲ ਰੈਗੂਲੇਟ ਕਰਦਾ ਹੈ? RBI ਬੈਂਕਿੰਗ ਰੈਗੂਲੇਸ਼ਨ ਐਕਟ 1949। ਓਕੇ ਹੈ ਜੀ। ਸੋ ਅਗਰ ਜਿਵੇਂ RBI ਬੈਂਕਾਂ ਦੀ ਇਸ ਤਰ੍ਹਾਂ ਦੀ ਲਿਸਟ ਜਾਰੀ ਕਰਦਾ ਹੈ ਕਿ ਬੈਂਕਾਂ ਦੇ ਨਾਲ ਨਾਲ ਤੁਹਾਨੂੰ ਪਤਾ ਇੰਸ਼ੋਰੈਂਸ ਫਰਮਸ ਵੀ ਹੁੰਦੀਆਂ, ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਇਦਾਂ ਹੁੰਦਾ ਹੈ, ਬਿਲਕੁਲ ਹੁੰਦਾ ਹੈ। ਇੰਸ਼ੋਰੈਂਸ ਸੈਕਟਰ ਨੂੰ ਰੈਗੂਲੇਟ ਕੌਣ ਕਰਦਾ ਹੈ? IRDAI ਕੀ ਹੈ? ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ। ਕਿੱਥੇ ਹੈਡਕੁਆਟਰ ਰਹਿੰਦਾ? RBI ਦਾ ਹੈਡਕੁਆਟਰ ਕਿੱਥੇ ਹੈ? RBI ਦਾ ਮੁੰਬਈ। IRDAI ਦਾ ਕਿੱਥੇ ਹੈ? IRDAI ਦਾ ਹੈਡਕੁਆਟਰ ਹੈ ਹੈਦਰਾਬਾਦ। ਐਸੇ ਤਰ੍ਹਾਂ IRDAI ਵੀ ਲਿਸਟ ਜਾਰੀ ਕਰਦਾ ਹੈ ਕਿੰਦੀ? ਡੋਮੈਸਟਿਕਲੀ ਸਿਸਟੇਮੈਟਿਕਲੀ ਇੰਪੋਰਟੈਂਟ ਇੰਸ਼ੋਰਰਸ, ਉਹ ਤਾਂ ਹੈ ਨਾ ਬੈਂਕਸ, ਸੋ ਇੰਸ਼ੋਰਰਸ। ਸੋ ਉਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ? ਸਭ ਤੋਂ ਪਹਿਲਾਂ LIC, ਦੂਸਰਾ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਤੇ ਤੀਸਰਾ ਨਿਊ ਇੰਡੀਆ ਅਸ਼ੋਰੈਂਸ। ਇਹ ਤਿੰਨ ਜਿਹੜੇ ਹੈ ਇਹ ਇੰਡੀਆ ਦੇ ਵਿੱਚ ਡੋਮੈਸਟਿਕਲੀ ਸਿਸਟੇਮੈਟਿਕਲੀ ਇੰਪੋਰਟੈਂਟ ਇੰਸ਼ੋਰਰਸ ਹੈਗੇ ਹੈ, ਤੇ ਆਹ ਤਿੰਨ ਇੰਡੀਆ ਦੇ ਵਿੱਚ ਡੋਮੈਸਟਿਕਲੀ ਸਿਸਟੇਮੈਟਿਕਲੀ ਇੰਸ਼ੋਰਰ ਬੈਂਕਸ ਹੈਗੇ ਹੈ। ਓਕੇ ਹੈ ਜੀ। ਸੋ ਇਹ ਦੋਨੋਂ ਚੀਜ਼ਾਂ ਹੈ RBI ਦੀ ਲਿਸਟ ਆਫ DSIB ਤੇ ਇਹਨਾਂ ਦੀ ਲਿਸਟ ਹੈ IRDAI ਦੀ DSII। ਓਕੇ ਹੈ ਜੀ। ਸੋ RBI ਦੀ ਇਹ ਸਾਰੀ ਚੀਜ਼ ਇੰਪੋਰਟੈਂਟ ਹੈ। ਸੋ ਨੈਕਸਟ ਆਪਣਾ ਆਉਂਦਾ ਹੈ ਜੀ ਅੱਜ ਦੀ ਲਾਸਟ ਜਿਹੜੀ ਬ੍ਰੇਕਿੰਗ ਨਿਊਜ਼ ਹੈ, ਉਸ ਤੋਂ ਬਾਅਦ ਆਪਾਂ MCQ ਵੱਲ ਚੱਲਾਂਗੇ। ਸੋ ਬਰਨਿੰਗ ਇਸ਼ੂ ਹੈ ਜੀ G7 ਸਮਿਟ। ਸੋ ਵਾਈ ਦਿਸ ਇਜ਼ ਇਨ ਨਿਊਜ਼? G7 ਗਰੁੱਪ ਆਫ 7 ਨੇਸ਼ਨਸ, ਇਹ ਜਿਹੜੀ ਸਮਿਟ ਹੈ ਇਹ ਕਿਉਂ ਨਿਊਜ਼ ਦੇ ਵਿੱਚ ਹੈ? ਅਗਰ ਆਪਾਂ ਇਹ ਇਹਨਾਂ ਦੀ ਪੁਰਾਣੀ ਫੋਟੋ ਹੈ, ਲੇਟੈਸਟ ਨਹੀਂ ਹੈ। ਅਗਰ ਆਪਾਂ ਇਹਦੇ ਦੇਖੀਏ ਕਿ ਆਹ G7 ਨੇਸ਼ਨਸ ਖੜੇ ਹੈ, ਠੀਕ ਹੈ, 4 ਤੇ 3 7, ਅਗਰ ਇਧਰੋਂ ਵੀ ਛੱਡ ਦੋ ਤੇ ਇੱਧਰ ਛੱਡ ਦੋ, ਠੀਕ ਹੈ ਜੀ। 4 ਤੇ 3 7 ਜਣੇ ਖੜੇ ਹੈ। ਸੋ ਇਹ ਟਰੰਪ ਜੀ ਖੜੇ ਹੈ, ਠੀਕ ਹੈ, ਐਂਜਲਾ ਮਾਰਕਲ ਵੀ ਹੈ। ਸੋ ਉਸ ਤੋਂ ਬਾਅਦ ਆ ਜਾਪਾਨ ਦੇ ਸ਼ਿੰਜੋ ਐਬ ਹੈਗੇ ਹੈ, ਠੀਕ ਹੈ। ਸੋ ਇਹ ਸਾਰੇ ਹੈਗੇ ਹੈ। ਸੋ ਅਗਰ ਆਪਾਂ G7 ਦੀ ਗੱਲ ਕਰੀਏ ਤਾਂ ਇੱਥੇ ਕਿਤੇ ਮੋਦੀ ਜੀ ਜਾਂ ਇੰਡੀਆ ਦਾ ਤਾਂ ਕੋਈ ਪਰਸਨ ਦਿਖ ਨਹੀਂ ਰਿਹਾ। ਨਾਓ ਵਾਈ ਦਿਸ ਇਜ਼ ਇੰਪੋਰਟੈਂਟ, ਬਟ ਫਿਰ ਵੀ ਇਹ ਇੰਪੋਰਟੈਂਟ ਹੈ। ਕਿਉਂ? ਜੂਨ 2021 ਦੇ ਵਿੱਚ 47 ਸਮਿਟ ਹੋਏਗੀ G7 ਦੀ, ਤੇ UK ਦੇ PM ਬੋਰਿਸ ਜੌਨਸਨ, ਜਿਹੜੇ ਕਿ ਆਪ ਤਾਂ 26 ਜਨਵਰੀ ਤੇ ਆਏ ਨਹੀਂ, ਬਟ ਉਹਨਾਂ ਨੇ ਇਨਵਾਈਟ ਕੀਤਾ ਹੈ PM ਮੋਦੀ ਜੀ ਨੂੰ। ਕਾਦੇ ਲਈ? G7 ਸਮਿਟ ਲਈ। ਉਹਨਾਂ ਨੇ ਕੱਲੇ ਇੰਡੀਆ ਨੂੰ ਨਹੀਂ, ਆਸਟ੍ਰੇਲੀਆ ਤੇ ਸਾਊਥ ਕੋਰੀਆ ਨੂੰ ਵੀ ਨਾਲ ਜਿਹੜਾ ਇਨਵੀਟੇਸ਼ਨ ਭੇਜਿਆ। ਕਿਉਂ? ਕਿਉਂਕਿ ਉਹਨਾਂ ਦਾ ਮੇਨ ਫੋਕਸ ਹੈ 7 ਨੇਸ਼ਨ ਇਹ ਹੋ ਗਏ, 3 ਨੇਸ਼ਨ ਹੋ ਗਏ ਇੰਡੀਆ, ਆਸਟ੍ਰੇਲੀਆ ਤੇ ਸਾਊਥ ਕੋਰੀਆ, ਮਿਲਾ ਕੇ ਕੀ ਬਣਦੇ ਆ D10 ਨੂੰ ਮਿਲਾ ਕੇ ਉਹ ਕਿੰਦੇ ਤੇ ਕੰਮ ਕਰਨਗੇ? 5G ਟੈਕਨੋਲੋਜੀਜ਼ ਤੇ। 5G ਟੈਕਨੋਲੋਜੀ ਪੂਰਾ ਜਿਹੜਾ ਵਰਡ ਹੈ ਨਾ ਉਹ 5G ਟੈਕਨੋਲੋਜੀ ਦੇ ਮਗਰ ਭੱਜ ਰਿਹਾ ਹੈ। ਇੰਡੀਆ ਨੇ ਵੀ ਇੱਕ ਟਾਈ ਅਪ ਕੀਤਾ ਜੋ ਮੈਂ ਤੁਹਾਨੂੰ MCQ ਦੇ ਵਿੱਚ ਕਰਵਾਉਂਗਾ, ਹੁਣੇ ਦੱਸਦਾ ਤਾਂ ਤੁਹਾਨੂੰ ਉਹ ਕੁਐਸਚਨ ਬੜਾ ਈਜ਼ੀਲੀ ਆ ਜਾਊਗਾ। ਇੰਡੀਆ ਨੇ ਵੀ ਇੱਕ ਕੰਟਰੀ ਨਾਲ ਟਾਈ ਅਪ ਕੀਤਾ ਹੈ 5G ਟੈਕਨੋਲੋਜੀ ਬਾਰੇ। ਇਹਦੇ ਬਾਰੇ 5G ਟੈਕਨੋਲੋਜੀ ਬਾਰੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ। ਇੱਕ ਕੰਪਨੀ ਹੈ ਚਾਈਨਾ ਦੀ, ਠੀਕ ਹੈ ਜੀ, VUI ਹੈ ਨਾ, VUI ਜਿਹੜੀ ਕੰਪਨੀ ਹੈ ਚਾਈਨਾ ਦੀ, ਉਹ ਜਿਹੜੀ ਹੈ ਉਹ ਸਿੱਧੀ ਜਿਹੜੀ ਹੈ ਉਹ
5G ਟੈਕਨੋਲੋਜੀ ਦੇ ਵਿੱਚ ਉਹਦੀ ਮੋਨੋਪੋਲੀ ਹੈ। ਐਂਡ ਬ੍ਰਿਟੇਨ ਜਿਹੜਾ ਹੈ, ਬ੍ਰਿਟੇਨ ਵੀ ਉਸ ਜਿਹੜੀ ਕੰਪਨੀ ਬ੍ਰਿਟੇਨ ਦੇ ਵੀ ਵਿੱਚ ਆਲਮੋਸਟ ਜਿਹੜੇ ਹੈ ਨਾ ਉਹ ਸਾਰੇ ਦੇ ਸਾਰੇ ਜਿਹੜੇ 5G ਟੈਕਨੋਲੋਜੀ ਜਾਂ ਜਿਹੜੀ ਵੀ ਟੈਕਨੋਲੋਜੀ ਹੈ ਉਹ ਉਹਦੇ ਵਿੱਚ ਬ੍ਰਿਟੇਨ ਦੇ ਵਿੱਚ ਵੀ ਸਾਰੀ ਉਸੇ ਕੰਪਨੀ ਦੀ ਜਿਹੜੀ ਮੋਨੋਪੋਲੀ ਹੈਗੀ ਹੈ। ਸੋ ਬ੍ਰਿਟੇਨ ਨੇ 2027 ਤੱਕ ਜਿਹੜਾ ਆਪਣੀਆਂ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਜਲਦੀ ਤੋਂ ਜਲਦੀ ਕਿਸੇ ਨਾਲ ਟਾਈ ਅਪ ਕਰਕੇ ਜਿਹੜਾ ਹੈ ਉਹ ਜਾਂ ਆਪ ਖੁਦ ਇੰਡੀਜੀਨਸਲੀ ਡਿਵੈਲਪ ਕਰਕੇ 5G ਟੈਕਨੋਲੋਜੀ ਵਾਸਤੇ ਆਪਾਂ ਇਸ ਚਾਈਨੀਜ਼ ਕੰਪਨੀ ਨੂੰ ਜਿਹੜਾ ਹੈ ਬਾਹਰ ਨਿਕਾਲਣਾ ਹੈ। ਠੀਕ ਹੈ ਜੀ। ਸੋ ਓਕੇ, ਹਿਵਾਈ ਜਿਹੜੀ ਕੰਪਨੀ ਹੈ ਉਹਨੂੰ ਬਾਹਰ ਨਿਕਾਲਣਾ ਹੈ। ਓਕੇ, ਸੋ ਇਹ ਚੀਜ਼ ਹੋ ਗਿਆ। ਦੈਨ ਹੁਣ ਅਗਰ ਆਪਾਂ ਗੱਲ ਕਰੀਏ G7 ਦੇ ਵਿੱਚ 3 ਕੰਟਰੀਜ਼ ਨੂੰ ਇਨਵਾਈਟ ਕਰਕੇ D10 ਬਣਾ ਕੇ 5G ਟੈਕਨੋਲੋਜੀ ਬਾਰੇ ਗੱਲ ਕੀਤੀ ਜਾਏਗੀ। 47th ਜਿਹੜੀ ਸਮਿਟ ਹੋਏਗੀ ਜੂਨ 2021 ਦੇ ਵਿੱਚ। ਹੁਣ ਤੁਸੀਂ ਕਹੋਗੇ ਸਰ G7 D10 ਅਲੱਗ-ਅਲੱਗ ਕੰਟਰੀਜ਼ ਹੋ ਗਈਆਂ, ਜੀ ਕਦੇ ਕੋਈ ਹੋਰ ਜੀ ਹੁੰਦਾ, ਸਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ। ਸੋ ਇਹਦੇ ਚ ਅਗਰ ਆਪਾਂ ਇੱਕ ਬੜੀ ਵਧੀਆ ਇੱਕ ਫੋਟੋ ਦੇਖਦੇ ਹਾਂ, ਆਹ ਦੇਖੋ, ਇਹਦੇ ਵਿੱਚ ਇੱਕ ਇੱਕ ਚੀਜ਼ ਤੁਹਾਨੂੰ ਸਮਝ ਆ ਜਾਏਗੀ, ਕਾਫੀ ਸਾਰੀਆਂ ਚੀਜ਼ਾਂ। ਠੀਕ ਹੈ, ਤੁਸੀਂ ਕਹੋਗੇ ਸਰ ਕਦੇ ਕੁਆਡ ਦਾ ਨਾਮ ਲਿੱਤਾ ਜਾਂਦਾ ਹੈ, ਕੁਆਡ ਕੀ ਚੀਜ਼ ਹੁੰਦੀ ਹੈ? ਕੁਆਡ ਉਹ ਕੰਟਰੀਜ਼ ਹੈ ਜਿਹੜੀਆਂ ਮਾਲਾਬਾਰ ਐਕਸਰਸਾਈਜ਼ ਕਰਦੀਆਂ। ਸਾਨੂੰ ਹੁਣ ਕੁਆਡ ਕੰਟਰੀ ਬਾਰੇ ਨਹੀਂ ਪਤਾ ਲੱਗਦਾ। ਤੁਸੀਂ ਆਹ ਫੋਟੋ ਨੂੰ ਧਿਆਨ ਨਾਲ ਸਮਝੋ। ਠੀਕ ਹੈ, ਬਾਅਦ ਚ ਮੈਂ PPT ਵੀ ਇਹਦੀ ਦੇ ਦੂੰਗਾ, ਕੋਈ ਦਿੱਕਤ ਨਹੀਂ ਹੈ, ਤੁਸੀਂ ਇਹਨੂੰ ਜਿਹੜਾ ਹੈ ਆਪਦੇ ਕੋਲ ਰੱਖ ਸਕਦੇ ਹੋ। ਉਸ ਤੋਂ ਬਾਅਦ ਕੀ ਹੈ, ਦੇਖੋ ਇਹਨਾਂ ਕੰਟਰੀਜ਼ ਦੇ ਵਿੱਚ ਮੰਨ ਲਓ ਤੁਸੀਂ G7 ਦੇਖਣਾ। ਹੁਣ ਅਗਰ ਆਪਾਂ G7 ਦੀ ਗੱਲ ਕੀਤੀ ਤਾਂ G7 ਦੇ ਵਿੱਚ ਕੌਣ ਕੌਣ ਆਉਂਦਾ ਹੈ? ਆਹ ਗ੍ਰੀਨ ਵਾਲੀ ਲਾਈਨ ਦੇਖੋ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਜਾਪਾਨ, ਜਰਮਨੀ, ਕੈਨੇਡਾ, ਫਰਾਂਸ ਤੇ ਇਟਲੀ। ਠੀਕ ਹੈ ਜੀ, ਆਹ ਹੋ ਗਏ G7। ਆ ਗ੍ਰੀਨ ਦੇਖਣਾ ਤੁਸੀਂ ਸਿਰਫ। ਠੀਕ ਹੈ, ਇਹ ਹੋ ਗਏ G7, 4 ਤੇ 3 7। ਫਿਰ ਅਗਰ ਆਪਾਂ D10 ਦੀ ਗੱਲ ਕਰੀਏ ਤਾਂ ਇਹਨਾਂ G7 ਦੇ ਵਿੱਚ 3 ਦੇਸ਼ ਐਡ ਹੋਣਗੇ, ਸਾਊਥ ਕੋਰੀਆ, ਆਸਟ੍ਰੇਲੀਆ, ਇੰਡੀਆ। ਸੋ ਆਹ ਰੈੱਡ ਵਾਲੀ ਮੈਰੂਨ ਵਾਲੀ ਪੱਟੀ ਦੇਖ ਲਓ, ਇਹ ਹੋ ਗਏ D10। ਫਿਰ ਅਗਰ ਆਪਾਂ ਕੁਆਡ ਦੀ ਗੱਲ ਕਰੀਏ, ਕੁਆਡ ਤੁਹਾਨੂੰ ਪਤਾ ਇੰਡੀਆ ਵੀ ਮੇਨ ਪਾਰਟ ਹੈ ਕੁਆਡ ਦਾ। ਕੁਆਡ ਦੇ ਵਿੱਚ 4 ਨੇਸ਼ਨ ਹੈ, ਇੰਡੀਆ, ਆਸਟ੍ਰੇਲੀਆ, USA ਤੇ ਜਾਪਾਨ। ਇਹੀ ਉਹ 4 ਨੇਸ਼ਨ ਹੈ ਜਿਹੜੇ ਮਾਲਾਬਾਰ ਐਕਸਰਸਾਈਜ਼ ਵੀ ਕਰਦੇ ਆ। ਫਿਰ ਅਗਰ ਆਪਾਂ ਗੱਲ ਕਰੀਏ G7 ਹੋ ਗਿਆ, D10 ਹੋ ਗਿਆ, ਕੁਆਡ ਹੋ ਗਿਆ, ਤੇ ਇੱਕ ਹੁੰਦਾ ਇੱਕ ਹੈਗਾ ਗਰੁੱਪ T12। ਸੋ T12 ਜਿਹੜਾ ਹੈ ਉਹ ਆ ਸਾਰੇ ਕੰਟਰੀਆਂ ਤੋਂ ਬਾਅਦ ਸਵੀਡਨ, ਫਿਨਲੈਂਡ ਤੇ ਇਜ਼ਰਾਈਲ। ਠੀਕ ਹੈ ਜੀ, ਆ ਹੈਗਾ ਇਜ਼ਰਾਈਲ। ਠੀਕ ਹੈ ਜੀ। ਸੋ ਇਹ ਆ ਇਜ਼ਰਾਈਲ ਹੈ। ਸੋ ਸਵੀਡਨ, ਫਿਨਲੈਂਡ ਤੇ ਇਜ਼ਰਾਈਲ, ਇਹ ਸਾਰੇ ਇਹ ਬਾਕੀ 9 ਮਿਲਾ ਕੇ ਕੀ ਬਣਾਉਂਦੇ ਹੈ? T12। ਓਕੇ ਹੈ ਜੀ। ਸੋ ਇਹ ਸਾਰੀ ਚੀਜ਼ ਤੁਸੀਂ ਐਜ਼ ਇਟ ਇਜ਼ ਯਾਦ ਰੱਖਣੀ ਹੈ। ਸੋ ਆਈ ਹੋਪ ਫਰੈਂਡਸ ਹੁਣ ਤੱਕ ਤੁਹਾਨੂੰ ਸਾਰੀ ਚੀਜ਼ ਜਿਹੜੀ ਹੈ ਉਹ ਵਧੀਆ ਲੱਗੀ ਹੋਏਗੀ। ਇਹ ਸਾਰਾ ਕੁਝ ਸੀਗਾ ਬਰਨਿੰਗ ਇਸ਼ੂਜ਼ ਆਫ ਦੀ ਵੀਕ। ਸੋ ਹੁਣ ਆਪਾਂ ਚੱਲਾਂਗੇ ਜੀ ਮੋਸਟ ਇੰਪੋਰਟੈਂਟ ਕੁਐਸਚਨਸ ਆਫ ਦੀ ਵੀਕ। ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ 15 ਕੁਐਸਚਨ ਆਣਗੇ ਜਿਹੜੇ ਐਸੇ ਵੀਕ ਦੇ ਬਾਕੀ ਨਿਊਜ਼ ਚੋਂ ਬਣੇ ਹੋਏ ਆ, ਉਹਨਾਂ ਦੀ ਵੀ ਡਿਟੇਲ ਆਪਾਂ ਨਾਲ ਕਰਾਂਗੇ। ਫਿਰ ਉਸ ਤੋਂ ਬਾਅਦ 5 ਕੁਐਸਚਨ ਉਹ ਆਣਗੇ ਜਿਹੜੇ ਬੇਸਡ ਔਨ ਪ੍ਰੀਵੀਅਸ ਜਾਂ ਪਾਸਟ 12 ਮੰਥਸ ਦੇ ਜਿਹੜੇ ਕਰੰਟ ਅਫੇਅਰਸ ਹੈਗੇ ਆ। ਚਲੋ ਜੀ, ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਆਏਗਾ। ਹੁਣ ਫਟਾਫਟ ਹੁਣ ਆਪਦਾ ਜੋ ਹੈ ਨਾ ਮਤਲਬ ਕਿਵੇਂ ਕਹਿੰਦੇ ਵੀ ਕੁਰਸੀ ਦੀ ਪੇਟੀ ਬੰਨ ਲਓ ਤੇ ਫਟਾਫਟ ਤੁਹਾਡੇ ਕਮੈਂਟਸ ਜਿਹੜੇ ਆ ਨਾ ਲਗਾਤਾਰ ਆਣੇ ਚਾਹੀਦੇ ਆ ਲਾਈਵ ਚੈਟ ਦੇ ਵਿੱਚ। ਠੀਕ ਹੈ, ਸੋ ਇਹਦੇ ਵਿੱਚ ਤੁਸੀਂ ਫਟਾਫਟ ਜਵਾਬ ਦੇਣੇ ਆ। ਉਸ ਤੋਂ ਬਾਅਦ ਮੈਂ ਤੁਹਾਨੂੰ 5 ਜਾਂ 10 ਮਿੰਟ ਦਾ ਟਾਈਮ ਦਊਂਗਾ। ਦੈਨ ਮੈਂ ਆਪ ਉਸ ਕੁਐਸਚਨ ਨੂੰ ਇੱਕ ਤਾਂ ਆਨਸਰ ਸਹੀ ਦੱਸੂਗਾ, ਪਲੱਸ ਜਿਹੜਾ ਹੈ ਨਾਲ ਉਹਦੀ ਡਿਟੇਲ ਜੋ ਵੀ ਡਿਟੇਲ ਹੈ ਜਾਂ ਬਾਕੀ ਆਪਸ਼ਨਸ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾ ਕੁਐਸਚਨ ਫਰੈਂਡਸ ਤੁਹਾਡੀ ਸਕਰੀਨ ਤੇ ਇਹ ਰਿਹਾ। ਸਬਰੀਮਾਲਾ ਟੈਂਪਲ which was in news recently is located in which of the following state of India? ਸਬਰੀਮਾਲਾ ਟੈਂਪਲ ਇਹਨਾਂ ਚੋਂ ਕਿਹੜੀ ਸਟੇਟ ਦੇ ਵਿੱਚ ਹੈਗਾ? ਅਸਮ, ਤੇਲੰਗਾਨਾ, ਕੇਰਲ ਜਾਂ ਤਮਿਲਨਾਡੂ। 4 ਤੁਹਾਡੇ ਸਾਹਮਣੇ ਆਪਸ਼ਨ ਹੈਗੇ ਆ ਜੀ। 4 ਆਪਸ਼ਨਾਂ ਚੋਂ ਕਿਹੜੇ ਆਪਸ਼ਨ ਦੇ ਵਿੱਚ ਹੈ ਅਗਰ ਆਪਾਂ ਗੱਲ ਕਰੀਏ ਸਬਰੀਮਾਲਾ ਟੈਂਪਲ? ਸਬਰੀਮਾਲਾ ਟੈਂਪਲ ਇਹਨਾਂ ਚੋਂ ਕਿੱਥੇ ਹੈਗਾ ਜੀ? ਫਟਾਫਟ। ਹਾਂਜੀ, ਯੈਸ, ABCD ਫਟਾਫਟ ਜਵਾਬ ਦਿਓ ਜੀ, ਕੀ ਜਵਾਬ ਆਏਗਾ? ਓਕੇ, ਸੋ ਦੀ ਸਬਰੀਮਾਲਾ ਟੈਂਪਲ ਇਜ਼ ਲੋਕੇਟਿਡ ਇਨ ਕੇਰਲ। ਕੇਰਲ ਦੇ ਵਿੱਚ ਹੈ ਜੀ ਸਬਰੀਮਾਲਾ ਟੈਂਪਲ। ਸੋ ਸਬਰੀਮਾਲਾ ਟੈਂਪਲ ਬਾਰੇ ਅਗਰ ਆਪਾਂ ਗੱਲ ਕਰੀਏ ਇਹ ਨਿਊਜ਼ ਦੇ ਵਿੱਚ ਬਣਿਆ ਕਿਉਂ? ਕਿਉਂਕਿ ਦੇਖੋ 14 ਜਨਵਰੀ ਇੱਕ ਉਹ ਦਿਨ ਸੀਗਾ ਜਿਸ ਦਿਨ ਆਪਾਂ ਮਕਰ ਸੰਕ੍ਰਾਂਤੀ ਮਨਾਉਂਦੇ ਆ, ਰਾਈਟ? ਤੇ ਡਿਫਰੈਂਟ ਜਗ੍ਹਾ ਦੇ ਉੱਪਰ ਨਾ ਇਹਨੂੰ ਡਿਫਰੈਂਟ ਨਾਮ ਨਾਲ ਮਨਾਇਆ ਜਾਂਦਾ ਹੈ। ਅਗਰ ਆਪਾਂ ਕੇਰਲ ਦੀ ਗੱਲ ਕਰੀਏ ਤਾਂ ਕੇਰਲ ਦੇ ਵਿੱਚ ਇੱਕ ਵਿਰਾਕੂ ਫੈਸਟੀਵਲ ਹੁੰਦਾ ਹੈ, ਵਿਰਾਕੂ। ਠੀਕ ਹੈ ਜੀ, ਵਿਰਾਕੂ ਫੈਸਟੀਵਲ, ਵਿਰੂਕੂ ਜਾਂ ਵਿਰਾਕੂ ਕਹਿ ਦਿੰਦੇ ਆ, ਵਿਰਾਕੂ ਫੈਸਟੀਵਲ ਉਹ ਹੁੰਦਾ ਸਬਰੀਮਾਲਾ ਟੈਂਪਲ ਦੇ ਵਿੱਚ। ਠੀਕ ਹੈ, ਐਂਡ ਇੱਕ ਨਾ ਕਿਹੜੇ ਇੱਕ ਤਾਰੇ ਨਾਲ ਰਿਲੇਟ ਕਰਦਾ ਹੈ ਜਿਹੜਾ ਸਭ ਤੋਂ ਚਮਕਦਾਰ ਤਾਰਾ ਹੁੰਦਾ ਹੈ, ਸੀਰੀਅਸ ਸਟਾਰ।
ठीक है, सीरियस स्टार, जो रात ਨੂੰ सीरियस स्टार ਇੱਥੇ ਮੰਦਿਰ ਦੇ ਕੋਲੋਂ ਇੱਕ ਪਲੇਟਿਊ ਹੈ, ਇੱਕ ਪਠਾਰ ਹੈਗਾ, ਜਦੋਂ ਉਹਦੇ ਉੱਪਰ ਪੈਂਦਾ ਤਾਂ ਉਦੋਂ ਇੱਕ ਪ੍ਰਥਾ ਜਿਹੜੀ ਹੈ ਜਾਂ ਇੱਕ ਪ੍ਰਚਲਨ ਹੈ ਕਿ ਉਦੋਂ ਵਿਰਾਕੂ ਫੈਸਟੀਵਲ ਉਹਨੂੰ ਕਹਿੰਦੇ ਆ। ਸੋ ਉਹ ਕੇਰਲ ਦੇ ਵਿੱਚ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਹੀ ਸੰਕ੍ਰਾਂਤੀ ਵੇਲੇ ਹੀ ਤਮਿਲਨਾਡੂ ਦੇ ਵਿੱਚ ਹੁੰਦਾ ਹੈ ਪੋਂਗਲ ਤਿਉਹਾਰ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅਸਮ ਦੇ ਵਿੱਚ ਹੁੰਦਾ ਬੀਹੂ। ਅਸਮ ਦਾ ਜਿਹੜਾ ਬੀਹੂ ਹੈ ਨਾ, ਇਹ ਬੀਹੂ 3 ਵਾਰੀ ਮਨਾਇਆ ਜਾਂਦਾ ਪੂਰੇ ਸਾਲ ਦੇ ਵਿੱਚ, ਠੀਕ ਹੈ। ਸੋ 3 ਵਾਰੀ ਹੁੰਦਾ, ਇੱਕ ਵਾਰੀ ਜਿਹੜਾ ਹੁੰਦਾ ਹੈ ਜਨਵਰੀ ਦੇ ਵਿੱਚ, ਇੱਕ ਵਾਰੀ ਹੁੰਦਾ ਅਪ੍ਰੈਲ ਦੇ ਵਿੱਚ, ਇੱਕ ਵਾਰੀ ਹੁੰਦਾ ਅਕਤੂਬਰ ਦੇ ਵਿੱਚ। ਓਕੇ, ਜਿਹੜੀ ਅਸੀਂ ਡੇਲੀ ਤੌਰ ਤੇ ਆਪਾਂ 8 ਵਜੇ ਦੀਆਂ ਵੀਡੀਓ ਕਰਦੇ ਆ ਐਪ ਦੇ ਵਿੱਚ, ਉਹਦੇ 'ਚ ਤਿੰਨੋਂ ਦੀ ਜਿਹੜੀ ਡਿਟੇਲ ਹੈ, ਕੰਪਲੀਟ ਡਿਟੇਲ ਮੈਂ ਤੁਹਾਨੂੰ ਮਤਲਬ ਜਿਹੜੀ ਹੈ ਜਿਹੜਾ ਸਟੂਡੈਂਟਸ ਨੇ ਸੁਣੀ ਹੈ ਉਹ ਪੂਰੀ ਜਿਹੜੇ ਵਿਦ ਪਿਕਚਰਸ ਆਪਾਂ ਕੀਤਾ ਸੀਗਾ। ਓਕੇ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, who of the following has been appointed as new chief of USAID? USAID ਪਹਿਲਾਂ ਤਾਂ USAID ਹੈ ਕਿ ਯੂਨਾਈਟਿਡ ਸਟੇਟਸ ਅਸਿਸਟੈਂਸ ਫॉर ਇੰਟਰਨੈਸ਼ਨਲ ਡਿਵੈਲਪਮੈਂਟ। ਇਹ ਉਹ ਏਜੰਸੀ ਹੈ ਜਿਹੜੀਆਂ ਬਾਕੀ ਕੰਟਰੀਜ਼ ਨੂੰ ਗ੍ਰਾਂਟ ਦਿੰਦੀ ਹੈ, ਬਾਕੀ ਕੰਟਰੀਜ਼ ਨੂੰ ਜਿਹੜਾ ਹੈ ਉਹ ਸਹਾਇਤਾ ਕਰਦੀ ਹੈ ਉਹਨਾਂ ਦੀ, ਠੀਕ ਹੈ, ਡਿਫਰੈਂਟ ਉਹਨਾਂ ਦੇ ਮੌਕੇ ਤੇ। ਜਿਵੇਂ ਕਿ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਵੀ ਜਦੋਂ ਕੋਵਿਡ-19 ਵਾਲਾ ਲੋਕਡਾਊਨ ਹੋਇਆ ਸੀ, ਉਦੋਂ USAID ਨੇ ਕਾਫੀ ਜਿਹੜੀ ਗ੍ਰਾਂਟ ਹੈ ਉਹ ਦਿੱਤੀ ਸੀ ਫੋਰ ਦੀ ਪਰਚੇਜ਼ਿੰਗ ਆਫ ਵੈਂਟੀਲੇਟਰਸ, ਤੇ ਕੁਝ ਵੈਂਟੀਲੇਟਰਸ ਜਿਹੜੇ ਹੈ ਉਹ ਵੀ ਦਿੱਤੇ ਸੀਗੇ। ਸੋ ਇਹਨਾਂ ਦੇ ਜਿਹੜੇ ਕਰੰਟ ਜਾਂ ਜਿਹੜੇ ਨਵੇਂ ਚੀਫ ਹੈ, ਓਬਵੀਅਸ ਹੀ ਗੱਲ ਹੈ US ਦੇ ਵਿੱਚ ਨਾ ਲਗਾਤਾਰ ਅਪਾਇੰਟਮੈਂਟਸ ਹੋ ਰਹੀਆਂ ਕਿਉਂਕਿ ਜਿਹੜੀ ਹੈ ਉਹ ਸੱਤਾ ਚੇਂਜ ਹੋਈ ਹੈ, ਪ੍ਰੈਜ਼ੀਡੈਂਟ ਜਿਹੜੇ ਚੇਂਜ ਹੋਏ ਹੈ। ਸੋ ਹੁਣ ਉਹ ਸਾਰੇ ਜਿਹੜੇ ਚੀਫ ਹੈ ਹਰ ਡਿਪਾਰਟਮੈਂਟ ਦੇ ਡਿਫਰੈਂਟ ਜਿਹੜੇ ਚੀਫ ਹੈ ਉਹਨਾਂ ਨੂੰ ਹੁਣ ਉਹ ਚੇਂਜ ਕਰਨਗੇ। ਸੋ USAID ਦੇ ਜਿਹੜੇ ਨਵੇਂ ਚੀਫ ਹੈ ਉਹ ਇਹਨਾਂ ਚੋਂ ਕੌਣ ਹੈ? ਇਜ਼ ਇਟ A ਸਮੰਥਾ ਪਾਰ, B ਐਂਟਨੀ ਬਲਾਈਕਨ, C ਜੌਨ ਕੈਰੀ ਜਾਂ D ਐਵਰਿਲ ਹੈਂਸ। ਸੋ ਇਹਨਾਂ ਚਾਰਾਂ ਚੋਂ ਕੌਣ ਹੈਗੇ ਆ ਜੀ USAID ਦੇ ਨਵੇਂ ਚੀਫ? ਸੋ ਫਟਾਫਟ ਜਵਾਬ ਦਿਓ ਜੀ ABCD ਕੌਣ ਹੈਗੇ ਆ ਇਹਨਾਂ ਦੇ। ਰਾਈਟ ਜਵਾਬ ਹੈ ਜੀ ਇਹਦਾ, ਰਾਈਟ ਆਨਸਰ ਵਿਲ ਬੀ ਸਮੰਥਾ ਪਾਰ। ਸੋ ਸਮੰਥਾ ਪਾਰ ਜਿਹੜੇ ਹੈ ਉਹ ਇਹਨਾਂ ਦੇ ਨਵੇਂ ਚੀਫ ਬਣੇ ਹੈ USAID ਦੇ। ਹੁਣ ਇਹ ਤੁਹਾਡਾ ਹੋਮਵਰਕ ਹੈ ਕਿ ਜਿਹੜੇ ਬਾਕੀ 3 ਹੈ ਨਾ, ਇਹ ਤਿੰਨੋਂ ਵੀ ਕਿਸੇ ਨਾ ਕਿਸੇ ਪੋਸਟ ਤੇ ਹੈ, ਲੇਕਿਨ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਤੇ ਤੁਸੀਂ ਇਹ ਖੁਦ ਜਿਹੜਾ ਹੈ ਸਰਚ ਕਰਨਾ ਹੈ ਕਿ ਕਿਹੜੀ ਪੋਸਟ ਤੇ ਬਾਕੀ ਜਿਹੜੇ ਹੈ ਉਹ ਅਪਾਇੰਟ ਹੋਏ ਹੈ। The central government shall sell 10% stake in which of the following PSU? ਸੈਂਟਰ ਗਵਰਨਮੈਂਟ 10% ਜਿਹੜਾ ਸਟੇਕ ਹੈ ਇਹਨਾਂ ਚੋਂ ਕਿਹੜੇ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਵਿੱਚੋਂ ਜਿਹੜਾ ਅੰਡਰਟੇਕਿੰਗ ਜਿਹੜੀ ਹੈ ਉਹਦੇ ਵਿੱਚ ਸੈਲ ਕਰੇਗੀ? ਇਹ ਪਿਛਲੇ ਸੰਡੇ ਆਪਾਂ ਇਹਦੀ ਡਿਟੇਲ ਕੀਤੀ ਸੀ ਇਸ ਕੁਐਸਚਨ ਦੀ। ਇਜ਼ ਇਟ A NTPC, B ਸੇਲ, C IOC ਜਾਂ D LIC? ਨੈਸ਼ਨਲ ਥਰਮਲ ਪਲਾਂਟ ਕਾਰਪੋਰੇਸ਼ਨ, ਸਟੀਲ ਅਥਾਰਟੀ ਆਫ ਇੰਡੀਆ ਲਿਮਿਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ? ਹਾਂਜੀ ਫਟਾਫਟ NTPC, SAIL, IOC या LIC? Okay, 5 4 3 2 1 and the right answer is Steel Authority of India Limited. Steel Authority of India Limited ਨਾ ਪਿਛਲੇ ਦਿਨਾਂ ਦੇ ਵਿੱਚ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹਦੇ ਪਹਿਲੀ ਵਾਰੀ ਇਹਦੇ ਫੀਮੇਲ ਜਿਹੜੇ ਪ੍ਰੈਜ਼ੀਡੈਂਟ ਫੀਮੇਲ ਜਿਹੜੇ ਚੀਫ ਹੈ ਉਹ ਬਣਾਏ ਗਏ ਹੈ ਮਿਸ ਸੋਮਾ ਮੋਂਡਲ ਬਣਾਏ ਗਏ ਹੈ। ਉਸ ਤੋਂ ਬਾਅਦ ਗਵਰਨਮੈਂਟ ਨੇ ਸੋਚਿਆ ਕਿ 10% ਜਿਹੜਾ ਸਟੇਕ ਹੈ ਉਹ ਇਹਦੇ ਵਿੱਚੋਂ ਵੇਚਿਆ ਜਾਏਗਾ। NTPC ਨੈਸ਼ਨਲ ਥਰਮਲ ਪਲਾਂਟ ਕਾਰਪੋਰੇਸ਼ਨ ਇਟ ਵਾਸ ਆਲਸੋ ਇਨ ਨਿਊਜ਼ ਬਿਕੋਜ਼ ਇਹਦੇ ਜਿਹੜੇ ਕਰੰਟ ਚੀਫ ਹੈਗੇ ਆ ਮਿਸਟਰ ਗੁਰਦੀਪ ਸਿੰਘ ਜਿਹੜੇ ਚੇਅਰਮੈਨ ਹੈਗੇ ਆ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਗਵਰਨਮੈਂਟ ਆਫ ਇੰਡੀਆ ਨੇ, ਠੀਕ ਹੈ ਜੀ। ਸੋ ਮਿਸਟਰ ਗੁਰਦੀਪ ਸਿੰਘ ਕਰਕੇ NTPC ਨਿਊਜ਼ ਦੇ ਵਿੱਚ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨਿਊਜ਼ ਦੇ ਵਿੱਚ ਹੈ ਕਿਉਂਕਿ ਇਹ ਸਭ ਤੋਂ ਜਿਹੜਾ ਬੈਸਟ ਓਕਟੇਨ ਨੰਬਰ ਦਾ ਓਕਟੇਨ 100 ਦਾ ਇਹਨਾਂ ਨੇ ਪੈਟਰੋਲ ਜਿਹੜਾ ਹੈ ਉਹ ਲਾਂਚ ਕਰ ਰਹੇ ਹੈ। ਓਕੇ, LIC ਨਿਊਜ਼ ਦੇ ਵਿੱਚ ਹੈ ਡਿਊ ਟੂ ਇਟਸ IPO ਇਨੀਸ਼ੀਅਲ ਪਬਲਿਕ ਆਫਰਿੰਗ। India has signed an MOU on scientific and technical cooperation with which country? ਇੰਡੀਆ ਨੇ ਰੀਸੈਂਟ ਦੇ ਵਿੱਚ ਇੱਕ MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ ਸਾਇੰਸ ਐਂਡ ਟੈਕਨੀਕਲ ਕੋਆਪਰੇਸ਼ਨ ਦੇ ਫੀਲਡ ਦੇ ਵਿੱਚ ਕਿਹੜੀ ਕੰਟਰੀ ਦੇ ਨਾਲ? A ਜਾਪਾਨ, B ਤੁਰਕਮੇਨਿਸਤਾਨ, C ਭੂਟਾਨ ਜਾਂ D UAE? ਕਿਹਦੇ ਨਾਲ ਸਾਈਨ ਕੀਤਾ ਇੰਡੀਆ ਨੇ ਸਾਇੰਸ ਐਂਡ ਟੈਕਨੀਕਲ ਕੋਆਪਰੇਸ਼ਨ ਜਾਂ ਸਾਇੰਟੀਫਿਕ ਐਂਡ ਟੈਕਨੀਕਲ ਕੋਆਪਰੇਸ਼ਨ ਦੇ ਵਿੱਚ ਜਿਹੜਾ MOU? ਹਾਂਜੀ फटाफट ABCD जापान है, तुर्कमेनिस्तान है, भूटान है या संयुक्त अरब एमिरेट है? इनका सही जवाब है दोस्तों
5 4 3 2 1 and the right answer is United Arab Emirate। ਸੋ ਯੂਨਾਈਟਿਡ ਅਰਬ ਐਮੀਰੇਟ ਦੇ ਨਾਲ ਇਹਨਾਂ ਨੇ ਸਾਈਨ ਕੀਤਾ ਹੈ। ਇਹਦੇ ਤਹਿਤ ਹੋਏਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਰਡਾਰਸ ਦੀ, ਜਿਹੜੀ ਵੀ ਇਨਫੋਰਮੇਸ਼ਨ ਸੈਟੇਲਾਈਟਸ ਦੀ ਹੈ, ਜਾਂ ਜਿਹੜੇ ਵੀ अर्ली ਵਾਰਨਿੰਗ ਸਿਸਟਮ ਹੈ, अर्ली ਵਾਰਨਿੰਗ ਸਿਸਟਮ ਚਾਹੇ ਉਹ ਸੈਂਡ ਸਟੋਰਮਸ ਦਾ ਹੋਵੇ ਹੈ ਨਾ, ਜਿਵੇਂ ਕੋਈ ਤੂਫਾਨ ਵਗੈਰਾ ਆਣੇ ਹੁੰਦੇ ਹੈ ਜਾਂ ਹੋਰ ਹੈ, ਉੱਦਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਦੋਨੋਂ ਦੇਸ਼ ਇੱਕ ਦੂਜੇ ਨਾਲ ਸ਼ੇਅਰ ਕਰਨਗੇ। ਸੋ UAE ਇਹਦਾ ਸਹੀ ਜਵਾਬ ਹੈ। ਅਗਰ ਆਪਾਂ ਬਾਕੀ ਆਪਸ਼ਨ ਦੀ ਗੱਲ ਕਰੀਏ, ਇੰਡੀਆ ਨੇ MOU ਸਾਈਨ ਕੀਤਾ ਹੈ ਜਾਪਾਨ ਦੇ ਨਾਲ ਇਨ ਦੀ ਫਾਰਮ ਆਫ ICT ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਵਿਚ ਮੀਨਸ ਕਿ ਕਿਹੜੇ ਫੀਲਡ ਦੇ ਵਿੱਚ 5G ਟੈਕਨੋਲੋਜੀਜ਼ ਦੇ ਵਿੱਚ, 5G ਟੈਕਨੋਲੋਜੀ ਦੇ ਵਿੱਚ ਇੰਡੀਆ ਨੇ ਸਾਈਨ ਕੀਤਾ MOU ਵਿਦ ਜਾਪਾਨ। ਫਿਰ ਅਗਰ ਆਪਾਂ ਭੂਟਾਨ ਦੀ ਗੱਲ ਕਰੀਏ ਤਾਂ ਇੰਡੀਆ ਤੇ ਭੂਟਾਨ ਨੇ MOU ਸਾਈਨ ਕੀਤਾ ਹੈ ਇਨ ਦੀ ਫੀਲਡ ਆਫ ਸਪੇਸ ਕੋਆਪਰੇਸ਼ਨ। ਸਪੇਸ ਕੋਆਪਰੇਸ਼ਨ ਦੇ ਫੀਲਡ ਦੇ ਵਿੱਚ ਇੰਡੀਆ ਤੇ ਭੂਟਾਨ ਨੇ MOU ਸਾਈਨ ਕੀਤਾ ਹੈ। ਫਿਰ ਅਗਰ ਆਪਾਂ ਤੁਰਕਮੇਨਿਸਤਾਨ ਦੀ ਗੱਲ ਕਰੀਏ ਤਾਂ ਇੰਡੀਆ ਜਿਹੜਾ ਹੈ, ਇੰਡੀਆ ਤੇ ਤੁਰਕਮੇਨਿਸਤਾਨ ਦਾ 4th ਜਿਹੜੀ ਕਾਨਫਰੰਸ ਹੈ, 4th ਜਿਹੜੀ ਆਪਸ ਵਿੱਚ ਮੀਟਿੰਗ ਹੈ, ਜਿਹਨੂੰ ਇਹ ਕਹਿੰਦੇ ਹੈ ਫੋਰਨ ਆਫਿਸ ਕੰਸਲਟੇਸ਼ਨ, ਇਸ ਮੀਟਿੰਗ ਨੂੰ ਇਹ ਕਹਿੰਦੇ ਆ ਫੋਰਨ ਆਫਿਸ ਕੰਸਲਟੇਸ਼ਨ, ਜਿਹੜੀ ਹੈ ਉਹ ਹੈਪਨ ਹੋਈ ਹੈ। ਅਗਰ ਆਪਾਂ ਤੁਰਕਮੇਨਿਸਤਾਨ ਦੀ ਕੈਪੀਟਲ ਕਰੰਸੀ ਅਗਰ ਤੁਸੀਂ ਮੈਨੂੰ ਦੱਸ ਸਕੋ ਤਾਂ ਫਟਾਫਟ ਕਮੈਂਟ ਬਾਕਸ ਵਿੱਚ ਲਿਖੋ। ਤੁਰਕਮੇਨਿਸਤਾਨ ਦੀ ਕੈਪੀਟਲ ਹੈ ਅਸ਼ਗਾਬਟ ਐਂਡ ਕਰੰਸੀ ਹੈ ਨਿਊ ਮਨਾਤ। ਓਕੇ, ਸੋ ਇਹ ਹੈ, ਬਾਕੀਆਂ ਦੀ ਕਰੰਸੀ ਕੈਪੀਟਲ ਤੁਹਾਨੂੰ ਈਜ਼ੀਲੀ ਆਂਦੀ ਹੀ ਹੋਏਗੀ। ਸੋ ਜਿਹੜੇ ਆਪਸ਼ਨ ਹੈ ਨਾ, ਇਹ ਵੀ ਐਵੇਂ ਨਹੀਂ ਲਿਖੇ ਜਾਂਦੇ, ਆਪਸ਼ਨ ਜਿਹੜੇ ਹੈ ਉਹ ਵੀ ਐਗਜ਼ਾਮ 'ਚ ਵੀ ਆਈ ਜਾਂਦਾ ਹੈ। ਆਪਸ਼ਨ ਰਿਲੇਟਿਡ ਆਪਸ਼ਨ ਆਉਂਦੇ ਹੈ, ਜਿਹੜਾ ਤੁਹਾਨੂੰ ਦੇਖ ਕੇ ਲੱਗਦਾ ਵੀ ਹਾਂ ਆਹ ਕੰਟਰੀ ਨਿਊਜ਼ ਸੀ, ਮੈਂ ਆਹ ਆਪਸ਼ਨ ਜਿਹੜਾ ਹੈ ਲਗਾ ਦੇਣਾ, ਕਿਉਂਕਿ ਐਗਜ਼ਾਮੀਨਰ ਦਾ ਮੇਨ ਕੰਮ ਹੁੰਦਾ ਤੁਹਾਨੂੰ ਵੱਧ ਤੋਂ ਵੱਧ ਕੀ ਕਰਨ ਦਾ, ਕਨਫਿਊਜ਼ ਕਰਨ ਦਾ। ਨੈਕਸਟ, ਟ੍ਰੈਡੀਸ਼ਨਲ ਕੰਬਾਲਾ ਰੇਸ is related to which of the following state? ਜਿਹੜੀ ਕੰਬਾਲਾ ਰੇਸ ਹੈ, ਟ੍ਰੈਡੀਸ਼ਨਲ ਕੰਬਾਲਾ ਰੇਸ, ਇਹਨਾਂ ਚੋਂ ਕਿਹੜੀ ਜਿਹੜੀ ਸਟੇਟ ਹੈ ਉਹਦੇ ਨਾਲ ਰਿਲੇਟ ਕਰਦੀ ਹੈ? ਟ੍ਰੈਡੀਸ਼ਨਲ ਕੰਬਾਲਾ ਰੇਸ, is it A ਤਮਿਲਨਾਡੂ, B ਕਰਨਾਟਕਾ, C ਕੇਰਲ ਜਾਂ D ਅਸਮ? तो किहदे नाल रिलेट करती है जी ट्रेडिशनल कंबाला रेस? ध्यान नाल जवाब देना, बहुत इंपॉर्टेंट क्वेश्चन है। इदां दे ट्रेडिशन किसी भी सिलेबस दे विच भी देख सकते हो, लिखिया होंदा है आर्ट एंड कल्चर। सो आर्ट एंड कल्चर ऑफ इंडिया दे विच ये सारे आर्ट एंड कल्चर की जिहड़ी भी फॉर्म होंदी है वो आ जाती है। ठीक है, कंबाला रेस जिहड़ी है इन्हां चों किहड़ी नाल किहड़े स्टेट नाल रिलेट करती है? ओके, सो द राइट आंसर टू दिस क्वेश्चन इज कर्नाटका। कर्नाटका के नाल रिलेट करती है जी कंबाला रेस। पहला मैं तुहानूं दिखा भी देना, इदां दी रेस होंदी है बुफैलो रेस, जिहड़ी कर्नाटका के नाल रिलेट करती है। अगर आपां ऐसी चीज़ दे विच गल करिए तां तमिलनाडु दे विच जिवें मैं तुहानूं दस्सिया भी संक्रांति दे एक फैसटीवल मनाया जाता है पोंगल। ठीक है जी, पोंगल का जिहड़ा तीसरा दिन हुंदा है ना, तीसरा दिन, थर्ड डे ऑफ पोंगल, उस दिन हुंदा है मटू पोंगल। मटू पोंगल ਤੇ ਮਟੂ ਪੋਂਗਲ ਦੇ ਤਿਉਹਾਰ ਦੇ ਵਿੱਚ ਜਾਂ ਮਟੂ ਪੋਂਗਲ ਦੇ ਫੈਸਟੀਵਲ ਦੇ ਵਿੱਚ ਕੀ ਮਨਾਇਆ ਜਾਂਦਾ ਹੈ? ਜਲੀ ਕੱਟੂ। ਜਲੀ ਕੱਟੂ ਜਿਹੜਾ ਕਿ ਬੁੱਲ ਟੈਮਿੰਗ ਰੇਸ ਹੁੰਦੀ ਹੈ, ਬੁੱਲ ਟੈਮਿੰਗ। ਠੀਕ ਹੈ, ਜਿਹੜਾ ਬੁੱਲ ਹੁੰਦਾ ਹੈ ਉਹਨੂੰ ਕੰਟਰੋਲ ਕਰਨ ਦੀ। ਤੇ ਇਹਦਾ ਮੇਨ ਜਿਹੜੀ ਅਗਰ ਆਪਾਂ ਕਹੀਏ ਨਾ ਕਿ ਤਮਿਲਨਾਡੂ ਦੇ ਕਿਹੜੇ ਸ਼ਹਿਰ ਦੇ ਵਿੱਚ ਜਲੀ ਕੱਟੂ ਮੇਨਲੀ ਮਨਾਇਆ ਜਾਂਦਾ ਹੈ, ਉਹ ਹੈ ਮਦੁਰਈ। ਮਦੁਰਈ ਦੇ ਵਿੱਚ ਮੇਨਲੀ ਮਨਾਇਆ ਜਾਂਦਾ ਜਲੀ ਕੱਟੂ। ਤੇ ਇਸੇ ਤਰ੍ਹਾਂ ਦੀ ਰੇਸ ਹੁੰਦੀ ਹੈ, ਇਹ ਹੋਗੀ ਬੁੱਲ ਦੀ ਰੇਸ ਨਹੀਂ ਹੁੰਦੀ ਤਾਂ ਚਲੋ ਵੈਸੇ ਜਿਹੜਾ ਹੈ ਬੁੱਲ ਟੈਮਿੰਗ ਗੇਮ ਹੁੰਦੀ ਹੈ। ਇਸੇ ਤਰ੍ਹਾਂ ਦੀ ਕਰਨਾਟਕਾ ਨਾਲ ਲਿੰਕ ਹੁੰਦਾ ਹੈ ਬਫੈਲੋ ਰੇਸ ਦਾ, ਬਫੈਲੋ ਰੇਸ। ਤੇ ਬਫੈਲੋ ਰੇਸ ਜਿਹੜੀ ਹੈ ਉਹ ਹੁੰਦੀ ਹੈ ਕੰਬਾਲਾ ਰੇਸ। ਤੇ ਅਗਰ ਆਪਾਂ ਕੇਰਲ ਦੀ ਗੱਲ ਕਰੀਏ, ਜਿਵੇਂ ਉੱਥੇ ਪੋਂਗਲ ਹੁੰਦਾ ਹੈ, ਕੇਰਲ ਦਾ ਸਟੇਟ ਫੈਸਟੀਵਲ ਹੈ ਓਨਮ ਫੈਸਟੀਵਲ। ओनम फैसटीवल। तो असम का मैं तुहानूं दस्सिया ही है, असम का बीहू साल 'च 3 वारी बीहू जिहड़ा है वो मनाया जाता है। हुण इत्थे मेरा एक क्वेश्चन है तुहाडे अगे, मैं एक क्वेश्चन ऐसे तो मान लो ऑप्शन आही 4 है तुहाडे अगे। एक मार्शियल आर्ट फॉर्म हुंदा है कलारी पयट। कलारी पयट, वैसे कई इहनूं कलारी पयट्टू कहंदे आ, कलारी पयट्टू कह सकते हो, लेकिन उन्हां दी लैंगुएज दे विच कहंदे आ कलारी पयट। सो कलारी पयट इन्हां चों मार्शियल आर्ट किहड़ी स्टेट दी है? कि वो तमिलनाडु की है, कर्नाटका की है, केरल की है या असम की है? सो कलारी पयट जिहड़ी मार्शल आर्ट है ना, ये है केरला की। ये तां न्यूज़ दे विच है क्योंकि रीसेंट दे विच ही जिहड़ियां खेलो इंडिया स्पोर्ट्स गेम हैगियां, खेलो इंडिया यूथ गेम्स जिहड़ियां इस साल पंचकुला दे विच होणगियां, उहदे विच केरला की इस फॉर्म नूं भी जिहड़ा है ऐड किया गया है, बाकी 3 दे नाल। नैक्सट, इन रिसेंटली अनाउंसड जनाग्रह सिटी गवर्नेंस अवार्ड,
which state's election commission has been judged as best? very important question। ਜਨਾਗ੍ਰਹਿ ਸਿਟੀ ਗਵਰਨੈਂਸ ਅਵਾਰਡ ਹੁਣੇ ਅਨਾਉਂਸ ਕੀਤੇ ਗਏ ਹੈ, ਉਹਨਾਂ ਚੋਂ ਕਿਹੜੀ ਸਟੇਟ ਦਾ ਇਲੈਕਸ਼ਨ ਕਮਿਸ਼ਨ ਬੈਸਟ ਜਿਹੜਾ ਹੈ ਉਹ ਜੱਜ ਹੋਇਆ ਹੈ? A ਤੇਲੰਗਾਨਾ, B ਆਂਧਰਾ ਪ੍ਰਦੇਸ਼, C ਕੇਰਲ ਜਾਂ D ਗੁਜਰਾਤ? ਕਿਹੜੀ ਸਟੇਟ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਬੈਸਟ ਜੱਜ ਹੋਇਆ ਹੈ? ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ ਜਾਂ ਗੁਜਰਾਤ? A B C D फटाफट जवाब आने चाहिए है जी। की जवाब है जनाग्रह सिटी गवर्नेंस अवार्ड। So the right answer to this question is गुजरात। सो जिन्होंने एक टाइम घट लगे ना भी सर तुसीं क्वेश्चन तो बनन नहीं देंदे जी, सो तुसीं पॉज भी कर सकते हो, उस तो बाद जिहड़ा है तुसीं जवाब भी दे सकते हो। फटाफट जिवें जवाब आ रहे हैं मैं नाल दे रहा कि ताकि जिहड़ा है टाइम अपना घट तो घट लगे। सो जनाग्रह सिटी गवर्नेंस अवार्ड होए जिन्हां दे विच इलैक्शन कमीशन बेस्ट जज होया गुजरात दा। ਹੁਣ ਤੁਸੀਂ ਕਹੋਗੇ ਸਰ ਗੱਲ ਤਾਂ ਬਣੀ ਨਹੀਂ, ਬਾਕੀ ਹੋਰ ਵੀ ਕੈਟਾਗਰੀਜ਼ ਹੋਣਗੀਆਂ। ਯੈਸ, ਸੋ ਆ ਹੈ ਜੀ ਜਨਾਗ੍ਰਹਿ ਸਿਟੀ ਗਵਰਨੈਂਸ ਅਵਾਰਡ, ਜਿਹੜਾ ਕਿ ਕਿਹਨਾਂ ਦੇ ਨਾਮ ਤੇ, ਕਿਹਨਾਂ ਨੂੰ ਯਾਦ, ਕਿਹਨਾਂ ਦੀ ਸਮ੍ਰਿਤੀ ਦੇ ਵਿੱਚ, ਕਿਹਨਾਂ ਦੀ ਯਾਦ ਦੇ ਵਿੱਚ ਇਹ ਅਵਾਰਡ ਦਿੱਤੇ ਜਾਂਦੇ ਆ? ਇਹ ਦਿੱਤੇ ਜਾਂਦੇ ਇਨ ਦੀ ਮੈਮਰੀ ਆਫ ਮਿਸਟਰ ਵੀ ਰਾਮਾਚੰਦਰਨ, ਜਿਹੜੇ ਕਿ IAS ਆਫੀਸਰ ਸੀਗੇ, 1954 ਚ ਬਣੇ ਸੀਗੇ। ਐਂਡ ਇਸ ਅਵਾਰਡ ਦਾ ਸੈਕਿੰਡ ਐਡੀਸ਼ਨ ਇਸ ਵਾਰੀ ਹੈਗਾ, ਤੇ ਇਹਦੇ ਵਿੱਚ 4 ਮੇਨ ਕੈਟਾਗਰੀਜ਼ ਹੈ ਜਿਹਦੇ ਵਿੱਚ ਅਵਾਰਡ ਦਿੱਤਾ ਗਿਆ। ਪਹਿਲੀ ਹੈ बेस्ट स्टेट एंड बेस्ट सिविक एजेंसी उड़ीसा नूं मिलिया। बेस्ट स्टेट इलैक्शन कमीशन गुजरात, बेस्ट स्टेट फाइनेंस कमीशन केरल ते बेस्ट म्यूनिसिपैलिटी अवार्ड इंदौर। सो ओबवियसली मिलना ही सी, लास्ट 3 सालों तो जी ये सिटी इंडिया की क्लीनलैस दे विच आ रही है। बेस्ट म्यूनिसिपैलिटी अवार्ड गोज टू इंदौर। नेक्स्ट, काला पानी इशू which was in news recently is associated with India and which neighbor country? सो किहड़ी नेबर कंट्री है? नेबर की स्पैलिंग OUR कर लेना, चलो OUR। सो काला पानी इशू जिहड़ा है वो इंडिया ते किहड़ी कंट्री दे विचकार एक बॉर्डर का इशू है? बांग्लादेश, पाकिस्तान, चाइना या नेपाल? A B C D। A बांग्लादेश, B पाकिस्तान, C चाइना या D नेपाल? सो चारों चों की ऑप्शन आएगा जी? काला पानी इशू। काला पानी इशू है जी इंडिया प्लस, हाँ जी 5 सेकेंड्स, 5 4 3 2 1 एंड द राइट आंसर इज नेपाल। काला पानी जिहड़ा इशू है वो इंडिया ते नेपाल दे बॉर्डर दा इशू हैगा। नेपाल जिहड़ा है वो एक जिहड़ी है सिंगरौली दी एक संधि हुई सी, सिंगरौली, ठीक है जी। सिंगरौली दी संधि जिहड़ी है उहदे मुताबिक एक रिवर है काली रिवर, अंग्रेजां दे विच ते किंगडम ऑफ नेपाल दे विच एक एग्रीमेंट होया कि काली रिवर नेपाल दी वैसटर्न बाउंड्री होएगी, ठीक है। बट टाइम के नाल नाल रिवर चेंज होती है, आपका रस्ता चेंज करती है या हो रहा है, तो उनका मतलब ये तो नहीं कि अगर रिवर अगर फैल गई या रिवर ने रस्ता जो चेंज कर लिया तो उत्थों तक जी है वो नेपाल की बाउंड्री फैलती जाएगी। सो नेपाल इस गलत फहमी च है कि जिथे जिथे काली रिवर जाएगी वो सारी जगह साडी है, तां करके उन्होंने जो अपना इंडिया का जो बॉर्डर है उत्तराखंड की पिथौरागढ़ डिस्ट्रिक्ट, दोबारा सुन लो, उत्तराखंड की पिथौरागढ़ डिस्ट्रिक्ट जिन्हां च काफ़ी सारिया जगह हैं जिवें कि लिपू लेक, लिंपिया दूरा ते काला पानी, ये इदां दी जगह नूं नेपाल कह रहा है कि ये साडियां हैगियां, जो कि टोटली गलत है। इस बारे जिहड़ा सारा इशू है ये चल रहा है, ठीक है। पिथौरागढ़ उही डिस्ट्रिक्ट है जिहड़ी डिस्ट्रिक्ट दे विच इंडिया का फर्स्ट लाइकेन पार्क बनिया है। लाइकेन पार्क इंडिया का पहला लाइकेन पार्क किहड़ी स्टेट च बनिया है? उत्तराखंड दे विच, ठीक है जी। ओके, नेक्स्ट, शक्रेन फेस्टिवल is celebrated recently, it is related with which country? शक्रेन फेस्टिवल जिहड़ा है ये रिसेंटली मनाया गया ते ये किहड़ी कंट्री दे विच जिहड़ा है मनाया गया शक्रेन फेस्टिवल? A बांग्लादेश, B एस्टोनिया, C नीदरलैंड, D इंडोनेशिया। बांग्लादेश, एस्टोनिया, नीदरलैंड ते इंडोनेशिया, इन्हां चारां चों किहड़ी कंट्री है जिथे शक्रेन फेस्टिवल मनाया गया? हरिया थोड़ा जा हिंट दे देना, एक काइट फेस्टिवल है। शक्रेन फेस्टिवल एक काइट फेस्टिवल है। सो ये किथे मनाया गया काइट फेस्टिवल जी? ये मनाया गया बांग्लादेश दे विच। बांग्लादेश दे विच शक्रेन फेस्टिवल रिसेंट दे विच मनाया गया। बांग्लादेश काफ़ी सारी न्यूज़ दे विच है। बांग्लादेश की गल करिए तो 122 सोल्जर्स जिहड़े है 122 सोल्जर्स इंडियन परेड दे विच आणगे, इंडियन परेड, ठीक है जी, बांग्लादेश। फिर अगर आप बांग्लादेश की गल करिए तो बांग्लादेश दे विच बांग्लादेश ने आपका पहला हुण तक का फर्स्ट प्रिफरेंशियल ट्रेड एग्रीमेंट भूटान नाल कीता है, हुण तक का पहला।
फिर बांग्लादेश के जिहड़े फाउंडर है ये मैं तुहानूं पिछली बारी भी दस्सिया सी, शेख मुजीबुर रहमान, शेख मुजीबुर रहमान, इन्हां दे नाम ते जिहड़ा है ये इन्हां दे नाम ते UN ने एक अवार्ड जिहड़ा है वो लॉन्च किया है। ओके जी, इन्हां दी बेटी है शेख हसीना जिहड़ी इस टाइम बांग्लादेश की PM हैगी है। सो बांग्लादेश काफ़ी करना करके न्यूज़ दे विच हैगा। होर अगर आप गल करिए इस्टोनिया के PM ने रिजाइन किया है ड्यू टू करप्शन इशू इन हिज पार्टी। तो नीदरलैंड के जिहड़े PM है मार्क रटे, उन्हां दी गवर्नमेंट ने पूरी गवर्नमेंट ने जिहड़ा है वो रिजाइन किया है। ठीक है जी, क्योंकि इन्हों का कोई चाइल्ड वैलफेयर का फंड सीगा, उस फंड के इन्होंने पेरेंट्स को ही जिहड़ा है वो फ्रॉडस्टर कहता सीगा। ठीक है, सो तां करके पूरी गवर्नमेंट ने रिजाइन किया है। इंडोनेशिया तां न्यूज़ दे विच है क्योंकि वर्ल्ड ओल्डेस्ट एनीमल पेंटिंग ये आप करके आए ना ब्रेकिंग न्यूज़ दे विच एनीमल पेंटिंग, सो उस करके इंडोनेशिया न्यूज़ दे विच हैगा। नेक्स्ट, विच स्टेट ऑफ इंडिया हैज बिल्ट ए मेमोरियल टू ऑनर मेजर रोनिंगलियो खैथिन। सो रोनिंगलियो खैथिन जिहड़े मेजर है उन्होंने ऑनर करन लई, ठीक है, किहड़ी स्टेट ने एक मैमोरीयल नूं बिल्ड करन दा जिहड़ा डिसीजन लिता है? ए अरुणाचल प्रदेश, बी मणिपुर, सी केरल या डी बिहार। अरुणाचल प्रदेश, मणिपुर, केरल या बिहार, इन्हां चारां चों की आंसर आएगा जी? हाँ जी, सो द राइट आंसर टू दिस क्वेश्चन इज, दियो फटाफट की जवाब आ रहे हैं, मिले जुले आंसर आ रहे हैं, की आएगा? अरुणाचल प्रदेश। अरुणाचल प्रदेश ने दिता है। ए परसन कौन सीगे जी? ए मेजर कौन सीगे? ए मेजर वो सीगे जिन्हां ने 1951 दे विच तवांग सिटी दे विच, तवांग जिहड़ी जगह है उत्थे जिहड़ा ट्राई कलर मीनस अपना तिरंगा जिहड़ा है वो फहराया सीगा। उस नूं फहराउण वास्ते इन्हां ने 5 होर जिहड़े परसन नाल लैके 17 जनवरी तो आपदी जिहड़ी कठिन चढ़ाई है वो शुरू कीती सीगी। तां करके उन्हां नूं ऑनर करन लई अरुणाचल प्रदेश जिहड़ा है ये एक मैमोरीयल बिल्ड करन जा रहे हैं। सो अगर आप बिहार की गल करिए, बिहार भी न्यूज़ दे विच है क्योंकि बिहार ने आपका पहला स्टेट बर्ड फेस्टिवल कालरव बर्ड फेस्टिवल, ठीक है, क्वेश्चन पूछा जाए कि कालरव बर्ड फेस्टिवल कित्थे मनाया गया, तो आंसर आएगा बिहार, कालरव बर्ड फेस्टिवल। ठीक है जी, सो इस करके बिहार भी न्यूज़ दे विच है। स्टार्टअप इंडिया इनिशिएटिव वाज लॉन्च्ड बाय गवर्नमेंट ऑफ इंडिया इन विच ऑफ द फॉलोइंग ईयर। स्टार्टअप इंडिया जिहड़ी इनिशिएटिव है वो गवर्नमेंट ने किहड़े साल शुरू किया? ए 2015, बी 2016, सी 2018 या डी 2019। तो 2015, 2016, 2018 या 2019 इन्हां चारों सालों चों किहड़े साल ये इनिशिएटिव शुरू किया गया जिसका नाम है स्टार्टअप इंडिया इनिशिएटिव। स्टार्टअप की होंदा है? कोई नवा बिजनेस शुरू करना, कोई नवा इनोवेटिव मैथड नाल कोई चीज़ शुरू करना, तो उन्होंने कहते हैं स्टार्टअप। जिवें फॉर एग्जांपल कोई भी छोटे तो छोटी चीज़ तो लैके वड्डी तो वड्डी चीज़ का कोई भी एग्जांपल, परफेक्ट एग्जांपल सुनना चाहते हो तो जिवें ओला, उबर, स्विगी, जोमैटो, ये सारे की है ये एक स्टार्टअप होंगे है। कोई चीज़ सोची भी लोगों को ये दिक्कत आती है, उस दिक्कत को सॉल्व करने वास्ते ऐ हो सकता है भी जिंदे नाल सब लई विन विन सिचुएशन होवे। ड्राइवर्स को सवारियां मिल गई, सवारी को गड्डी मिल गई, तो विच विचारे जिहड़े मीडियोकर है उन्होंने भी कमीशन बन गया। सो ये एक तरह का की होया, एक आइडिया होया, जिहड़े आइडिया को किंदे फॉर्म कन्वर्ट करता? स्टार्टअप इंडिया इनिशिएटिव लॉन्च किया गया सी 2016 दे विच। ये हुण न्यूज़ दे विच क्यों है, क्यों ये क्वेश्चन बनया? क्योंकि एक कनकलेव हुई प्रारंभ कनकलेव हुई जिहड़ी कि पीयूष गोयल जी ने इनोग्रेट की थी। प्रधानमंत्री मोदी जी ने की नोट एड्रेस दिता ते प्रधानमंत्री मोदी जी ने उस एस परम समिट दे विच जिहड़ा है एक स्टार्टअप सीड फंड लॉन्च किया 1000 करोड़ का। उहदे च गल हुई भी तकरीबन जिहड़े है 41,000 स्टार्टअप जिहड़े है वो इंडिया च खुल चुके हैं। तो ईवन कल्ले 2020 की अगर आप 2020 की गल करिए तो अगर आप उहदे च ही 11 तो वो स्टार्टअप यूनीकॉर्न ही बन गए। यूनीकॉर्न समझते हो? वो स्टार्टअप जिंदी टर्नओवर 100 करोड़ हो जाए। ठीक है जी, सो उस तरह के स्टार्टअप इंडिया दे विच होए है। स्टार्टअप एक तां भी न्यूज़ दे विच सीगा क्योंकि परसों की न्यूज़ सीगी कि उहदे च जिहड़ा गवर्नमेंट ऑफ इंडिया ने एक स्टार्टअप एडवाइजरी काउंसिल बनाई है जिंदे प्रेजिडेंट होणगे या जिंदे हैड होणगे पीयूष गोयल जी जिहड़े यूनियन मिनिस्टर ऑफ कॉमर्स हैगे है। सो वो क्यों बनाई गई है? ताकि ये तो होगी पॉजिटिव गल कि 41,000 खुल गए स्टार्टअप, 11 यूनीकॉर्न भी बन गए, पर गिनती नहीं इन्ने स्टार्टअप है जिहड़े आज कोविड-19 की वजह नाल या वैसे जिहड़े पिछले एक साल
ਦੇ ਵਿੱਚ ਖੁੱਲ ਕੇ ਬੰਦ ਹੋ ਗਏ। ਸੋ ਉਸ ਤਰ੍ਹਾਂ ਦੇ ਉਹਨਾਂ ਨੂੰ ਕਹਿੰਦੇ ਆ ਫਲਿਪਿੰਗ ਆਫ ਦੀ ਸਟਾਰਟਅਪਸ। ਸੋ ਸਟਾਰਟਅਪ ਦੀ ਫਲਿਪਿੰਗ ਨੂੰ ਰੋਕਣ ਵਾਸਤੇ ਸਟਾਰਟਅਪ ਜਿਹੜਾ ਹੈ ਸਟਾਰਟਅਪ ਐਡਵਾਈਜ਼ਰੀ ਕਾਉਂਸਿਲ ਇੱਕ ਬਣਾਈ ਗਈ ਹੈ, ਜਿਹਦੇ ਪ੍ਰੈਜ਼ੀਡੈਂਟ ਹੈਗੇ ਆ ਪੀਯੂਸ਼ ਗੋਇਲ ਜੀ, ਤੇ ਜਿਹੜੇ ਬਾਏਜੂਸ ਦੇ ਫਾਊਂਡਰ ਹੈ ਬਾਏਜੂਸ ਦੇ ਫਾਊਂਡਰ ਰਵਿੰਦਰਨ, ਓਲਾ ਦੇ ਜਿਹੜੇ ਫਾਊਂਡਰ ਹੈ ਭਾਵੇਸ਼ ਅਗਰਵਾਲ, ਉਹ ਜੇ ਮੈਂਬਰਸ ਨੂੰ ਉਹਦੇ ਵਿੱਚ ਐਜ਼ ਏ ਮੈਂਬਰ ਜਿਹੜਾ ਹੈ ਉਹ ਲਿੱਤਾ ਗਿਆ। ਨੈਕਸਟ, ਉਸਤਾਦ ਗੁਲਾਮ ਮੁਸਤਫਾ ਖਾਨ who passed away recently was related to which of the following area of arts? ਉਸਤਾਦ ਗੁਲਾਮ ਮੁਸਤਫਾ ਖਾਨ ਜੀ ਦਾ ਨਿਧਨ ਹੋਇਆ, ਇਹ ਇਹਨਾਂ ਚੋਂ ਕਿਹੜੀ ਆਰਟ ਫਾਰਮ ਨਾਲ ਰਿਲੇਟ ਕਰਦੇ ਸੀ? ਸਿੰਗਿੰਗ, ਮਿਊਜ਼ੀਸ਼ੀਅਨ, ਪੇਂਟਿੰਗ ਜਾਂ ਐਕਟਿੰਗ? ਸਿੰਗਿੰਗ, ਮਿਊਜ਼ੀਸ਼ੀਅਨ, ਪੇਂਟਿੰਗ ਜਾਂ ਐਕਟਿੰਗ ਕਿਹਦੇ ਨਾਲ ਰਿਲੇਟ ਕਰਦੇ ਸੀ ਜੀ? ਉਸਤਾਦ ਗੁਲਾਮ ਮੁਸਤਫਾ ਖਾਨ। Ustad Ghulam Mustafa Khan was related to musician. He was a renowned musician ਇਹ ਸੀਗੇ, ਠੀਕ ਹੈ ਜੀ। ਇਹਨਾਂ ਨੂੰ ਪਦਮ ਅਵਾਰਡ ਵੀ ਮਿਲਿਆ ਸੀ ਤੇ ਸੰਗੀਤ ਨਾਟਕ ਅਕੈਡਮੀ ਅਵਾਰਡ ਵੀ ਮਿਲਿਆ ਸੀ। Who of the following is the governor of Uttarakhand? ਇਹਨਾਂ ਚੋਂ ਉੱਤਰਾਖੰਡ ਦੇ ਗਵਰਨਰ ਕੌਣ ਹੈਗੇ ਹੈ? A. ਕਲਰਾਜ ਮਿਸ਼ਰਾ, B. ਬੰਦਾਰੂ ਦੱਤਾਤਰੇय, C. SN ਆਰਿਆ ਜਾਂ D. ਬੇਬੀ ਰਾਣੀ ਮੌਰਿਆ। ਇਹਨਾਂ ਚੋਂ ਉੱਤਰਾਖੰਡ ਦੇ ਗਵਰਨਰ ਕੌਣ ਹੈਗੇ ਹੈ? ਸੋ ਕਿਉਂ ਨਿਊਜ਼ ਦੇ ਵਿੱਚ ਹੀ ਆਏ? ਇਹ ਨਿਊਜ਼ ਦੇ ਵਿੱਚ ਇਸ ਕਰਕੇ ਆਏ, ਜਿਹੜੇ ਆਪਣੇ ਯੂਨੀਅਨ ਐਜੂਕੇਸ਼ਨ ਮਿਨਿਸਟਰ ਹੈ ਰਮੇਸ਼ ਚੰਦਰ ਪੋਖਰਿਆਲ ਨਿਸ਼ੰਕ, ਉਹਨਾਂ ਨੂੰ ਜਿਹੜਾ ਕੈਨੇਡਾ ਰਾਈਟਰਸ ਗਿਲਡ, ਕੈਨੇਡਾ ਹਿੰਦੀ ਰਾਈਟਰਸ ਗਿਲਡ ਦੁਆਰਾ ਸਨਮਾਨਿਤ ਕੀਤਾ ਗਿਆ। ਤੇ ਉਸ ਸਨਮਾਨ ਸਮਾਰੋਹ ਦੇ ਵਿੱਚ ਜਿਹੜੇ ਦੋ ਰਿਨੋਨਡ ਬੰਦੇ ਜਿਹੜੇ ਹੈ ਉਹ ਮੌਜੂਦ ਸੀਗੇ। ਇੱਕ ਤਾਂ ਸੀ ਗਵਰਨਰ ਆਫ ਉੱਤਰਾਖੰਡ, ਦੂਸਰੇ ਸੀਗੇ ਇੰਡੀਆ ਦੇ ਅੰਬੈਸਡਰ ਟੂ ਕੈਨੇਡਾ। ਸੋ ਗਵਰਨਰ ਆਫ ਉੱਤਰਾਖੰਡ, ਸੋ ਤਾਂ ਕਰਕੇ ਕੁਐਸਚਨ ਬਣਿਆ ਕਿ ਕੌਣ ਹੈਗੇ ਆ ਗਵਰਨਰ ਆਫ ਉੱਤਰਾਖੰਡ? ਦੀ ਰਾਈਟ ਆਂਸਰ ਇਜ਼ ਬੇਬੀ ਰਾਣੀ ਮੌਰਿਆ। ਅਗਰ ਆਪਾਂ ਬਾਕੀਆਂ ਦੀ ਗੱਲ ਕਰੀਏ, ਕਲਰਾਜ ਮਿਸ਼ਰਾ ਇਜ਼ ਦੀ ਗਵਰਨਰ ਆਫ ਰਾਜਸਥਾਨ, ਇਹ ਰਾਜਸਥਾਨ ਦੇ ਗਵਰਨਰ ਹੈ ਜੀ। ਅਗਰ ਆਪਾਂ ਗੱਲ ਕਰੀਏ ਬੰਦਾਰੂ ਦੱਤਾਤਰੇय, ਹੀ ਇਜ਼ ਦੀ ਗਵਰਨਰ ਆਫ ਹਿਮਾਚਲ ਪ੍ਰਦੇਸ਼। SN ਆਰਿਆ ਜੀ ਦੀ ਗੱਲ ਕਰੀਏ, ਹੀ ਇਜ਼ ਦੀ ਗਵਰਨਰ ਆਫ ਹਰਿਆਣਾ। ओके, अगर मैं दो क्वेश्चन होर पूछा, पंजाब के गवर्नर कौन है? पंजाब के गवर्नर है VP सिंह बदनौर, ठीक है। एंड अगर मैं पूछा आरिफ मोहम्मद खान, ये कितों के गवर्नर है? मिस्टर आरिफ मोहम्मद खान, वो गवर्नर है केरला। In which of the following state India's first labor movement museum is going to be set up? ਇੰਡੀਆ ਦੀ ਕਿਹੜੀ ਸਟੇਟ ਹੈ ਜਿੱਥੇ ਇੰਡੀਆ ਦਾ ਪਹਿਲਾ ਲੇਬਰ ਮੂਵਮੈਂਟ ਮਿਊਜ਼ੀਅਮ ਜਿਹੜਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੈਟਅਪ ਹੋਏਗਾ? A. ਹਰਿਆਣਾ, B. ਕੇਰਲ, C. ਵੈਸਟ ਬੰਗਾਲ ਜਾਂ D. ਬਿਹਾਰ। ਕਿੱਥੇ ਸੈਟਅਪ ਹੋਏਗਾ ਜੀ? ਲੇਬਰ ਮੂਵਮੈਂਟ ਮਿਊਜ਼ੀਅਮ, ਜਿੱਥੇ ਹੁਣ ਤੱਕ ਦੇ ਪੂਰੇ ਵਰਲਡ ਦੇ ਵਿੱਚ ਜਿੱਥੇ ਲੇਬਰ ਜਿਹੜੇ ਮੂਵਮੈਂਟ ਹੋਏ ਹੈ ਉਹਨਾਂ ਨੂੰ ਉੱਥੇ ਉਹਨਾਂ ਦੀ ਸਮ੍ਰਿਤੀ ਦੇ ਰੂਪ ਦੇ ਵਿੱਚ ਦਿਖਾਇਆ ਜਾਏਗਾ। ਸੋ ਕੀ ਜਵਾਬ ਆਏਗਾ ਜੀ? ABCD। ਫਟਾਫਟ ਜਵਾਬ ਦਿਓ, ਕੀ ਜਵਾਬ ਹੈ ਅਗਰ ਤੁਹਾਨੂੰ ਪਤਾ ਹੈ ਤਾਂ, ਕਿ ਕਿਹੜੀ ਸਟੇਟ ਦੇ ਵਿੱਚ ਇਹ ਹੋਏਗਾ? ਸੋ ਰਾਈਟ ਆਂਸਰ ਇਜ਼ ਕੇਰਲ। ਕੇਰਲ ਦੇ ਵਿੱਚ ਹੋਏਗਾ ਲੇਬਰ ਮੂਵਮੈਂਟ ਮਿਊਜ਼ੀਅਮ। ਇਹਦੇ ਨਾਲ ਇਹਨਾਂ ਨੇ ਜਿਹੜੇ ਹੋਰ ਵੀ ਇਹਨਾਂ ਦੇ ਕੋਈ ਮਿਊਜ਼ੀਅਮ ਹੈ, ਜਿਵੇਂ ਕੇਰਲਾ ਕੋਇਰ ਮਿਊਜ਼ੀਅਮ ਹੋਰ ਹੈ, ਉੱਥੇ ਕੇਰਲਾ ਪੋਰਟਸ ਮਿਊਜ਼ੀਅਮ ਜਾਂ ਗਾਂਧੀ ਮਿਊਜ਼ੀਅਮ, ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਹੈ ਰੈਨੋਵੇਟ ਕੀਤਾ ਜਾਏਗਾ। ਇਨ ਵਿਚ ਆਫ ਦੀ ਫੋਲੋਇੰਗ ਸਿਟੀ ਹੈਡਕੁਆਰਟਰਸ ਆਫ ਗਾਰਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਲਿਮਿਟਿਡ ਇਜ਼ ਲੋਕੇਟਿਡ? ਸੋ ਗਾਰਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਦਾ ਹੈਡਕੁਆਰਟਰ ਇਹਨਾਂ ਚੋਂ ਕਿਹੜੀ ਸਿਟੀ ਦੇ ਵਿੱਚ ਹੈ, ਜਾਂ ਇਹ ਕੰਪਨੀ ਜਿਹੜੀ ਹੈ ਇੰਡੀਆ ਦੀ ਕਿਹੜੀ ਸਿਟੀ ਦੇ ਵਿੱਚ ਹੈਗੀ ਹੈ? A. ਭੋਪਾਲ, B. ਕੋਲਕਾਤਾ, C. ਨਿਊ ਦਿੱਲੀ ਜਾਂ D. ਨੋਇਡਾ। ਭੋਪਾਲ, ਕੋਲਕਾਤਾ, ਨਿਊ ਦਿੱਲੀ ਜਾਂ ਨੋਇਡਾ, ਚਾਰਾਂ ਚੋਂ ਕਿਹੜੀ ਸਿਟੀ ਦੇ ਵਿੱਚ ਹੈ ਜੀ ਗਾਰਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਲਿਮਿਟਿਡ? ਓਕੇ, ਹਰੀ ਅਪ। ਇਹ ਕਿਉਂ ਨਿਊਜ਼ ਦੇ ਵਿੱਚ ਹੈ? ਕਿਉਂਕਿ ਇਹ ਇੱਕ ਫੈਰੀ ਬਣਾ ਕੇ ਦੇ ਰਹੀ ਹੈ, ਫੈਰੀ ਇਹ ਬਣਾ ਕੇ ਦੇ ਰਹੀ ਹੈ ਗੁਆਨਾ ਕੰਟਰੀ ਨੂੰ, ਤੇ ਗੁਆਨਾ ਕੰਟਰੀ ਉਹਨੂੰ ਯੂਜ਼ ਕਰੂਗੀ ਗੁਆਨਾ ਟੂ ਸੁਰੀਨੇਮ ਉਹਨੂੰ ਉਹ ਕੰਟਰੀ ਉਸ ਫੈਰੀ ਨੂੰ ਚਲਾਏਗੀ। ਸੋ ਇੰਡੀਆ ਦੀ ਪਹਿਲੀ ਕੰਪਨੀ ਬਣੀ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਇੱਕ ਫੈਰੀ ਦਾ ਜਿਹੜਾ ਕੰਟਰੈਕਟ ਹੈ ਉਹ ਮਿਲਿਆ। ਸੋ ਉਹ ਕੰਪਨੀ ਹੈ ਜੀ ਕੋਲਕਾਤਾ ਦੀ ਗਾਰਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਲਿਮਿਟਿਡ। Who of the following is not associated with the post of Vice Chairperson of USIBC? USIBC ਦੇ Vice Chairperson ਨਾਲ ਦੀ ਪੋਸਟ ਨਾਲ ਇਹਨਾਂ ਚੋਂ ਕਿਹੜੇ ਪਰਸਨ ਹੈ ਜੋ ਰਿਲੇਟ ਨਹੀਂ ਕਰਦੇ? A. ਨਿਸ਼ਾ ਦੇਸਾਈ, B. ਕਿਰਨ ਮਜੂਮਦਾਰ ਸ਼ੋ, C. ਮਿਲਿੰਦ ਪੰਤ ਜਾਂ D. ਐਡਵਰਡ ਨਾਈਟ। ਸੋ ਇਹਨਾਂ ਚਾਰਾਂ ਚੋਂ ਕੌਣ ਹੈਗੇ ਹੈ ਜੀ ਜਿਹੜੇ ਵਾਈਸ ਚੇਅਰਪਰਸਨ ਦੀ ਪੋਸਟ ਆਫ ਯੂਨਾਈਟਿਡ ਸਟੇਟਸ ਇੰਡੀਆ ਬਿਜ਼ਨਸ ਕਾਉਂਸਿਲ? USIBC ਕੀ ਹੈ? ਯੂਨਾਈਟਿਡ ਸਟੇਟਸ ਇੰਡੀਆ ਬਿਜ਼ਨਸ ਕਾਉਂਸਿਲ ਦੇ ਵਾਈਸ ਚੇਅਰਪਰਸਨ ਨਾਲ ਦੀ ਪੋਸਟ ਨਾਲ ਲਿੰਕ ਨਹੀਂ ਕਰਦੇ। ABCD, ਹਰੀ ਅਪ।
ABCD. So the right answer to this question is निशा देसाई. क्यों नहीं करते? क्योंकि ये USIBC ਦੇ ਚੇਅਰਪਰਸਨ ਹੈਗੇ ਹੈ, ਇਹ ਹੈਗੇ ਹੈ ਚੇਅਰਪਰਸਨ ਨਿਸ਼ਾ ਦੇਸਾਈ. ਬਾਕੀ ਤਿੰਨਾਂ ਨੂੰ ਜਿਹੜਾ ਹੈ ਉਹ ਕੀ ਬਣਾਇਆ ਗਿਆ ਹੈ? ਵਾਈਸ ਚੇਅਰਪਰਸਨ ਬਣਾਇਆ ਗਿਆ ਕਿਰਨ ਮਜੂਮਦਾਰ ਸ਼ਾਹ, ਜਿਹੜੇ ਕਿ ਕਿਹੜੀ ਕੰਪਨੀ ਦੇ ਚੇਅਰਪਰਸਨ ਹੈ? ਬਾਇਓਕੌਨ ਦੇ. ਫਿਰ ਅਗਰ ਆਪਾਂ ਗੱਲ ਕਰੀਏ ਮਿਲਿੰਦ ਪੰਤ CEO ਹੈਗੇ ਹੈ ਕਿਹੜੀ ਕੰਪਨੀ ਦੇ? ਐਮਵੇ ਕੰਪਨੀ ਦੇ, ਐਮਵੇ. ਤੇ ਅਗਰ ਆਪਾਂ ਐਡਵਰਡ ਨਾਈਟ ਦੀ ਗੱਲ ਕਰੀਏ ਤਾਂ ਐਡਵਰਡ ਨਾਈਟ ਇੱਕ ਐਗਜ਼ੀਕਿਊਟਿਵ ਹੈਗੇ ਹੈ NASDAQ. NASDAQ ਕੀ ਹੈ? ਜਿਹੜੀ ਨਿਊਯਾਰਕ ਸਟਾਕ ਐਕਸਚੇਂਜ ਦਾ ਨਾਮ ਹੈ NASDAQ. ਸੋ ਉਹਦੇ ਵਿੱਚ ਇਹ ਐਗਜ਼ੀਕਿਊਟਿਵ ਹੈਗੇ ਹੈ. ਇਹਨਾਂ ਤਿੰਨਾਂ ਨੂੰ ਬਣਾਇਆ ਗਿਆ ਵਾਈਸ ਚੇਅਰਪਰਸਨ ਆਫ USIBC. ਸੋ ਇਹ ਹੋ ਗਏ ਦੋਸਤੋ 15 ਕੁਐਸਚਨ ਜਿਹੜੇ ਕਿ ਇਸ ਵੀਕ ਦੇ ਸੀਗੇ. ਹੁਣ ਆਪਾਂ 5 ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਜਿਹੜੇ ਪਿਛਲੇ 1 ਸਾਲ ਦੇ ਕਰੰਟ ਅਫੇਅਰਸ ਚੋਂ ਹੋ ਸਕਦੇ ਹੈ. ਸੋ ਪਹਿਲਾ ਕੁਐਸਚਨ ਉਹਦੇ ਵਿੱਚ, which of the following statements are correct about the Konark Sun Temple of Odisha? ਉੜੀਸਾ ਦੇ ਵਿੱਚ ਇੱਕ ਕੋਨਾਰਕ ਸਨ ਟੈਂਪਲ ਹੈ, ਉਹਦੇ ਨਾਲ ਰਿਲੇਟ ਕਰਦੀਆਂ ਹੋਈਆਂ ਕੁਝ ਸਟੇਟਮੈਂਟ ਤੁਹਾਨੂੰ ਦਿੱਤੀਆਂ ਗਈਆਂ, ਉਸ ਦੇ ਨਾਲ ਤੁਸੀਂ ਦੱਸਣਾ ਵੀ ਕਿਹੜੀ ਸਹੀ ਹੈ, ਕਿਹੜੀ ਸਹੀ ਹੈ ਜਾਂ ਕਿਹੜੀ ਸਟੇਟਮੈਂਟ ਸਹੀ ਹੈ. ਪਹਿਲੀ, it is also known as Black Pagoda. Second, it has got the tag of World Heritage Site in the year 1984. Third, as per the historical facts, it is related with Eastern Ganga dynasty. तो दसो जी 3 स्टेटमेंट ਤੁਹਾਡੇ ਸਾਹਮਣੇ ਹੈ, ਇਹਨਾਂ ਚੋਂ ਕੀ ਸਿਰਫ ਪਹਿਲੀ ਸਹੀ ਹੈ, ਕੀ ਪਹਿਲੀ ਤੇ ਦੂਜੀ ਸਹੀ ਹੈ, ਕੀ ਦੂਜੀ ਤੇ ਤੀਜੀ ਸਹੀ ਹੈ ਜਾਂ ਕੀ ਸਾਰੀਆਂ ਹੀ ਸਹੀ ਹੈਗੀਆਂ? 1 2 3 4 1 2 3 3 ਸਟੇਟਮੈਂਟਾਂ, 4 ਆਪਸ਼ਨ ABCD. ਫਟਾਫਟ ਦੱਸੋ ਕਿਹੜਾ ਸਹੀ ਹੈ ਕਿਹੜਾ ਗਲਤ ਹੈ. ਹਾਂਜੀ ਹਰੀਅਪ ਫਟਾਫਟ ਦੱਸੋ ਜੀ, ਮੈਨੂੰ ਫਟਾਫਟ ਜਵਾਬ ਆਣੇ ਚਾਹੀਦੇ ਹੈ ABCD. ਫਟਾਫਟ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਭ ਤੋਂ ਪਹਿਲਾਂ ਜਦੋਂ ਵੀ ਸਟੇਟਮੈਂਟ ਵਾਲਾ ਕੁਐਸਚਨ ਆਵੇ, ਠੀਕ ਹੈ, ਤਾਂ ਇੱਕ ਪਾਸੇ ਲਿਖੋ 1 2 ਤੇ 3. ਰੀਜ਼ਨਿੰਗ ਦੀ ਤਰ੍ਹਾਂ ਕਰਿਆ ਕਰੋ ਇਸ ਤਰ੍ਹਾਂ ਦੇ ਕੁਐਸਚਨ ਨੂੰ. ਜਦੋਂ ਵੀ ਪਹਿਲੀ ਸਟੇਟਮੈਂਟ ਪੜੋ, ਇਟ ਇਜ਼ ਨੋਨ ਐਜ਼ ਬਲੈਕ ਪਗੋੜਾ, ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ. ਬਲੈਕ ਪਗੋੜਾ ਕੀ ਬਲੈਕ ਪਗੋੜਾ ਇਹਨੂੰ ਕਹਿੰਦੇ ਆ ਜਾਂ ਵਾਈਟ ਪਗੋੜਾ ਕਹਿੰਦੇ ਆ? ਵਾਈਟ ਪਗੋੜਾ ਕੀ ਹੁੰਦਾ ਹੈ? ਪਕੌੜਾ ਨਹੀਂ ਹੈ, ਪਗੋੜਾ ਕੀ ਹੁੰਦਾ? ਟੈਂਪਲ ਨੂੰ ਕਹਿੰਦੇ ਆ. ਵਾਈਟ ਪਗੋੜਾ ਕਹਿੰਦੇ ਸੀ ਪੁਰੀ ਦੇ ਜਗਨਨਾਥ ਟੈਂਪਲ ਨੂੰ, ਉਹ ਵੀ ਪਹਿਲਾਂ ਕਹਿੰਦੇ ਸੀਗੇ, ਬਟ ਬਲੈਕ ਪਗੋੜਾ ਕਹਿੰਦੇ ਆ ਕੋਨਾਰਕ ਸਨ ਟੈਂਪਲ ਨੂੰ. ਬਿਲਕੁਲ ਠੀਕ ਹੈ. फिर है जी, इट हैज गोट दी टैग ऑफ वर्ल्ड हेरिटेज साइट. की ये वर्ल्ड हेरिटेज साइट हैगी है? यस हैगी है. किहड़े ईयर टैग मिलिया? 1984 ਦੇ ਵਿੱਚ. ਬਿਲਕੁਲ ਠੀਕ ਹੈ. ਐਜ਼ ਪਰ ਹਿਸਟੋਰੀਕਲ ਫੈਕਟਸ, ਜਦੋਂ ਵੀ ਉੜੀਸਾ ਦੀ ਆਪਾਂ ਗੱਲ ਕਰਦੇ ਹਾਂ ਨਾ, ਜਾਂ ਆਪਾਂ ਕਲਿੰਗਾ ਦੀ, ਅਗਰ ਇੱਥੇ ਚੌਥੀ ਸਟੇਟਮੈਂਟ ਵੀ ਦਿੱਤੀ ਹੁੰਦੀ ਕਿ ਦਿਸ ਇਜ਼ ਅ ਕਲਿੰਗਾ ਸਟਾਈਲ ਆਫ ਟੈਂਪਲ, ਤਾਂ ਉਹ ਵੀ ਸਹੀ ਹੁੰਦਾ. ਜਦੋਂ ਵੀ ਉੜੀਸਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ ਕਲਿੰਗਾ ਦੀ, ਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਈਸਟਰਨ ਗੰਗਾ ਡਾਇਨੈਸਟੀ ਦੀ. ਤਾਂ ਇਹ ਬਿਲਕੁਲ ਠੀਕ ਹੈ. ਮੀਨਸ ਮੇਰੇ ਅਕੋਰਡਿੰਗ ਆਣਾ ਚਾਹੀਦਾ all of the above. So all of the above is the right answer. D will be the right answer. Next, choose the correct combination of airport name with their related city. So 4 에어ਪੋਰਟ ਤੁਹਾਨੂੰ ਇੱਕ ਪਾਸੇ ਦਿੱਤੇ ਹੋਏ ਆ, 1 2 3 4, ਦੂਜੇ ਪਾਸੇ 4 ਸਿਟੀ ਦਾ ਨਾਮ ਦਿੱਤਾ ਹੋਇਆ, ਤੁਸੀਂ ਆਪਸ ਵਿੱਚ ਇਹਨਾਂ ਦਾ ਸਹੀ ਮਿਲਾਨ ਕਰਨਾ ਹੈ. ਪਹਿਲਾ ਨੰਬਰ ਤੇ ਹੈ ਜੇਵਾਰ 에어ਪੋਰਟ, ਸੈਕਿੰਡ ਕੈਂਪੇਗੌੜਾ 에어ਪੋਰਟ, C ਦੇਵੀ ਅਹਿਲਿਆਬਾਈ ਹੋਲਕਰ 에어ਪੋਰਟ, ਤੇ ਫੋਰਥ ਡੈਬੋਲੀਮ 에어ਪੋਰਟ. ਤੇ ਇਧਰ ਸਿਟੀਜ਼ ਹੈ ਬੈਂਗਲੁਰੂ, ਗੌਤਮ ਬੁੱਧ ਨਗਰ, ਗੋਆ ਤੇ ਇੰਦੌਰ. ਸੋ ਦੱਸੋ ਜੀ ਇਹਨਾਂ ਦਾ ਸਹੀ ਮਿਲਾਨ ਕਰੋ ਆਪਸ ਦੇ ਵਿੱਚ ਕਿ ਕਿਹੜੀ ਸਿਟੀ ਦੇ ਵਿੱਚ ਕਿਹੜਾ 에어ਪੋਰਟ ਹੈਗਾ ਹੈ. ਓਕੇ ਹਰੀ ਅਪ. ਇਹ ਕੁਐਸਚਨ ਕਿਉਂ ਬਣਿਆ? ਕਿਉਂਕਿ ਫੈਬਰਰੀ ਦੇ ਲਾਸਟ ਦੇ ਵਿੱਚ ਨਾ ਇੱਕ ਨਵਾਂ 에어ਪੋਰਟ ਜਿਹੜਾ ਹੈ ਉਹ ਬਣਿਆ ਸੀ, ਜ਼ੇਵਾਰ 에어ਪੋਰਟ. ਹੁਣ ਕਿੱਥੇ ਬਣਿਆ ਸੀ ਉਸ ਨਾਲ ਤਾਂ ਫਿਰ ਸਾਰਾ ਹੱਲ ਹੀ ਹੋ ਜਾਏਗਾ, ਲੇਕਿਨ ਇਹਨੂੰ ਸੋਲਵ ਕਰੋ ਤੁਸੀਂ, ਠੀਕ ਹੈ, ਫਟਾਫਟ ਕਰੋ ਫਟਾਫਟ. ਜੇ ਟਾਈਮ ਹੋਰ ਚਾਹੀਦਾ ਤਾਂ ਪੋਜ਼ ਕਰ ਲਓ, ਨਹੀਂ ਤਾਂ ਮੈਂ ਇਹਨੂੰ ਸੋਲਵ ਕਰਦਾ. ਸੋ ਮੈਂ ਜ਼ੇਵਾਰ 에어ਪੋਰਟ ਦੀ ਗੱਲ ਕਰ ਰਿਹਾ ਸੀਗਾ, ਇਹ ਬਣਿਆ ਜੀ ਨੋਇਡਾ ਦੇ ਵਿੱਚ, ਮੀਨਸ ਗੌਤਮ ਬੁੱਧ ਨਗਰ. ਸੋ ਪਹਿਲੇ ਦੇ ਨਾਲ B ਆਏਗਾ. ਦੇਖਦੇ ਹਾਂ ਕੈਂਪੇਗੌੜਾ ਤਾਂ ਬੱਚੇ ਨੂੰ ਪਤਾ ਹੈ ਕਿੱਥੇ ਹੈ ਕੈਂਪੇਗੌੜਾ 에어ਪੋਰਟ? ਬੈਂਗਲੌਰ ਦੇ ਵਿੱਚ, ਬੈਂਗਲੌਰ ਦੇ ਕੈਂਪੇਗੌੜਾ 에어ਪੋਰਟ. ਫਿਰ ਦੇਵੀ ਅਹਿਲਿਆਬਾਈ ਹੋਲਕਰ 에어ਪੋਰਟ, ਹੋਲਕਰ ਜਿੱਥੇ ਵੀ ਹੋਲਕਰ ਨਾਮ ਆ ਗਿਆ ਤਾਂ ਉਹ ਹੈ ਇੰਦੌਰ. ਤੇ ਡੈਬੋਲੀਮ ਕਿੱਥੇ ਹੈ? ਗੋਆ. ਠੀਕ ਹੈ ਜੀ. ਸੋ ਸਹੀ ਜਵਾਬ ਆਉਣਾ ਚਾਹੀਦਾ ਹੈ ਪਹਿਲੇ ਨਾਲ B, ਦੂਜੇ ਦਾ A, ਤੀਜੇ ਨਾਲ D, ਚੌਥੇ ਦਾ C. ਮੀਨਸ D ਆਂਸਰ ਜਿਹੜਾ ਹੈ ਇਹਦਾ ਬਣਨਾ ਚਾਹੀਦਾ ਹੈ. ਸੋ D is the right answer. Next, third global ministerial conference on road safety 2020 was held in which of the following country? Third global ministerial conference ਜਿਹੜੀ road safety 2020 ਇਹਨਾਂ ਚੋਂ ਕਿੱਥੇ ਜਿਹੜੀ ਹੈ ਉਹ ਕਰਵਾਈ ਗਈ? A ਡੈਨਮਾਰਕ, B ਸਵੀਡਨ, C ਸਵਿਟਜ਼ਰਲੈਂਡ ਜਾਂ D ਨੀਦਰਲੈਂਡ? ਡੈਨਮਾਰਕ, ਸਵੀਡਨ, ਸਵਿਟਜ਼ਰਲੈਂਡ ਜਾਂ ਨੀਦਰਲੈਂਡ, ਇਹਨਾਂ ਚਾਰਾਂ ਚੋਂ ਕਿੱਥੇ ਜਿਹੜੀ ਹੈ ਉਹ ਕਰਵਾਈ ਗਈ? ਡੈਨਮਾਰਕ, ਸਵੀਡਨ, ਸਵਿਟਜ਼ਰਲੈਂਡ ਜਾਂ ਨੀਦਰਲੈਂਡ? ABCD. ਥਰਡ ਗਲੋਬਲ ਮਿਨਿਸਟਰੀਅਲ
कॉन्फ्रेंस ऑन रोड सेफ्टी, इंटरनेशनल रोड सेफ्टी कॉन्फ्रेंस इन्हां चों करवाई गई जी 5 4 3 2 1 एंड द राइट आंसर इज स्वीडन। स्वीडन दे विच करवाई गई 3rd ग्लोबल मिनिस्ट्रीयल कॉन्फ्रेंस। नेक्स्ट क्वेश्चन इज विच ऑफ द फॉलोइंग स्टेटमेंट आर करेक्ट अबाउट द एशियन रैसलिंग चैंपियनशिप 2020। एशियन रैसलिंग चैंपियनशिप हुई सी जी 2020 ਦੇ ਸਟਾਰਟਿੰਗ ਦੇ ਵਿੱਚ। ਸੋ ਇਹਦੇ ਬਾਰੇ 3 ਸਟੇਟਮੈਂਟ ਦਿੱਤੀਆਂ ਗਈਆਂ, ਤੁਸੀਂ ਦੱਸਣਾ ਕਿ ਉਹ ਸਹੀ ਹੈ ਜਾਂ ਕਿਹੜੀ ਸਹੀ ਹੈ। ਫਸਟ ਹੈ ਦੀ ਵੈਨਿਊ ਵਾਜ਼ ਨਿਊ ਦਿੱਲੀ ਇੰਡੀਆ। ਸੈਕਿੰਡ ਜਾਪਾਨ ਟੋਪਡ ਦੀ ਮੈਡਲ ਟੈਲੀ। ਥਰਡ ਇੰਡੀਆ ਹੈਜ਼ ਗੋਟ 6 ਗੋਲਡ ਮੈਡਲਸ ਇਨ ਦਿਸ ਟੂਰਨਾਮੈਂਟ। ਸੋ ਵੈਨਿਊ ਕੀ ਰਿਹਾ, ਜਾਪਾਨ ਨੇ ਟੋਪ ਕੀਤਾ ਜਾਂ ਇੰਡੀਆ ਜਿਹੜਾ ਹੈ ਕੀ ਇਹਦਾ ਆਊਗਾ ਓਨਲੀ 1 and 2, ਓਨਲੀ 2 and 3, ਓਨਲੀ 1 and 3 ਜਾਂ ਸਾਰੀਆਂ ਹੀ ਸਹੀ ਹੈ। ਓਕੇ, ਇਹ ਤਾਂ ਬੜਾ ਸਿੰਪਲ ਜਿਹਾ ਕੁਐਸਚਨ ਹੈ। ਇਹ ਤੁਹਾਨੂੰ ਜਸਟ ਇੱਕ ਮੈਂ ਐਗਜ਼ਾਮਪਲ ਦਿੱਤਾ ਹੈ ਕਿ ਅਗਰ ਕੋਈ ਚੈਂਪੀਅਨਸ਼ਿਪ ਹੁੰਦੀ ਹੈ, ਅਗਰ ਕੋਈ ਕੱਪ ਹੁੰਦਾ ਹੈ ਤਾਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ ਕਿ ਇੱਦਾਂ ਦਾ ਸਟੇਟਮੈਂਟ ਵਾਲਾ ਕੁਐਸਚਨ ਵੀ ਬਣ ਸਕਦਾ ਹੈ। ਸੋ ਇਹਦਾ ਜੇ ਅਗਰ ਆਪਾਂ ਸਹੀ ਆਨਸਰ ਕਰੀਏ ਤਾਂ ਇਹਦੇ ਸਾਰੇ ਆਪਸ਼ਨ ਹੀ ਸਹੀ ਹੈਗੇ ਹੈ। ਨਿਊ ਦਿੱਲੀ ਦੇ ਵਿੱਚ ਇਹ ਚੈਂਪੀਅਨਸ਼ਿਪ ਹੋਈ ਸੀਗੀ ਫੈਬਰਵਰੀ 2020 ਦੇ ਵਿੱਚ। ਜਾਪਾਨ ਨੇ ਟੌਪ ਕੀਤਾ ਸੀ ਮੈਡਲ ਟੈਲੀ ਦੇ ਵਿੱਚ ਤੇ ਇੰਡੀਆ ਨੂੰ 6 골ਡ ਮੈਡਲ ਉਸ ਟੂਰਨਾਮੈਂਟ ਦੇ ਵਿੱਚ ਮਿਲੇ ਸੀ। ਨੈਕਸਟ, ਅੱਜ ਦਾ ਲਾਸਟ ਕੁਐਸਚਨ ਦੋਸਤੋ, ਮਿਸ਼ਨ ਇੰਦਰਧਨੁਸ਼ launched by Government of India is related to which of the following। ਮਿਸ਼ਨ ਇੰਦਰਧਨੁਸ਼ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹ ਇਹਨਾਂ ਚੋਂ ਕਿਹੜੀ ਚੀਜ਼ ਨਾਲ ਰਿਲੇਟ ਕਰਦਾ ਹੈ? renovation of monuments, that is A option। B option is immunization of children and pregnant ladies। C option है renovation of hospitals ਜਾਂ D है science and technology। ਮਿਸ਼ਨ ਇੰਦਰਧਨੁਸ਼ ਇਹਨਾਂ ਚੋਂ ਕਿਹੜੀ ਚੀਜ਼ ਨਾਲ ਰਿਲੇਟ ਕਰਦਾ ਹੈ? ਮਿਸ਼ਨ ਇੰਦਰਧਨੁਸ਼ तो ਇਹਦੇ ਨਾਲ ਰਿਲੇਟ ਕਰੇਗਾ ਜੀ ABCD। ਓਕੇ ਓਕੇ, ਦੀ ਰਾਈਟ ਆਂਸਰ ਇਜ਼ ਇਮਿਊਨਾਈਜੇਸ਼ਨ ਆਫ ਚਿਲਡਰਨ ਐਂਡ ਪ੍ਰੈਗਨੈਂਟ ਲੇਡੀਜ਼। ਇਹ ਹੈ ਮਿਸ਼ਨ ਇੰਦਰਧਨੁਸ਼ ਗਵਰਨਮੈਂਟ ਆਫ ਇੰਡੀਆ ਦਾ। ਓਕੇ ਫਰੈਂਡਸ, तो आपका ਜਿਹੜਾ ਸਕੋਰ ਹੈ 20 ਕੁਐਸਚਨਸ ਦਾ ਉਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਕੇ ਜਾਣਾ ਜ਼ਰੂਰ। ਜਦੋਂ ਵੀ ਤੁਸੀਂ ਇਸ ਲੈਕਚਰ ਨੂੰ ਲਗਾਓ, ਚਾਹੇ ਬਾਅਦ 'ਚ ਲਗਾਓਗੇ ਤਾਂ ਬਾਅਦ 'ਚ ਵੀ ਤੁਸੀਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਸਕੋਰ, ਤੇ ਉਸ ਦੇ ਨਾਲ ਹੀ ਜਿਹੜਾ ਹੈ ਨਹੀਂ ਵੀ ਲਿਖੋਗੇ ਤਾਂ ਵੀ ਚੱਲੇਗਾ, ਕੋਈ ਦਿੱਕਤ ਨਹੀਂ ਹੈ। ਬਟ ਐਸ ਇਹਨਾਂ ਕੁਐਸਚਨਸ ਤੋਂ ਤੁਹਾਡੇ ਮੋਰ ਦੈਨ 15 ਮਾਰਕਸ ਜਿਹੜੇ ਹੈ ਉਹ ਤੁਹਾਨੂੰ ਆਣੇ ਚਾਹੀਦੇ ਹੈ। ਅਗਰ ਨਹੀਂ ਆ ਰਹੇ ਤਾਂ ਦੋਸਤੋ ਕਾਫੀ ਜ਼ਰੂਰਤ ਹੈ ਕਿ ਤੁਸੀਂ ਟਾਈਮ ਟੂ ਟਾਈਮ ਮੀਨਸ ਲਗਾਤਾਰ ਜਿਹੜਾ ਕਰੰਟ ਅਫੇਅਰ ਹੈ ਉਹ ਡੇਲੀ ਬੇਸਿਸ ਤੇ ਉਹਨੂੰ ਕਰੋ। ਸੋ ਇਦਾਂ ਦੇ ਕੁਐਸਚਨ ਨੂੰ ਕਰਨ ਦਾ ਤਰੀਕਾ ਕੀ ਹੈ, ਹਰ ਵਾਰੀ ਆਪਾਂ ਡਿਸਕਸ ਕਰਦੇ ਹਾਂ ਕਿ ਤੁਸੀਂ ਨਿਊਜ਼ਪੇਪਰ ਡੇਲੀ ਪੜ੍ਹੋ, ਸਪੈਸ਼ਲੀ ਦਾ ਹਿੰਦੂ ਪੜ੍ਹੋ, ਕਿਸੇ ਵੀ ਦਿਨ ਦਾ ਹਿੰਦੂ ਮਿਸ ਨਾ ਕਰੋ, ਠੀਕ ਹੈ। ਡਿਫਰੈਂਟ ਅਗਰ ਤੁਸੀਂ ਨਿਊਜ਼ ਆਰਟੀਕਲ ਪੜ੍ਹ ਸਕਦੇ ਹੋ ਤਾਂ ਪੜ੍ਹੋ ਆਥੈਂਟਿਕ ਸੋਰਸਿਸ ਤੋਂ, ਲਾਈਕ PIB। ਫਿਰ ਆਪਦੇ ਹੈਂਡ ਰਿਟਨ ਨੋਟਸ ਬਣਾਓ। ਤੁਸੀਂ ਨਿਊਜ਼ਪੇਪਰ ਚੋਂ ਪੜ੍ਹ ਰਹੇ ਹੋ, ਤੁਸੀਂ ਕਿੱਥੋਂ ਵੀ ਕਿਸੇ ਲੈਕਚਰ ਤੋਂ ਪੜ੍ਹ ਰਹੇ ਹੋ, ਕਿੱਥੋਂ ਵੀ ਤੁਸੀਂ ਪੜ੍ਹ ਰਹੇ ਹੋ, ਬੈਸਟ ਥਿੰਗ ਇਜ਼ ਟੂ ਮੇਕ ਦੀ ਨੋਟਸ। ਉਸ ਤੋਂ ਬਾਅਦ ਉਹਨਾਂ ਨੋਟਸ ਨੂੰ ਟਾਈਮ ਟੂ ਟਾਈਮ ਰਿਵਾਈਜ਼ ਕਰੋ ਤੇ ਜਿਹੜੇ ਕਰੰਟ ਅਫੇਅਰ ਹੈ ਐਗਜ਼ਾਮ ਤੋਂ ਪਹਿਲਾਂ ਮਿਨੀਮਮ 6 ਮੰਥ ਜਾਂ ਤਕਰੀਬਨ ਅਗਰ ਮੇਨ ਕਹੀਏ ਤਾਂ 1 ਸਾਲ ਦੇ ਕਰੰਟ ਅਫੇਅਰ ਤੁਸੀਂ ਪੜ੍ਹੋ। ਤੇ ਅਗਰ ਦੋਸਤੋ ਤੁਸੀਂ ਇਹ ਸਾਰੀ ਚੀਜ਼ ਸਾਡੇ ਨਾਲ ਪੜ੍ਹਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਜਿਵੇਂ ਆਹ ਵਾਲਾ ਲੈਕਚਰ ਹੁੰਦਾ ਹੈ ਐਵੇਂ ਹੀ ਡੇਲੀ ਲੈਕਚਰ ਆਉਂਦਾ ਹੈ। ਤੁਸੀਂ ਦੇਖੋ ਇੱਕ ਹਫਤੇ ਦੇ ਵਿੱਚ ਜਿੰਨਾ ਮੈਕਸਿਮਮ ਮੈਂ ਕਵਰ ਕਰਵਾ ਸਕਦਾ ਇਹਦੇ ਵਿੱਚ ਕਰਵਾ ਦਿੰਦਾ। ਬਟ ਦੇਖੋ ਜਿਹੜੀ ਚੀਜ਼ ਹੈ, ਜਿਹੜੀ ਆਪਾਂ ਆ ਕੁਐਸਚਨਸ ਕੀਤੇ ਹੈ, ਇਹਦੀ ਇੱਕ ਡਿਟੇਲ ਐਪ ਦੇ ਵਿੱਚ ਜਿਹੜੀ ਹੈ ਇਹ ਪੂਰੀ ਨਿਊਜ਼ 5 6 ਮਿੰਟ ਦੀ ਇੱਕ ਡਿਟੇਲ ਉਹਦੀ ਨਾਲ ਸਟੈਟਿਕ ਨੌਲੇਜ ਦੀ ਕਰਵਾਈ ਹੋਈ ਹੈ, ਠੀਕ ਹੈ। ਸੋ ਡੇਲੀ 8 ਵਜੇ ਐਪ ਦੇ ਵਿੱਚ ਲੈਕਚਰ ਹੁੰਦਾ ਹੈ। ਸੋ ਤੁਸੀਂ ਕੋਈ ਵੀ ਕੋਰਸ ਜਿਹੜਾ ਹੈ ਉਹ ਪਰਚੇਸ ਕਰ ਸਕਦੇ ਹੋ, ਚਾਹੇ ਨੈਬ ਤਹਿਸੀਲਦਾਰ ਦਾ ਹੈ, ਚਾਹੇ ਪਟਵਾਰੀ ਦਾ ਹੈ, ਤਹਿਸੀਲ ਜ਼ਿਲ੍ਹੇਦਾਰ ਦਾ ਚਲੋ ਸੇਮ ਹੀ ਹੋ ਗਿਆ। ਤੇ ਅਗਰ ਤੁਸੀਂ ਇੰਡੀਵਿਜੂਅਲ ਕੋਰਸ ਮੇਰਾ ਪਰਚੇਸ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ ਬਿਲਕੁਲ ਨੋਮੀਨਲ ਪ੍ਰਾਈਸ ਤੇ, ਠੀਕ ਹੈ ਜੀ। ਸੋ ਇਹ ਚੀਜ਼ ਹੋਗੀ। ਦੈਨ ਜਿਹੜਾ ਹੈ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਉਹ ਨੀਚੇ ਆ ਨੰਬਰ ਦਿੱਤਾ ਹੋਇਆ, ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਉਸ ਕੋਰਸ ਕੰਟੈਂਟ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਲੇਟੈਸਟ ਕਰੰਟ ਅਫੇਅਰਸ ਹੈ ਉਹ ਲਗਾਤਾਰ ਕਰਵਾਈ ਜਾ ਰਹੀ ਹੈ ਡੇਲੀ ਬੇਸਿਸ ਤੇ, ਨਾਲ ਜਿਹੜਾ ਹੈ ਪਿਛਲੇ 1 ਸਾਲ ਦੇ ਕਰੰਟ ਅਫੇਅਰ ਨੂੰ ਰਿਵਾਈਜ਼ ਵੀ ਕਰਵਾਇਆ ਜਾ ਰਿਹਾ ਹੈ, ਠੀਕ ਹੈ। ਫਿਰ ਫਰੈਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ। ਮਿਲਦੇ ਹਾਂ ਫਿਰ ਆਪਾਂ ਨੈਕਸਟ ਸੰਡੇ ਤੇ ਜਾਂ ਫਿਰ ਰੇਸ ਅਕੈਡਮੀ ਦੀ ਆਫੀਸ਼ੀਅਲ ਐਪ ਤੇ ਕੱਲ ਹੀ ਮਿਲਦੇ ਹਾਂ। ਅਦਰਵਾਈਜ਼ ਤੁਸੀਂ ਜਿਹੜਾ ਹੈ YouTube ਤੇ ਦੇਖਣਾ ਚਾਹੋ ਤਾਂ ਉਹ ਆਪਾਂ ਨੈਕਸਟ ਸੰਡੇ ਜਿਹੜਾ ਹੈ ਉਹ ਮਿਲਾਂਗੇ। ਪਲੀਜ਼ ਮੇਰੀ ਫਿਰ ਇੱਕ ਵਾਰੀ ਰਿਕੁਐਸਟ ਹੈ ਕਿ ਲੈਕਚਰ ਦੀ ਫੀਡਬੈਕ ਜ਼ਰੂਰ ਦੇਣੀ ਹੈ ਐਂਡ ਜਿਹੜਾ ਹੈ ਵਧੀਆ ਲੱਗੇ ਤਾਂ ਲਾਈਕ ਕਰਨਾ ਹੈ ਤੇ ਸ਼ੇਅਰ ਜਿਹੜਾ ਹੈ ਉਹ ਜ਼ਰੂਰ ਕਰਨਾ ਹੈ। ਸੋ ਆਲ ਦੀ ਵੈਰੀ ਬੈਸਟ ਫॉर योर प्रिपरेशन। थैंक यू सो मच। मिलते हैं ऐसे चैनल पे। थैंक यू सो मच।